ਤੁਸੀਂ ਇਹ ਅਸੀਂ ਹਿੰਦੂ ਹਾਂ ਤੇ ਜਾਂ ਦੂਸਰੇ ਹਾਂ, ਅਸੀਂ ਤੇ ਇੱਕ ਬੀਵੀ ਨਾਲ ਗੁਜ਼ਾਰਾ ਕਰਨਾ ਹੈ। ਜਾਂ ਤੇ ਮੈਂ ਕਿਹਾ ਵੀ ਬੀਵੀਆਂ ਅੱਲਾ ਦੀਆਂ ਨਿਹਮਤਾਂ ਹੁੰਦੀਆਂ ਨੇ, ਬੱਚੇ ਤਦ ਅੱਲਾ ਦੀ ਦਵਾਈ ਦੇ ਉੱਤੇ ਜਿਹੜਾ ਇਤਰਾਜ਼ ਉਹ ਹੈ ਨਾ। ਜੀ। ਲੇਕਿਨ ਉਹ ਗੱਲ ਵੈਸੇ ਉਹਨੇ ਮਜਮੂਈ ਤੌਰ ਤੇ ਸਾਡੇ ਬਾਰੇ ਕੀਤੀ ਸੀ। ਹਾਂ ਨਬੀ ਠੀਕ ਪਾਕ ਦੇ ਬਾਰੇ, ਹਾਂ ਨਬੀ ਪਾਕ ਦੇ ਬਾਰੇ ਉਹਨੇ ਇੱਕ ਹੀ ਸਵਾਲ ਨਹੀਂ, ਕੀਤਾ, ਮੈਂ ਉਹਨੂੰ ਤਦ ਦਵਾਜ ਜਿਹੜੀ ਹੈ ਉਹ ਸਾਰੇ ਮੁਸਲਮਾਨਾਂ ਦੇ ਵਿੱਚ ਹੀ ਉਹਦਾ ਅਮਲ ਹੈ ਨਾ। ਹਾਂਜੀ ਜੀ ਬਿਲਕੁਲ ਇਜਾਜ਼ਤ ਹੈ। ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਵੀ ਹੈ ਤੇ ਬਾਕੀ ਮੁਸਲਮਾਨਾਂ ਦਾ ਵੀ ਅਮਲ ਇਹੋ ਹੀ ਹੈ, ਇੰਝ ਹੀ ਹੈ। ਹਾਂਜੀ। ਹਾਂ ਇਹ ਉਹਨੇ ਸਾਨੂੰ ਬਿਲਕੁਲ। ਪੁੱਛਿਆ ਕਿ ਤੁਸੀਂ ਮੁਸਲਮਾਨਾਂ 4-4 ਸ਼ਾਦੀਆਂ ਕਿਉਂ ਕਰਦੇ ਹੋ। ਬਿਲਕੁਲ ਬਿਲਕੁਲ ਮੈਂ ਕਿਹਾ ਇਸ ਗੱਲ ਹੈ ਕਿ ਭਈ ਔਰਤਾਂ ਜਿਹੜੀਆਂ ਨੇ ਉਹ 365 ਦਿਨ ਦਸਤਿਆਬ ਨਹੀਂ ਹੁੰਦੀਆਂ। ਬੇਸ਼ੱਕ। ਔਰਤਾਂ ਦਰੁਸਤ ਗੱਲ ਹੈ। ਅਗਰ ਕਿਸੇ ਮਰਦ ਨੂੰ ਜ਼ਰੂਰਤ ਹੋਵੇ ਜਾਂ ਬੀਵੀ ਦੀ, ਤੇ ਬੀਵੀ ਉਹਦੀ ਬਿਮਾਰ ਹੋਵੇ ਜਾਂ ਉਹਦੀ ਬੀਵੀ ਜਿਹੜੀ ਹੈ ਉਹਦੇ ਬੱਚਾ ਹੋਣ ਵਾਲਾ ਹੋਵੇ ਜਾਂ ਜਾਂ ਕੋਈ ਨੂੰ ਜ਼ਰੂਰਤ ਹੈ, ਉਹ ਬਾਹਰ ਜਾ ਕੇ ਬਦਕਾਰੀ ਕਰੇ। ਅੱਲਾ ਨੇ ਨਿਮਤ ਬਣਾਈ, ਤੁਸੀਂ 2 ਸ਼ਾਦੀਆਂ ਕਰੋ, 3 ਕਰੋ, ਅਗਰ ਇਨਸਾਫ ਕਰ ਸਕਦੇ ਹੋ। ਜਾਂ ਹਾਂ ਇਹ ਬਿਲਕੁਲ। ਪੂਰੀ ਗੱਲ। ਜਾਂ ਉਹ ਇੰਨਾ ਹਿੱਸਾ ਕੱਟਿਆ ਵਿੱਚੋਂ, ਤੇ ਵੇਖੋ ਇਲਜ਼ਾਮ ਕਿੱਡਾ ਗੰਦਾ ਤੇ ਘਿਨੌਣਾ। ਹਾਂ ਬਿਲਕੁਲ। ਮਾਸੂਮ ਨਬੀ ਦੇ ਬਾਰੇ ਕਿਸੇ ਬੰਦੇ ਵਾਲੇ ਇਸ ਤਰ੍ਹਾਂ ਦੀ ਗੱਲ ਕਰਨੀ, ਜਾਂ ਖੁਦਾ ਦਾ ਖੌਫ ਹੋਣਾ। ਪਰ ਅਸਲ ਗੱਲ ਹੈ ਕਿ ਜਿਹੜਾ ਉਹਨਾਂ ਦਾ ਮਕਸਦ ਹੈ ਨਾ, ਉਹ ਬਲਕਿ ਉਹ ਉਲਟਾ ਅਸਰ ਕਰਦਾ ਹੈ। ਉਹ ਮਕਸਦ ਉਹਨਾਂ ਦਾ ਹੈ ਕਿ ਆਮਰ ਨਜ਼ੀਰ ਨੂੰ ਬੇਇੱਜ਼ਤ ਕੀਤਾ ਜਾਏ, ਲੇਕਿਨ ਬੇਇੱਜ਼ਤ ਖੁਦ ਹੁੰਦੇ ਨੇ, ਕਿਉਂਕਿ ਇੱਕ ਬਿਲਕੁਲ ਬੋਦੀ ਚੀਜ਼ ਲੈ ਕੇ ਆਉਂਦੇ ਜਿਹਦੀ ਕੋਈ ਬੁਨਿਆਦ ਨਹੀਂ ਹੈ। ਕੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਣ ਦੀ। ਜਾਂ ਹੁਣ ਇੱਕ ਗੱਲ ਉਹਨਾਂ ਦਾ ਪਿੱਛਾ ਨਹੀਂ ਛੱਡ ਰਹੀ, ਕੱਪੜੇ ਲਾਉਣ ਦੀ, ਹਾਂ ਸਲਵਾਰ ਲਾਉਣ ਦੀ, ਕਮੀਜ਼ ਲਾਉਣ ਦੀ, ਉਹ ਦੁਪੱਟਾ ਕਿਤਨੇ ਉਹਦੇ ਚ ਹਾਸ਼ੀਆ ਰਾਈਆਂ ਚਾਦਰ ਕੀਤੀਆਂ ਗਈਆਂ। ਬੰਨਣ ਦੀ। ਉਹ ਯਾਰ ਇਹ ਸਾਰੇ ਬੰਦੇ ਹੀ ਕਰਦੇ ਨੇ ਇਹ ਕੰਮ। ਕੀ ਅਜੀਬ ਹੈ। ਜਵਾਬ ਦਿੱਤਾ ਵੀ ਕੱਪੜੇ ਲਾਉਣ ਵਾਸਤੇ ਸਿਰਫ ਗੁਸਲਖਾਨਾ ਹੋਣਾ ਚਾਹੀਦਾ ਜਾ ਕੇ। ਮੋਸਰਾ ਤੁਸੀਂ ਨਹਾਣ ਜਾਣਾ ਤੇ ਜਾ ਕੇ ਉੱਤੇ ਕੱਪੜੇ ਲਾਓ ਤੇ ਨਾਲ। ਆਹੋ, ਹੋਰ ਕੀ ਜਵਾਬ ਇਹਦਾ? ਫਜ਼ੂਲ ਕਿਸਮ ਤੇ ਦੀ ਮੇਰੀ ਕੰਮ ਗੱਲਾਂ ਤਾਲੀਮ ਦੀ ਨੇ। ਵਜ੍ਹਾ ਨਾਲ ਹੱਸਦੇ ਰਹੇ ਉਹਦੇ ਤੇ ਵੀ ਬੇਵਕੂਫ ਹੈ, ਇਹਨੂੰ ਨਹੀਂ ਪਤਾ। ਤੇ ਮੈਂ ਬਾਹਰ ਮੈਂ ਤੇ ਕਦੇ ਆਪਣੀ ਕਾਬਲੀਅਤ ਦੇ ਆਧਾਰ ਤੇ ਨਹੀਂ ਨਾ ਕਰਦਾ ਹੋਈ ਕੋਈ ਨਾ। ਹਾਂ। ਜਾ ਨਹੀਂ, ਉਹਨਾਂ ਨੇ ਦੱਸੋ ਯਾਨੀ ਮੈਂ ਦੇਖੋ ਕੱਪੜੇ ਲਾਣਾ ਆਪਣੇ ਜਾ ਕੇ ਬਾਥਰੂਮ ਚ, ਜਦੋਂ ਜਾ। ਮੈਂ ਨਹਾਉਣਾ, ਮੈਂ ਤੇ ਉੱਥੇ ਜਾ ਕੇ ਯਾਨੀ ਇੱਕ ਬੰਦਾ ਚੁੱਪ ਕਰਕੇ ਬੈਠਾ ਹੈ ਔਰ ਮਰਦਾਈ ਆ ਕੇ ਉਹਨੂੰ ਮਤਲਬ ਨੇਜ਼ੇ ਮਾਰ ਰਹੇ ਨੇ ਕਿ ਹਿੱਲ ਤੇ ਸਾਡੇ ਮਤਲਬ ਕੁਝ ਕਹਿ। ਯਾਨੀ ਅਜੀਬ ਹਰਕਤਾਂ ਨੇ, ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਉਹ ਕੁਝ ਕਹਿ ਹੀ ਨਹੀਂ ਰਿਹਾ ਤੇ ਤੁਸੀਂ ਜ਼ਰੂਰ ਉਹਦੇ ਨਾਲ ਪੰਗਾ ਲੈਣਾ। ਜਾ ਆਮਰ ਨਜ਼ੀਰ ਚੁੱਪ ਕਰਕੇ ਬੈਠਾ ਹੈ, ਤੁਸੀਂ ਬਾਰ-ਬਾਰ ਉਹਨੂੰ ਆ ਕੇ ਇਹ ਕਰਤਾ, ਉਹ ਕਰਤਾ, ਫਲਾਨਾ ਕਰਤਾ। ਹਾਲਾਂਕਿ ਹਜ਼ਰਤ ਮਸੀਹ ਮੌਊਦ ਅਲੈਹਿਸ ਸਲਾਮ ਦੀ ਤਾਲੀਮ ਦੀ ਗੱਲ ਹੋ ਰਹੀ ਹੈ, ਕੁਰਾਨੀ ਆਇਤ ਤੇ ਡਿਸਕਸ ਅਸੀਂ ਕਰ ਰਹੇ ਹਾਂ। ਤੁਹਾਡੇ ਕੋਲ ਕੋਈ ਮਾਲੂਮਾਤ ਨੇ, ਤੁਸੀਂ ਆ ਕੇ ਸ਼ੇਅਰ ਕਰੋ। ਉਹ ਅਗਲੇ ਦਿਨ ਇਹ ਤਸ਼ਰੀਫ ਲਿਆਏ ਤੇ ਕਾਫੀ ਅਰਸਾ ਬੈਠੇ ਰਹੇ ਤੇ ਬੋਲੇ ਕੋਈ ਨਾ। ਤੇ ਫਿਰ ਲਾਮਾ ਲਾ ਆਖਰ ਇਹਨਾਂ ਨੇ ਸੌਣਾ ਵੀ ਹੈ, ਜਾਣਾ ਵੀ ਹੈ, ਚਲੇ ਗਏ। ਹਾਂ ਹਾਂ ਜਦੋਂ ਇਹ ਬੈਠੇ ਰਹੇ ਤੇ ਉਹਨਾਂ ਕਿਹਾ ਜੀ ਬੋਲੇ ਕਿਉਂ ਨਹੀਂ। ਹਾਂ ਤੇ ਜੇ ਬੋਲੇ ਨੇ ਤੇ ਬੋਲੇ ਕਿਉਂ ਨੇ। ਹਾਂ ਤੇ ਤੇ ਜੇ ਚਲੇ ਗਏ ਨੇ ਤੇ ਫੇਰ ਕਹਿੰਦੇ ਨੇ ਭੱਜ ਗਏ ਨੇ। ਚਲੇ ਗਏ ਨੇ, ਚਲੇ ਕਿਉਂ ਗਏ ਨੇ। ਜੇ ਬੈਠੇ ਨੇ ਤੇ ਹਲੇ ਤੱਕ ਬੈਠੇ ਕਿਉਂ ਨੇ। ਤੇ ਫਿਰ ਉਹਨਾਂ ਨੇ ਮੈਨੂੰ ਮੌਜੂ ਬਣਾ ਲਿਆ ਹਾਂ ਤੇ 4 ਬੰਦਿਆਂ ਨੇ ਮੁਜ਼ਾਕਰਾ ਕੀਤਾ। ਪਹਿਲੇ ਇੱਕ ਨੇ ਵਾਰੀ ਲਾਈ, ਫਿਰ ਦੂਸਰੇ ਨੂੰ ਓਕੇ ਦੀ ਵਾਰੀ ਦਿੱਤੀ, ਫਿਰ ਤੀਸਰੇ ਨੂੰ, ਫਿਰ ਚੌਥੇ ਨੂੰ, ਪੰਜਵੇਂ ਨੂੰ। ਮੈਂ ਫਿਰ ਸਾਰਿਆਂ ਦੀ ਸੁਣਦਾ ਰਿਹਾ। ਉਹ ਮੇਰੇ ਤੇ ਤਾਨ ਕਰਦੇ ਰਹੇ ਵੀ ਉਹਨਾਂ ਦੇ ਚਲੇ ਜਾਣ ਦੀ ਵਜ੍ਹਾ ਨਾਲ ਹੁਣ ਮਗਮੂਮ ਹੈ, ਇਹ ਨਹੀਂ ਗੱਲ ਕਰਨ ਲਗਾ। ਮਗਮੂਮ ਇਹਦੀ ਹੁਣ ਜ਼ੁਬਾਨ ਨਹੀਂ ਬੋਲਣ ਲੱਗੀ। ਜਦੋਂ ਹਾਸ਼ੀਆ ਰਾਈ ਦੇਖੋ। ਇਸ ਤਰ੍ਹਾਂ ਨਹੀਂ ਹਰਕਤਾਂ। ਤੇ ਮੈਂ ਕਿਹਾ ਚਲੋ ਅੱਛਾ ਮੁਜ਼ਾਕਰਾ, ਹੁਣ 4 ਬੰਦੇ ਰਲ ਕੇ ਜੋ ਕਰ ਰਹੇ ਨੇ ਤੇ ਚਲੋ। ਨਹੀਂ, ਮੈਂ ਤੁਹਾਨੂੰ ਦੱਸਾਂ, ਜਿਹੜੇ ਕੋਈ ਬੰਦੇ ਐ ਨੇ ਐਸੇ ਜਿਹੜੇ ਇਸ ਤਰ੍ਹਾਂ ਦੇ ਨਹੀਂ ਹਨ, ਗੈਰ ਸੰਜੀਦਾ ਨਹੀਂ ਹਨ, ਜਿਸ ਤਰ੍ਹਾਂ ਅਬਦੁਲ ਬਾਸਿਤ ਸਾਹਿਬ ਆਉਂਦੇ ਸਨ ਜਾਂ ਰਾਣਾ ਰਾਸ਼ਦ ਜਾਂ ਉਹ ਇਸ ਤਰ੍ਹਾਂ ਪਤਾ ਦੇ ਨਹੀਂ ਕਿੱਧਰ ਗਏ ਨੇ। ਮੈਂ ਤੇ ਉਹਨਾਂ ਦਾ ਹਮੇਸ਼ਾ ਇਹਤਰਾਮ ਪਿਆ ਕੀਤਾ। ਉਹ ਆਪਣੇ ਹੀ ਬੰਦਿਆਂ ਤੋਂ ਬੋਰ ਹੋ ਕੇ ਗਏ ਨੇ। ਮੈਂ ਤੁਹਾਨੂੰ ਦੱਸਾਂ, ਹਾਂ ਆਪਣੇ ਬੰਦੇ ਉਹਨਾਂ ਨੂੰ ਗੱਲ ਨਹੀਂ ਕਰਨ ਦਿੰਦੇ ਨਾ। ਬਿਲਕੁਲ 2-3 ਵਾਰੀ ਮੇਰੇ ਸਾਹਮਣੇ ਇੱਥੋਂ ਬਰਾੜ ਤੋਂ ਉਤਰੇ ਨੇ, ਆਪਣੇ ਬੰਦਿਆਂ ਤੋਂ ਬਾਜ਼ਾਰ ਹੋ ਕੇ ਵੀ ਲੋ ਤੁਸੀਂ ਗੱਲ ਨਹੀਂ ਕਰਨ ਦਿੰਦੇ ਤੇ ਸੈਣੀ ਸਾਹਿਬ, ਫਿਰ ਮੈਂ ਚੱਲਿਆ। ਜਾ ਕਿਉਂਕਿ ਰਾਣਾ ਰਾਸ਼ਿਦ ਸਾਹਿਬ ਪਹਿਲੇ ਵੀ ਕਹਿ ਰਹੇ ਸੀ ਕਿ ਉਹ ਜਿਹੜਾ ਨਾਸਰ ਭੱਟ ਹੈ ਨਾ, ਜਮਾਤ ਅਹਿਮਦੀਆ ਦਾ ਅਕਾਬਿਰ, ਉਹ ਸਾਨੂੰ ਮਨਾ ਕਰਦਾ ਕਿ ਹੁਸੈਨੀ ਸਾਹਿਬ ਦੀ ਤੁਸੀਂ ਬਰਾੜ ਤੇ ਕਿਉਂ ਜਾਂਦੇ ਹੋ, ਜੇ ਉੱਥੇ ਜਾਓਗੇ ਤੇ ਅਸੀਂ ਤੁਹਾਨੂੰ ਆਪਣੀ ਬਰਾੜ ਤੇ ਨਹੀਂ ਲਾਂਗੇ। ਤੇ ਉਹ ਮਤਲਬ ਹੈ ਬਹੁਤ ਜ਼ਿਆਦਾ ਮਿਰਜ਼ਾਈਆਂ ਦੇ ਵਿੱਚ ਡਿਸਕਸ਼ਨ ਹੋ ਰਹੀ ਹੈ। ਦੋਸਤ ਆਉਂਦੇ ਨੇ, ਅਸੀਂ ਕਦੇ ਕਿਸੇ ਇੱਕ ਵੀ ਬਰਾੜ ਦੇ ਮੁਤਲਕ ਨਹੀਂ ਕਿਹਾ ਕਿ ਫਲਾਣੀ ਥਾਂ ਨਾ ਜਾਇਓ।
ਹਾਂ ਬੜੀ ਖੁਸ਼ੀ ਨਾਲ ਜਿੱਥੇ ਮਰਜ਼ੀ ਜਾਓ, ਤੁਹਾਡੀਆਂ ਆਪਣੀਆਂ ਹਾਂ। ਬਰਾਤਾਂ ਨੇ, ਤੁਸੀਂ ਕਦੇ ਨਹੀਂ ਕਿਹਾ ਜੇ ਇੱਥੇ ਆਉਂਦੇ ਹੋ ਤੇ ਉੱਥੇ ਨਾ ਜਾਣਾ। ਜਿੱਥੇ ਮਰਜ਼ੀ ਜਾਓ। ਜਿੱਥੇ ਮਰਜ਼ੀ ਕੋਈ ਜਾਏ, ਮਰਜ਼ੀ ਉਹਦੀ। ਇਹ 2021 ਦਾ ਵਾਕਿਆ ਹੈ ਤੇ ਅਬੂ ਬਕਰ ਮੀਰ ਭਾਈ ਕੋਲੇ ਉਹ ਮੋਬਾਈਲ ਹੀ ਉਹਨਾਂ ਇੱਕ ਸਾਈਡ ਤੇ ਰੱਖ ਛੜਿਆ ਜਿਹਦੇ ਚ 2021 ਦੀ ਸਾਡੀ WhatsApp ਗਰੁੱਪ ਦੀ ਸਾਰੀ ਕਨਵਰਜ਼ੇਸ਼ਨ ਹੈ। ਅੱਛਾ। ਤੇ ਕੱਲ ਪਰਸੋਂ ਮੈਨੂੰ ਪੇ ਕਹਿੰਦੇ ਸੀ ਕਿ ਮੈਂ ਮੋਬਾਈਲ ਆਪਣਾ ਉਹ ਬਲਕਿ ਵਹਾਇਆ ਵੀ ਉਹਨਾਂ ਨੇ ਆਨ ਕਰਕੇ, ਹਾਂ, ਤੇ ਉਹਨਾਂ ਨੇ ਕਿਹਾ ਵੀ ਇਹ ਸਾਰੇ ਮੈਸੇਜ ਜਿਹੜੇ ਨੇ ਮੈਂ ਮਹਿਫੂਜ਼ ਕੀਤੇ ਨੇ, ਹੁਣ ਮੈਂ ਮਜਬੂਰ ਹਾਂ ਵੀ ਇਹਦੇ ਉੱਤੇ ਮੈਂ ਸਕਰੀਨ ਜਿਹੜੇ ਹੁੰਦੀ ਹੈ ਰਿਕਾਰਡਿੰਗ ਕਰਕੇ ਤੇ ਵੀਡੀਓ ਵੀ ਨਹੀਂ ਬਣਾ ਸਕਦਾ ਕਿਉਂਕਿ ਮੋਬਾਈਲ ਦੀ ਮੈਮਰੀ ਫੁੱਲ ਹੋਈ। ਹਾਂ, ਤੇ ਉਹ ਪੇ ਤਲਾਸ਼ ਕਰਦੇ ਨੇ, ਅਗਰ ਇਹ ਪੂਰੀ ਗੁਫ਼ਤਗੂ ਮਿਲ ਜਾਂਦੀ ਹੈ ਨਾ, ਉਹ ਤੁਹਾਨੂੰ ਇੱਥੇ ਸੁਣਾ ਦੇ ਇਨਸ਼ਾਅੱਲਾ ਲਫ਼ਜ਼ ਬ ਲਫ਼ਜ਼। ਇਹ ਜਿਹੜਾ ਬੰਦਾ ਥੱਲੇ ਵੀ ਮੈਸੇਜ ਪੇ ਲਿਖਦਾ ਹੈ ਨਾ, ਇਹ ਵੀ ਤੇ ਇਹ ਜਿੰਨੇ ਬੰਦੇ ਨਬੀ ਪਾਕ ਦੇ ਬਾਰੇ ਗੰਦੀ ਜ਼ੁਬਾਨ ਪੇ ਇਸਤੇਮਾਲ ਕਰਦੇ ਨੇ ਮੇਰਾ ਨਾਂ ਲੈ ਕੇ, ਇਨਸ਼ਾਅੱਲਾ ਇਹਨਾਂ ਦਾ ਸਭ ਦਾ ਮੁਹਾਸਬਾ ਹੋ ਜਾਏਗਾ ਜੇ ਉਹ ਵੀਡੀਓ ਪੂਰੀ ਉਹਦੀ ਆਡੀਓਜ਼ ਮਿਲ ਜਾਂਦੀਆਂ ਨੇ, ਕਿਉਂਕਿ ਇਹਨਾਂ ਕੋਲੇ ਆਪਣੇ ਕੋਲ ਸਬੂਤ ਹੈ ਨਹੀਂ ਤੇ ਝੂਠਾ ਇਲਜ਼ਾਮ ਤੇ ਝੂਠਾ ਬੁਗਜ਼ ਆਪਣਾ। ਵੇਖੋ ਨਾ ਇਹ ਜਿਹੜਾ ਬੰਦਾ ਥੱਲੇ ਵਿਚਾਰਾ, ਇਹ ਕਿੰਨਾ ਕਰੇ ਮਜਬੂਰ ਹੈ, ਕਿੰਨਾ ਕੇ ਪਰੇਸ਼ਾਨ ਹੈ ਕਿ ਇਹ ਵੀ ਝੂਠ ਬਾ। ਹਾਲਾਂਕਿ ਮੈਂ ਹਲਫਨ ਕਹਿੰਦਾ ਕਿ ਇਸ ਬੰਦੇ ਨੇ ਮੇਰੀ ਇਸ ਗੱਲ ਦੇ ਵਿੱਚ ਗਵਾਹੀ ਦਿੱਤੀ ਹੈ ਜੀ ਕਿ ਇਹ ਜਿਹੜਾ ਇਲਜ਼ਾਮ, ਇਹ ਉਦੋਂ ਵੀ ਇਹਨਾਂ ਇਲਜ਼ਾਮ ਬਾਅਦ ਚ ਲਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਬੰਦੇ ਮੇਰੀ ਗਵਾਹੀ ਦਿੱਤੀ ਹੈ, ਮੈਂ ਹਲਫਨ ਕਹਿ ਸਕਣਾ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਬਈ ਆਮਰ ਦੇ ਉੱਤੇ ਇਹ ਝੂਠਾ ਇਲਜ਼ਾਮ ਲਾਉਣ ਲੱਗੇ ਨੇ ਇਹ ਬੰਦੇ। ਅੱਜ ਉਹ ਥੱਲੇ ਮੈਸੇਜ ਪਿਆ ਲਿਖਦਾ ਹੈ ਕਿ ਹਾਂ ਭਲੇ ਮਾਨਸ ਜੀ ਉਹ ਨਬੀ ਪਾਕ ਦੇ ਬਾਰੇ ਪੁੱਛਿਆ ਸੀ ਤੇ ਤੂੰ ਇਹ ਆਖਿਆ ਸੀ। ਇਨਸਾਨ ਕਿਸ ਹੱਦ ਤੱਕ ਗਿਰ ਜਾਂਦਾ ਹੈ ਜਦੋਂ ਬੰਦਾ ਆਪਣੇ ਅਸੂਲ ਨੂੰ ਛੋੜਦਾ ਹੈ ਜਾਂ ਈਮਾਨ ਨੂੰ ਹੱਥ 'ਚ ਛੋੜ ਦਿੰਦਾ ਹੈ, ਕਿੰਨਾ ਕੁ ਗਿਰ ਜਾਂਦਾ ਦੁਨੀਆ ਦੇ ਉੱਤੇ। ਜਿਹੜਾ ਰਾਣਾ ਰਾਸ਼ਿਦ ਹੈ ਨਾ, ਇਹ ਤੇ ਉਹ ਅੰਸਰ ਰਜ਼ਾ ਸਾਹਿਬ ਦੇ ਉੱਤੇ ਵੀ ਲਾਨਤ ਪਾ ਕੇ ਆਇਆ ਹੈ। ਉਹ ਮੇਰੇ ਕੋਲ ਵੀਡੀਓ ਆਡੀਓ ਹੈਗੀ ਹੈ, ਉਹ ਮੈਂ ਤੁਹਾਨੂੰ ਸੁਣਾਉਣਾ। ਹਾਂਜੀ ਹਾਂਜੀ, ਰਾਣਾ ਰਾशिद ਜਿਹੜਾ ना बुरा बंदा नहीं है। लानत पे तो इनकी ब्रॉड पे अंसर रजा की ब्रॉड पे रिकॉर्ड कर ले। हाँ चलता कोई नहीं, रासा बात करने दे, रिकॉर्ड कर ले। एक मिनट, लानत लोगों ने हमारी जमात को बदनाम किया हुआ है, इन लोगों ने जमात को बदनाम किया हुआ है। वो ठीक हो गया तो इन लोगों ने हमारी जमात को बदनाम किया हुआ है, इन बंदों ने हमारी जमात को बदनाम किया हुआ है। जो हो रही है उनके करने दे, ये हमारी जमात की मौक़िफ़ नहीं है। जाके मेरी मुझे जमात से निकलवाना, कमीने कोई इंसानियत है इनमें, इन कमीने लोगों में दो दो टके के लोग नीचे गिरा रहे हैं, जूतियों के बराबर नहीं है, कुत्ते के बच्चे हरामजादे। ਉਹ ਸਖਤ ਗੁੱਸੇ 'ਚ ਨੇ ਰਾਣਾ ਰਾਸ਼ਿਦ ਸਾਹਿਬ ਅੰਸਰ ਰਜ਼ਾ ਸਾਹਿਬ ਦੇ ਉੱਤੇ। नहीं वैसे ਇੱਥੇ ਆ ਕੇ ਉਹ ਕਹਿੰਦੇ ਨੇ कि हम कभी किसी को गाली नहीं देते। जी जी सर साहब, आपको पता है कि काम के ऊपर भी लोग होते हैं और ये सवाल बड़ा कॉमन होता है कि लोग अक्सर काम क्रॉस आते हैं कि जो गोरे होते हैं उनको तो नहीं पता कि हम अहमदी हैं गैर अहमदी हैं क्या हैं, उनको तो एज ए मुस्लिम ही लेते हैं ना। और ये क्वेश्चन मुझसे मिलियन टाइम पूछा गया, जो अलामा साहब से पूछा गया ना, और के सबसे उनके क्वेश्चन ही ये 1 2 3 4 होते हैं कि आपके नबी ने इतनी शादियां क्यों की, ठीक है, हज़रत आयशा वाला सवाल, क्योंकि उन्होंने इल्ज़ाम लगाना होता है ना। और मैंने कभी भी ये जो अलामा साहब ने जो मर्जी इसकी तशरीहात कर लें, ये खुद शर्म का बायस है ना कि हमने तो हमेशा वो आंसर दिया है कि वहाँ उस वक्त के रस्म और रिवाज थे और भाई ये नबी पाक के बारे में बात नहीं हो रही। अलामा साहब ठहरे उधर। जी जी दसो के जवाब देता है कि उस वक्त के रस्म और रिवाज इस तरह थे, अरबों में ज्यादा शादियां होती थी, ठीक है। बात सुन ले। और नबी पाक सल्लल्लाहु अलैहि वसल्लम ने कभी भी किसी औरत की ख्वाहिशात के लिए शादी नहीं की। उसकी वजह यह है कि जो पहली शादी हुई थी वो हज़रत खदीजा से हुई थी, जो उनसे इतनी बड़ी थी, और उतने 15 साल शायद या कितने साल उन्होंने किसी दूसरे से शादी नहीं की। ये किस सवाल का जवाब आप दे रहे हैं? ये जो अक्सर नॉन मुस्लिम जो हमारे काम के ऊपर या उधर वो हमें से यही मैं कह रहा था कि सवाल तो बताए ना भाई, सवाल क्या करते हैं, सवाल क्या कहते हैं, वो सवाल क्या होते हैं, वो ऑलवेज यही 2 सवाल उनके होते हैं। यार क्या तो सवाल है, अच्छे तरीके से एड्रेस के सल्लल्लाहु ने शादियां इतनी क्यों की इस वजह से ठीक है ना।
शादियां करनी आपको थी। पता ही है सनी ओ, भाई, नहीं पता मुझे, मैं किसी की मुखालफत नहीं कर रहा, ट्राई टू अंडरस्टैंड सनी भाई। थोड़ा सा स्लो जाए। नहीं, मैं थोड़ा सा नहीं साहब लेना, मैंने आपको बता रहा हूँ कि ये जो सवाल अगर किसी गैर मुस्लिम ने पूछा था हाँ, तो हाँ। लामा साहब उसको अच्छे तरीके से एड्रेस कर देते हैं, इंस्टेड ऑफ के तो ये लामा साहब ने अच्छा ये तरीके से example जो नहीं दी किया है। तो इन्होंने किस तरीके से किया, नहीं इन्होंने क्या कहा? देखें हाँ। देखें जो इन्होंने आंसर किया है 365 दिन औरत अवेलेबल नहीं होती, ठीक है। नहीं सनी भाई आप ठहरे नहीं, मैं ठहरना नहीं सनी भाई, दरमियान में टोकवे ना चलो। नंबर ठहरना नहीं। और इनसे क्या, इनसे गैर मुस्लिम ने क्या सवाल पूछा था और इन्होंने क्या जवाब दिया, दोनों बातें दोहरा दें जरा जी। मैं ये सुन खुद रहा ही हूँ। दोहराते हैं, ये खुद हैं? ही दोहराते हैं। मैं तो नहीं, ये वो खुद ही नहीं दोहराते दोहराते, हैं। खुद नहीं दोहराते। आप दोहराएं, मैं उनसे पूछ लेता हूँ कि आपने यही जवाब दिया था या नहीं दिया था। वो बैठे सुन रहे हैं, बताएं आप जी, बताएं आपने सुना था या आपने किसी से सुना है ये बात? इन्हीं से सुना था, इन्हीं से। अच्छा, अपनी ब्राड में ये बता रहे थे। नहीं, इन्होंने इनसे किसी गैर मुस्लिम ने सवाल पूछा था हाँ जी। और ये उसका जवाब दे रहे थे, तो क्या जवाब दे रहे थे वो सुनाएं आप। सनी भाई अगर आप वर्ड टू वर्ड अगर मुझे कहें तो मैं तो यार खुलासा आपको मैं एक- ये नहीं कह रहा, मैं ये नहीं, हाँ। आपकी बात सनी भाई आप मुझे पकड़ना चाह रहे हैं, यू आर वेरी मैं स्मार्ट। मैं इस तरह के मैंने आपको एक अच्छी तरीके से दलील देने की कोशिश की है कि आप इसको अच्छे तरीके से भी एड्रेस कर सकते हैं। जरूरी नहीं होता कि आप कंट्रोवर्सी बने। मैं ये नहीं कह रहा आपको सनी कि भाई आप प्लीज उसकी- प्लीज सनी भाई मेरी बात सुने। प्लीज, मेरा प्लीज, जो क्वेश्चन, ओ, मेरा प्लीज। जो यहाँ पे argument हुसैनी है साहब आपसे कि मुअय्यन इसको- सवाल पूछ रहे हैं। यार सनी मेरी भाई, भी तो बात सुनने सबर साइड साहब, और आपने गौर करना है मेरे लफ्जों में कोई बदगोई हो, बदकलामी हो, कोई गाली हो, गुस्सा हो, ऊंची आवाज हो, तो वो मैं सबकी माफी मांगूंगा। मैं ये अर्ज कर रहा हूँ कि आपने बड़ी अच्छी बात की है, मैं आपको अप्रिशिएट करता हूँ कि आप उस मजलिस में बैठे हुए थे जिसमें इनसे सवाल हुआ था, इन्होंने जवाब दिया, वो आपने मैं सुना। नहीं बैठा था, मैं नहीं बैठा था। अच्छा, आप नहीं थे। मुझे तीन दिन पहले आप ये ठीक कह अपनी रहे ब्राड पे हैं, आप ठीक कह रहे हैं, मुझे दो गलती तीन लगी। दिन पहले ही अपनी ब्राड आप पे ये ठीक खुद कह रहे थे आप, ओ भाई मुझे कि गलती मैं तो अपनी किसी गैर और मुस्लिम को मुझे जवाब अपनी दे रहा गलती तो था। मानने दे भाई। मैं नहीं, ये गलती नहीं है, नहीं, मैंने मेरी आपको बताया कि मैं गलती से ये समझ गया था हाँ हाँ कि ये जब जवाब दे रहे थे तो सवाल का, तो आप वहाँ मौजूद थे, आपने कहा मैं मौजूद नहीं था, आपने किसी और से सुना है, ये बात है, यही नहीं, बात नहीं, है। इनसे सुना है। अच्छा, ये जवाब तो फिर आ ये जाए ना वापस, दो फिर वापस आ जाए, पहले ये फिर वापस आ खुद जाए। ब्राड पे बैठ के ये जवाब दे तो रहे थे गैर मुस्लिम ने किसी इनसे जवाब नहीं किया गैर था। मुस्लिम का नहीं, ये हाँ। इसी जवाब का और मैं इसी ये जवाब- यार किसी सनी बात भाई, को तो मेरी सुन लेंगे कि किसी नहीं? बात आपको को तो बात ही वादे क्लियर करो। नहीं है। ठहरे आपको बात ही क्लियर नहीं है ठहरे ये कह रहे थे, इन्होंने बताया था ये वही मौका था कि ये उस वक्त बोली इन्होंने उस पहले वक्त बात इन्होंने मेरी कहा सुन ले, था, और वो पहले ये कह रहे मेरी थे। बात सुन ले, सुने, पहले मेरी आप बात पता सुन ले, क्या आपको बता रहे बात हैं ही मुझे? क्लियर नहीं है। आप मुझे जो बात बता रहे हैं वो इस तरह सुने। ये कह रहे थे और इन्होंने कहा था ये वही मौका था, और उन्होंने उस वक्त कहा, और ये उसके मतलब जो बता रहे थे उसके मतलब वो जो बात थी उन्होंने ये कहा, और फिर इन्होंने ये कहा, और जो इन्होंने कहा वो ये कह रहे थे और इन्होंने ये कहा था। ये इस कहानी जो से- इस सनी कहानी भाई से- आप बात को आप मुझे पता है कि आप ये बात सुनना नहीं चाहते। सबर साइड साहब आपकी बात सुन सनी रहा भाई हूं, बात मेरी बात दफा- पता क्या है, मेरी एक मिनट बात सुन लें, मेरी एक मिनट बात सुन लें, एक सेकंड बात सुन लेना प्लीज। मेरी आपकी कोई मैं म्यूट लगाने लगा हूं, लगा ले म्यूट। सनी भाई मैं यकीन बने कि इस तरह के जो एलिगेशन होते हैं ना, मैं इसको कभी इंटरटेनमेंट नहीं करता, और मैं आपको ये गारंटी से कहता हूँ, ना अहमदियों की तरफ से ना गैर अहमदियों की तरफ से कोई बंदा नबी पाक सल्लल्लाहु अलैहि वसल्लम की तौहीन करता था। कई दफ़ा बाय गुफ्तगू में से वर्ड निकल जाते हैं, ये मैं इस बात का 100% आपको ये बात कह सकता हूँ, ठीक है। और लोग जो लफ्ज़ फट जाते हैं उसकी वजह से पाकिस्तान में कितने सारे लोग जो हैं वो बिना हक जेलों में हैं, और वो बिल्कुल विदाउट किसी रीज़न के कोई उनके ऊपर कोई उन्होंने शातमियत नहीं की। मुझे लामा साहब के ऊपर भी ये बिल्कुल मामूली भी डाउट नहीं है कि इनका कोई पर्पस था या इनका कोई था। जज्बात खिताबत में कई दफ़ा इस तरह के वर्ड निकल जाते हैं। मेरा क्वेश्चन, मैं सिर्फ ये कह रहा हूँ कि कई दफ़ा को अगर कोई इस तरह का क्वेश्चन पूछे तो उसको इस तरह की एग्जांपल देने की बजाय मतलब अच्छे तरीके से भी एड्रेस किया जा सकता है। अब मैं म्यूट लगाता हूँ, अब आप बोल लें। जज़ाकल्लाह। मैं समझ गया हूँ कि आप दो मिसालें आपने दी हैं, एक अपने अखलाक फाजला की और अपने उम्दा तरीके ख़ताब की, कि जब आप किसी से कोई ऐसा एतराज़ सुने तो आप नहायत उम्दगी से
جس میں کوئی شاطمیت کا عنصر نہیں ہوتا، کوئی بے ادبی کی بات نہیں ہوتی، اور نہایت علمیت سے خوبصورت آپ جواب دیتے ہیں۔ لیکن علامہ صاحب کو چونکہ جواب دینا نہیں آتا تو ان سے کوئی ایسی غلطیاں سرزد ہوئی ہیں جو ان کو بھی بہتر چاہیے یہ تھا کہ آپ کی نقل کرتے اور اسی طریقے سے اچھا جواب دیتے۔ بات آپ کی ٹھیک ہے، میں بھی آپ کا حامی ہوں۔ اب میری بیوقوفی تھی کہ میں خام خواہ درمیان میں بول رہا تھا، میں سمجھ گیا ہوں آپ کی بات۔ جی جی، آئندہ جب کوئی سوال کا جواب دینا ہو تو صبر سائڈ سے پہلے پوچھیں کہ ہم کا اس کا کیا انکل ایک جواب ہے۔ سیکنڈ، اگر بندے کے منہ سے اگر غلطی سے کوئی نکل جائے تو اس کو ایڈمٹ کر لینے میں کوئی بری بات نہیں ہوتی۔ اگر بندے کے میرے کو کتابیں جوزِ خطابت میں یہ ورڈ نکل گئے ہیں تو میں اس کے اوپر معذرت خواہ ہوں، تو اس میں کوئی بڑی بات اچھا نہیں ہے۔ صبر سائڈ، تم معذرت خواہ، تمہارے جوش خرابت سے جو منہ سے باتیں نکلی تھی اس کے لیے معذرت خواہ۔ میں نے کبھی نہیں نکالی ہے، میرا کوئی ایک تم ورڈ نہیں ہمیشہ ہے۔ تم تو اپنے پھر معذرت کیوں نکالتے کر ہو۔ رہے ہیں آپ؟ معذرت کی کیا ضرورت ہے آپ کو؟ جب آپ میں نے کبھی نہیں کیا، تم معذرت کر لو نا کہ تم سے نکلی ہیں منہ سے، تو کبھی بھی نہیں معذرت کر لو۔ نکلی۔ میں تم کہتا سے ہوں کہ ہمیشہ کبھی نہیں نکلی ہیں، کبھی نہیں۔ آج تم معذرت کر لو تو تمہاری کوئی عزت کم سیانی ہو صاحب جائے کو پوچھ لیں، کوئی بھی بات غلط ہو میں بھی کرتا ہوں۔ گی۔ ساری باتیں تم غلط کرتے ہو، معذرت تم کرتے نہیں 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 پھر تو دیکھا نا، تم نہیں کر رہے ہو آگے سے، تم مان نہیں رہے، تمہیں بتا رہے ہیں کہ تم غلط باتیں تم نے کی ہیں، تم نے گستاخیاں کی ہیں، تم معذرت کر لو۔ تم کر رہے ہو معذرت، تم ہنس رہے ہو آگے سے۔ آپ میرے انکل ہیں، آپ تم مجھے آگے سے پتا ہنس آپ رہے کیا ہو، کہنا چاہ رہے ہیں۔ یعنی تم معذرت کرنے کے بجائے ہنس رہے ہو آگے سے۔ آپ میرے تو انکل، مجھے دوسرے کو پتا آپ کیا کہتے کہنا ہو چاہ رہے ہیں کہ جو تم خیال کرتے ہو کہ یہ غلط بات نکلی ہے وہ معذرت کرے، اور تمہیں میں کہہ رہا ہوں تم معذرت کرو کہ تم ہمیشہ غلط باتیں کرتے ہو۔ چوہان صاحب تم ہنس رہے ہو آگے۔ آپ میرے انکل ہیں، آپ جو مرضی ایک کہہ منٹ سکتے ہون ہیں۔ صبر صاحب میں نے چوہان صاحب نہ طرح گل کرنا۔ چوہان صاحب کسی آدمی نو کسی ایسی گل دا گواہ بننا چاہیے جس گل چ موقع تے موجود نہ ہوئے، انہیں خود نہ سنیا ہوئے، انہوں اس واقعے دے وقت اس علاقے چ موجود نہ ہوئے، او دا گواہ ہرگز بننا نہیں، چاہیے، ہرگز نہیں، اینی گواہ بننا چاہیے او دا؟ بالکل نہیں بننا چاہیے، کیونکہ وہ اینی گواہ ہے ہی نہیں۔ ہے ہی نہیں۔ اگر وہ بنے گا تو کی ہوئے گا؟ وہ کی کر رہا ہوئے گا؟ ظاہر وہ افطرا کر رہا ہے، جھوٹی گواہی دے افطرا رہا کر ہے۔ رہا ہے یا بیوقوفی دا عنصر ہے، انہوں اتنا ہی پتہ نہیں کہ میں اتنے موجود نہیں ہے، میں کیوں گواہی دیاں؟ وہ تھوڑی دیر واسطے چپ بھی تو رہ سکتا ہے، اپنے آپ نو یہ کہہ سکتا ہے بالکل کہ بھائی جان بالکل، تھوڑی دیر واسطے چپ ہو جاؤ۔ ہاں، یہ کر سکتا ہے یا نہیں کر سکتا؟ بالکل انسان اپنے بالکل، آپ نو کہہ سکتا ہے نا کہ بھائی تو اتنے موجود نہیں ہے تو تو گواہ نہ بن۔ ہاں بالکل یہ گل اپنے آپ نو کہی جا سکتی ہے؟ بالکل کہی جا سکتی ہے، اور یہی انصاف دا تقاضا ہے کہ آدمی کہے بھی میرے چونکہ علم چ نہیں ہے گل، اس لیے میں ادھے وچ نہیں بولاں گا، یہ کہنا چاہیے۔ یعنی سنی سنائی کر کے اگلے تو الزام لگائے جاتے یہ انہوں نے کہا، ان کو ایسا نہیں کرنا چاہیے تھا، ان کو معذرت کرنی چاہیے۔ بھیا میں صبر سائڈ کو کہہ رہا ہوں بھی جو تم بات کرتے ہو گستاخانہ ہوتی ہے، معذرت کرو تم۔ وہ ہنس رہا ہے آگے سے، یعنی وہ میری بات کو مان نہیں رہا کہ اس کے خیال میں اس کو معذرت نہیں کرنی چاہیے۔ دوسرے سے کیسے آدمی ایکسپیکٹ کر سکتا ہے کہ میرے خیال میں اس نے کوئی بات کی ہے اور وہ معذرت کرے؟ یہ عجیب یہ پیمانہ ہے۔ ایسا شوق ہے دوسرے دے خلاف گواہی دین دا اور انہوں برا بھلا کہن دا کہ وہ دے سوا آزما ہی نہیں ٹھیک رہندا۔ بالکل بالکل، یعنی جیڑی علمی گفتگو اسی کر رہے تھے وہ ہر وقت ایس چکر چ پی جاندی ہے ہاں جی، کہ اگلے تے الزام کسی طریقے لاؤ، عامر نذیر نو کسی طریقے نال اسی بے عزت کر کے ٹھنڈ پائیے، حالانکہ عامر نذیر کی جرم ہے اودا؟ یعنی ہر وقت میں انہوں سننا ہے، وہ بالکل مرزا صاحب دے خلاف ہے، انہوں نے سچا نہیں سمجھتا، لیکن کیا انہوں حق نہیں ہے اپنے خیال رکھن دا؟ لکم دینوں کو والیہ دین، اللہ تعالیٰ نے حق دیتا ہے۔ وہ مرزا صاحب نو سچا نہیں سمجھتا اور وہ اظہار بھی کرتا ہے تو وہ حق ہے، بے شک۔ تو ایدے جرم کتوں ہو گیا آ گیا کہ اسی سارے کام چھڈ کے عامر نذیر دے پیچھے پی جائیے انہوں ٹان تھلے ٹان واسطے؟ یعنی یہ کوئی عقل نہیں؟ گفتگو وچ اوور لیپنگ شروع ہو جائے نا، ہن میں انہاں نال صبر سائید صاحب دے نال گفتگو کرنا چاہتا ہے، لیکن انج ہو رہا ہے کہ وہ کہندے میں پہلے کرنی، میں کہنا میں پہلے کرنی، انہوں نے کہا میں پہلے کرنی۔ یہ جڑی کیفیت پیدا ہو جاندی ہے، یہ دا مطلب یہ ہوتا ہے کہ کسی جگہ کچھ کمی ہے، تو میری بیوقوفی یہ مینوں سمجھا رہے تو میں اپنی بیوقوفی دی وجہ نال انہاں دے نال زبردستی کری جا رہا ہے۔ بعد وچ مینوں احساس ہویا تو میں اپنے تے لعنت ملامت کیتی ہے، میں کتنی بیوقوف
ਬਿਲਕੁਲ। ਹਾਂ ਦੇਖੋ ਨਾ ਤੁਸੀਂ ਕਿਹਾ ਕਿ ਹਾਂ ਠੀਕ ਹੈ ਵੀ ਮੈਂ ਚੁੱਪ ਕਰ ਜਾਣਾ, ਤੂੰ ਬੋਲ ਲੈ। ਜੀ ਉਹ ਅੱਛੀ ਗੱਲ ਹੈ। ਇਹਦਾ ਬੜਾ ਅੱਛਾ ਹੱਲ ਕੱਢਿਆ ਤੁਸੀਂ। सैनी साहब जी जी आपने मेरी ना करैक्टर असैसिनेशन की है, हैं अच्छा ठीक है। चलो। अच्छा जी मैंने आपने कहा कि आप क्यों हिस्सा बन रहे हैं जब तक आपने बात सुनी नहीं है। जी जी मैंने कहा कि जी मैंने इनसे ये बात सुनी थी जी कि मैंने ये वो जो जवाब दिया है वो मैं एक गैर मुस्लिम को ये जवाब दे रहा था, या ठीक है। या ये बात मैं इनसे सुनी है, उसके ऊपर मैंने ये बात की है या कि अगर गैर मुस्लिम भी इस तरह का क्वेश्चन पूछे या तो उसको कोई और तरीके अच्छे तरीके से जवाब दिया जा सकता है, या ठीक है। बिल्कुल, बिल्कुल। ये बात मैंने इनके मुंह से सुनी है, ये बराड़ के ऊपर अपने ये बात कर रहे थे। या मेरा जो बात की थी कि अगर कोई इस तरह का क्वेश्चन पूछे तो उसको ये एग्जांपल देने की क्या जरूरत है। या और आपने कहा है कि आप गवाह नहीं थे, आप वहाँ पे मैंने नहीं तो आपके थे। मुतालिक नहीं कहा, मैंने तो आपका नाम नहीं लिया। अभी आपने कहा था नहीं नहीं भाई। मैंने नहीं। क्यों जी चौहान साहब गुआ नहीं, मैं इन्होंने ये नाले सबर साइड से आपने कहा था कि मैं वहां मौजूद नहीं था, बल्कि मैंने नहीं नहीं ये मैंने वो जो अल्फाज बात सुने। कही है कि कोई जी आदमी अगर मौजूद ना हो, कोई आदमी हाँ, कोई आदमी, दुनिया हाँ में वो वाकया उसके मुतालिक सुनी आपने की। अगर समय सट्टे में कोई वाकया हो हाँ या जलंधर में वाकया हो या पटना में हो और बंदा वहां मौजूद ना हो तो क्या उसे उसका गवाह बनना चाहिए? हाँ, ये जनरल बात आपने ये की जो है। मैंने बात की है इसका मतलब सबर साइड है बिल्कुल नहीं, हो सकते हैं इसका नहीं। नहीं, आप नहीं, अगली बात बिल्कुल ये कि इन्होंने दोबारा एक वाकया सुनाया, वो वाकया आपको पता नहीं समझ आई है जो इन्होंने बताई है अभी बात? मुझे नहीं समझ आई, वो बल्कि बात शुरू से ये आपने इन्होंने ये बताई पूछा है था। कि जो उन्होंने कहा हाँ, और वो बयान कर रहे थे और मैं सुन रहा था और उन्होंने उसका जो जवाब दिया हाँ, उसके जवाब में उन्होंने ये कहा और उसका जवाब ये होना चाहिए और मैंने जब जवाब दिया और मैं ये समझता हूँ कि इस तरह का जवाब होना चाहिए और उन्होंने वो जवाब इस तरह का जवाब नहीं देना चाहिए। हाँ। आप समझ आइए आपको चौहान साहब? कुछ ना समझे खुदा करे कुछ। सनी भाई हाँ जी आप लफ्जों को पर्पसली जो है ना मोड़ते हैं पर्पसली। ये सारा कसूर सैनी साहब का ही मैं है। आपको ये बात कह रहा हूँ कि 2-3 दिन पहले ये राणा साहब और दूसरे लोग आपस जी में जी आर्गुमेंट कर रहे थे, ठीक है। ठीक हो गया। अल्लामा बात पहले मुकम्मल सुन लें अब। जी जी मैं सुन रहा अल्लामा हूँ, साहब सुन रहा हूँ। अपनी कही हुई जो भी बात कही थी मुझे नहीं जी पता, जी जी उसके मतलब ये वजाहत दे रहे थे कि मैं गैर मुस्लिम ने मुझे सवाल पूछा, मैंने उसको उसके सवाल के जवाब में ये वाली बात कही, ठीक है। उसके बारे में मैंने आपको ये बात कही है कि अगर कोई गैर मुस्लिम सवाल आपसे ये वाला पूछता है, अक्सर ये गैर मुस्लिम ये सवाल पूछते हैं, तो मेरे ख्याल से इससे बेहतर जवाब और दिए जा सकते हैं। इस तरह की एग्जांपल मेरे ख्याल से, ठीक है, ज्यादा मुनासिब नहीं है। ये है मेरा सारा आर्गुमेंट। आगे आप कभी कह रहे हैं आप वहां पे थे, वहां पे नहीं थे, मैं तो ये सिर्फ तो मुझे ये बताएं, अब आपको जो मैंने किसी आपसे बात सुनी है उससे ये नतीजा निकलता है ना नतीजा ना निकालें, बस कि रहने दे आपने नतीजा ना जब कोई निकालें बात प्लीज सनी सुनाएंगे भाई, सनी भाई जब कोई प्लीज बात नतीजा ना सुनाएंगे निकालें। जब कोई बात सुनाएंगे तो लामाला उससे मैं समझाऊं या मेरे खोते दिमाग में कुछ भी नहीं पड़ा। मैंने ये समझा है कि एक तरीक़ेकार वो है खूबसूरत जो आपका अंदाज़े गुफ्तगू है, जो आसन भी है, खूबसूरत भी है और वो कलाम का एक हुसीन इम्तजाज है, और एक वो है जिसमें बात ही नहीं करनी आती उस तरह का, जिसमें ऐसे पहलू निकलते हैं जो अच्छे नहीं हैं, वो नहीं करना चाहिए। नहीं ये ये आप नहीं है। ओवरलैपिंग ना करें। ये नहीं ठीक। मैंने सिर्फ जी, जी। क्या नाम है ये कहा कि अगर कोई इस तरह का आर्गुमेंट आए तो उसको अच्छे तरीके से भी एड्रेस किया जा सकता है। हाँ, तो अच्छा तरीका सीखने के लिए सबर साइड के पास क्लासें लेनी पड़ेंगी, क्योंकि और तो किसी को पता नहीं है तरीका, जी, जी। वो आपको पता ओहो। है, आप यही कह रहे ठीक हैं। है। समझ लो फिर ठीक है गल यार। मैं तो बड़ी कोशिश की है लेकिन मैं ਉਹਦੇ ਚ ਕੁਝ ਵੀ ਨਹੀਂ ਸਮਝ ਸਕਿਆ। ਮੈਂ ਕਹਿੰਦਾ ਹੁਸੈਨੀ ਸਾਹਿਬ ਇਹ ਬੰਦੇ ਨੂੰ ਅੱਧਾ ਘੰਟਾ ਹੋ ਗਿਆ ਇਸ ਟੌਪਿਕ ਤੇ ਗੱਲ ਕਰਦੇ ਆ, ਜੀ 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 ਲੇਕਿਨ ਇਹਨੂੰ ਇਹ ਨਹੀਂ ਪਤਾ ਕਿ ਸਵਾਲ ਹੋਇਆ ਕਿਹਦੇ ਬਾਰੇ ਵਿੱਚ ਹੈ। ਐਗਜ਼ੈਕਟਲੀ ਗੱਲ ਜ਼ਿਆਦਾ ਫੁੱਸਾ ਔਰ ਜਿਹੜੀ ਫਸੀਹ ਕਲਾਮ ਹੁੰਦਾ ਉਹ ਹੁੰਦਾ ਹੈ ਜਿਹਦੇ ਵਿੱਚ ਫਾਇਲ ਵੀ ਹੋਵੇ, ਮਫੂਲ ਵੀ ਹੋਵੇ ਔਰ ਫੇਲ ਵੀ ਹੋਵੇ, ਕਿ ਕਿਹੜਾ ਮੌਕਾ ਆ
ਕੌਣ ਗੱਲ ਕਰ ਰਿਹਾ ਆ, ਕਿਹਦੇ ਮੁਤਲਕ ਗੱਲ ਕਰ ਰਿਹਾ ਔਰ ਕੀ ਗੱਲ ਹੋ ਰਹੀ। ਅਗਰ ਇਹ ਸਾਰੀਆਂ ਗੱਲਾਂ ਆ ਜਾਣ ਤਾਂ ਫਿਰ ਸਾਰਾ ਗੱਲ ਨੂੰ ਸਮਝਣੀ ਆਸਾਨ ਹੋ ਜਾਂਦੀ ਹੈ। ਤੇ ਜੇ ਨਾ ਪਤਾ ਲੱਗੇ ਫਾਇਲ ਕੌਣ ਹੈ, ਨਾ ਪਤਾ ਮਫੂਲ ਕੌਣ ਹੈ, ਨਾ ਪਤਾ ਲੱਗੇ ਫੇਲ ਕੀ ਹੈ, ਨਾ ਪਤਾ ਲੱਗੇ ਕਿ ਕਿਸ ਮੌਕੇ ਤੇ ਗੱਲ ਹੋਈ ਹੈ ਔਰ ਕਿਸ ਅੰਦਾਜ਼ ਵਿੱਚ ਕੀਤੀ, ਕਿ ਲਫ਼ਜ਼ ਪੇਸ਼ ਕੀਤੇ ਨੇ, ਤੇ ਉਹਦੇ ਤੋਂ ਕੀ ਸਮਝ ਸਕਦਾ ਆਦਮੀ? ਕੁਝ ਵੀ ਨਹੀਂ। ਉਹ ਨਾ ਪਤਾ ਕੁਝ ਵੀ ਨਹੀਂ, सिर्फ आमिर भाई जो 365 दिन जड़े आ वो एक साहब देखें जी, जी। पिछले 2 वीक से और उससे भी पहले भी जी ये जो बात है जी। ये जो अहमदी इनके मुखालिफिन हो या इनके अपने मुसलमान मुखालिफिन जी, हो, जी। ठीक है, जी आप इतने मासूम ना बने कि क्या नाम है, क्या बात हुई है। नहीं, मैं तो बिल्कुल आपको भी इतने नहीं, क्या, नहीं, मैं तो बिल्कुल मासूम है ही नहीं। मेरा मासूम ना बनो। मेरा मासूम होने का दावा है ही नहीं। एक मिनट सुनियो कह रहे हैं कि चौहान साहब सुनियो गल इन्हां दी मासूम होने का कोई बात कर रहा हूँ ना, कोई तो दावा नहीं। इसलिए बात ये है कि मेरा तो ये, मैं तो इस आर्गूमेंट में जाना चाहती, मैं तो हाँ, ये वो तो सनी साहब ने आर्गूमेंट लंबी की है। हाँ, मैंने तो ये कहा कि अगर इस तरह का कोई क्वेश्चन कम क्रॉस आता है तो उसको अच्छे तरीके से भी हाँ, जवाब दिया जा सकता हाँ, है। हाँ। ठीक है, वो अच्छा तरीका वही है जो आपने इख्तियार किया, जिस तरह आप देते वो रहते। इनके पास अच्छा तरीका है जवाब देने से पहले सबर साइड वो बंदे एक ने अच्छे तरीके से नहीं किया और एक ने अच्छे तरीके से दिया। अल्लाह ताला के फजल से अहमदियों के पास ही है। हाँ, हाँ वो जी, सब हाँ अहमदी दे सकते हैं, गैर अहमदी नहीं दे सकते। ठीक है। गैर अहमदी नहीं कर सकते हमारी क्योंकि जो है वेबसाइटों के ऊपर ये इस तरह के मिर्जा सवालों साहब के को जवाब हम देते हैं और अल्लाह के फजल से हम ही देते ये हैं। मिर्जा साहब का इनकार कर कभी चुके हैं, रूहानी शर्मिंदगी खजान से भागते हैं, हमारे सवालों इसलिए से इल्म कभी इनके पास शर्मिंदगी है। नहीं है जो मुसलमानों को होती। अभी हर वक्त शर्मिंदगी होती है, ये एमडी का हालत नाम होती है लो तुम ना, लोगों की। एमडी का नाम लो तो सबसे पहले लोगों के ज़हन में आता है पीसफुल कम्युनिटी। पीसफुल तो कोई नहीं है, हर वक्त गालियां निकालते हैं। अभी सुनाऊं मजीद गालियां सुनाऊं, अहमदियों की गालियां। अगर सिर्फ मुसलमान कहो तो राइट वे आपके दिमाग में आता है टेररिस्ट, ठीक है। अहमदी मुसलमान का नाम लो तो राइट नहीं, वे अहमदी मुसलमान कहें तो राइट वे कंजर खाना ज़हन में आता है, रबवा का राइट वे अहमदी राइट वे आता है जिसमें हर कोई लगा हुआ है। राइट वे ये मेरे ज़हन में आता है, जहाँ मुबशर भी लगा हुआ है और मैं भी कोई गल कर सकना लफंगा छोटी जी। खोता सारा भी लगा ना हुआ है। करो जी, तो मैं मादत खां मैं ਤੁਹਾਨੂੰ ਰੋਕ ਨਹੀਂ 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 ਤੁਸੀਂ ਬਿਹਤਰੀਨ ਗੱਲ ਕੀਤੀ, ਬਲਕਿ ਮੈਂ ਹੱਸਦਾ ਰਿਹਾ, ਮੈਂ ਮਿਊਟ ਕਰਕੇ ਤੁਹਾਡੀਆਂ ਗੱਲਾਂ ਸੁਣ ਕੇ। ਜੀ ਲੇਕਿਨ ਮੈਂ ਆਨਾ ਕਿ ਇੱਕ ਹੁੰਦਾ ਹੈ ਤਹਿਕੀਕੀ ਜਵਾਬ, ਜਾਂ ਨਕਲੀ ਜਵਾਬ, ਨਕਲਸ਼ੁਦਾ ਡਾਕੂਮੈਂਟਰੀ ਪ੍ਰੂਫ। ਜਾਂ ਇੱਕ ਹੁੰਦਾ ਹੈ ਇਲਜ਼ਾਮੀ ਜਵਾਬ। ਜਾਂ ਕਈ ਲੋਕ ਨੇ ਉਹਨਾਂ ਨੂੰ ਇਲਜ਼ਾਮੀ ਜਵਾਬ ਨਾਲ ਬਿਹਤਰ ਅਫਾਕਾ ਹੁੰਦਾ ਹੈ ਤੇ ਉਹਦੇ ਨਾਲ ਜਲਦੀ ਉਹ ਸੈਟੀਸਫਾਈ ਹੋ ਜਾਂਦੇ ਨੇ। ਜਾਂ ਹੁਣ ਦੇਖੋ ਨਾ, ਤੁਸੀਂ ਕਿੰਨਾ ਤਹਿਕੀਕੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਗੱਲ ਇਹ ਨਹੀਂ ਹੈ, ਗੱਲ ਇਹ ਨਹੀਂ ਹੈ, ਗੱਲ ਇਹ ਨਹੀਂ ਹੈ। ਜਾਂ ਐਵੇਂ ਤਹਿਕੀਕੀ ਜਵਾਬ ਕਿ ਉੱਥੇ ਇਹ ਗੱਲ ਮੌਜੂਦ ਹੀ ਨਹੀਂ, ਉੱਥੇ ਇਹ ਵਾਕਿਆ ਹੋਇਆ ਹੀ ਨਹੀਂ, ਜਾਂ ਲੇਕਿਨ ਬੰਦਾ ਮੁਤਮਿਨ ਨਹੀਂ ਪਿਆ ਹੁੰਦਾ। ਜਾਂ ਦੇਖੋ ਮੁਤਮਿਨ ਕਰਨ ਦਾ ਕੀ ਤਰੀਕਾ ਹੈ। ਸਬਰ ਸਾਈਡ ਸਾਹਿਬ ਜਦੋਂ ਮਿਰਜ਼ਾ ਸਾਹਿਬ ਨੂੰ ਫਤਿਹ ਮਸੀਹ ਨੇ ਸਵਾਲ ਪੁੱਛਿਆ ਨਾ ਨਬੀ ਪਾਕ अलैहिस्सलातु वस्सलाम ਦੇ ਬਾਰੇ, ਤੇ ਸਾਡੇ ਨਾਲ ਵੀ ਕਮ ਅਕਰਾਸ ਕਾਫੀ ਲੋਕ ਹੁੰਦੇ ਨੇ, ਜਿਸ ਤਰ੍ਹਾਂ ਕਿ ਤੁਸੀਂ ਆਡੀਓ ਸੁਣੀ ਹੈ, ਤੇ ਲੋਕੀ ਆ ਕੇ ਪੁੱਛਦੇ ਨੇ ਨਬੀ ਪਾਕ ਦੇ ਬਾਰੇ, ਇਤਰਾਜ਼ਾਤ ਕਰਦੇ ਨੇ। ਮੈਂ ਕਦੇ ਇਹੋ ਜੀ ਗੱਲ ਨਹੀਂ ਕੀਤੀ ਜਿਹੋ ਜੀਆਂ ਈਸਾ अलैहिस्सलाम ਨੂੰ ਮਿਰਜ਼ਾ ਸਾਹਿਬ ਨੇ ਜਵਾਬਨ ਗਾਲਾਂ ਕੱਢੀਆਂ ਨੇ ਨਾ, ਕਿ ਉਹ ਫਾਹਿਸ਼ਾ ਔਰਤ ਕੋਲੋਂ ਤੇਲ ਮਲਵਾਣਾ, ਉਹ ਜੀ ਅੰਜੀਰ ਦੇ ਦਰਖਤ ਵੱਲ ਦੌੜ ਲਾ ਦਿੱਤੀ, ਇਹ ਨਾ ਵੇਖਿਆ ਦਰਖਤ ਕਿਹਦਾ ਕਿਹਦਾ ਨਹੀਂ, ਸ਼ਹਿਵਤ ਨੇ ਜੁੰਬਸ਼ ਲਈ ਹੋਵੇ ਦੀ। ਮਤਲਬ ਇੱਕ ਨਬੀ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਨੇ ਈਸਾ अलैहिस्सलाम ਦੀ ਮਾਸੂਮ ਜ਼ਾਤ ਦੇ ਉੱਤੇ ਹਮਲੇ ਕੀਤੇ ਨੇ, ਸ਼ਰਾਬ ਦੇ ਤੇ ਉਹ ਬੁਰੀਆਂ ਔਰਤਾਂ ਵਾਲੇ, ਇਹ ਮੈਂ ਕਦੇ ਨਹੀਂ ਇਹੋ ਜਿਹੀ ਹਰਕਤ ਕੀਤੀ ਹੈ। ਮੈਨੂੰ ਬਹੁਤ ਬੁਰਾ ਲੱਗਦਾ। ਮੈਂ ਸਮਝਣਾ ਕਿ ਅੱਲਾ ਦੇ ਕਿਸੇ ਇੱਕ ਨਬੀ ਦੀ ਇੱਜ਼ਤ ਦਾ ਤੁਸੀਂ ਦਫਾ ਕੀ ਪੇ ਕਰਦੇ ਹੋ ਜੇ ਦੂਜੇ ਦੇ ਉੱਤੇ ਹਮਲਾ ਪੇ ਕਰਦੇ ਹੋ। ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਸੀਂ ਵੀ ਕੰਮ ਅਕਰਾਸ ਕਈ ਵਾਰੀ ਹੋਏ ਹਾਂ ਐਸੇ ਲੋਕਾਂ ਨਾਲ ਜਿਹੜੇ ਗੈਰ ਮੁਸਲਿਮ ਹੁੰਦੇ ਨੇ ਤੇ ਉਹ ਨਬੀ ਪਾਕ ਦੀ ਜ਼ਾਤ ਉੱਤੇ ਜਾਂ ਦੀਗਰ ਅੰਬੀਆ ਦੀ ਇਸਮਤ ਉੱਤੇ ਉਹ ਇਤਰਾਜ਼ਾਤ ਕਰਦੇ ਨੇ, ਲੇਕਿਨ ਅਸੀਂ ਕੀ ਕਰਨੇ ਆ, ਅਸੀਂ ਉਹਨਾਂ ਨੂੰ ਸਿਰਫ ਤਹਿਕੀਕੀ ਜਵਾਬ ਦਿੰਦੇ ਆ। ਉਹਨਾਂ ਦੇ ਜਵਾਬ 'ਚ ਅਸੀਂ ਸੱਚੇ ਨਬੀਆਂ ਦੇ ਉੱਤੇ ਇਲਜ਼ਾਮਾਤ ਨਹੀਂ ਲਾਉਂਦੇ। ਵੇਖੋ ਨਾ, ਲੇਕਿਨ ਬੜਾ ਅਫਸੋਸ ਲੱਗਿਆ ਮੈਨੂੰ, ਫਤਿਹ ਮਸੀਹ ਦੇ ਸਵਾਲ ਪੜ੍ਹੇ ਨੇ, ਨੂਰੁਲ ਕੁਰਾਨ ਹਿੱਸਾ 2 ਸਫਾ 444 ਹਿੱਸਾ ਉਹ ਸਵਾਲ ਨੰਬਰ 5, ਉਹ ਕਦੇ ਪੜ੍ਹੋ ਨਾ ਤੁਸੀਂ, ਤੁਹਾਨੂੰ ਪਤਾ ਲੱਗੇਗਾ ਕਿ ਸਹੀ ਮੁਸਲਿਮ ਦੀ ਇੱਕ ਹਦੀਸ ਦੇ ਉੱਤੇ ਫਤਿਹ ਮਸੀਹ ਨੇ ਇਤਰਾਜ਼ ਕੀਤਾ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇਖੋ ਜੀ ਬਾਹਰ ਗਏ ਤੇ ਇੱਕ ਔਰਤ ਦੇਖੀ ਤੇ ਆ ਕੇ ਆਪਣੀ ਜ਼ੌਜਾ ਨਾਲ ਅੰਬਿਸਤਰੀ ਕੀਤੀ ਤੇ ਦੇਖੋ ਜੀ ਕੋਈ ਗੱਲ ਕਰਨਾ, ਇਹ ਉਹਨੇ ਇਤਰਾਜ਼ ਕੀਤਾ। ਮਿਰਜ਼ਾ ਸਾਹਿਬ ਨੇ 2 ਸਫੇ ਦੀ ਉਹਦੀ ਤਵੀਲ ਕੀਤੀ ਹੈ। ਉਹ ਸਫੇ ਜਿਹੜੇ ਨੇ
444 ਤੋਂ ਲੈ ਕੇ 444 ਤੇ ਅੱਗੋਂ 3 ਸਫੇ ਈਸਾ ਅਲੈਹਿਸਲਾਮ ਨੂੰ ਗਾਲਾਂ ਕੱਢੀਆਂ ਨੇ। ਕਿੰਨੀ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਬਰ ਸਾਹਿਬ ਸਰ। उम्मीद है कि सेहत नाल थोड़ी तबीयत बेहतर हो जाएगी। अब रसालों के नाम ले जाना, अब ये रसाले पढ़ना, ठीक है। उसके बाद देखना कि मिर्ज़ा साहब ने क्या जवाब दिए हैं और वो रसालों में क्या क्या उन्होंने जो है वो, मैं तो अंदाज से देता है मिर्ज़ा साहब ने की जवाब देते ने। मैं आपको रसाले बताता हूँ और बताता हूँ कि क्या क्या उन्होंने किया। और भाई उन्होंने जो कुछ किया, ओहो उन्होंने जो कुछ भी किया मैं उन्होंने को ओ भाई मैं उन्होंने मैंने बर्दाश्त किया। ओ सुनते लो, ओ सुनते लो सर, देखें ओ सुनते लो, बर्दाश्त कर ले। नहीं बर्दाश्त नहीं है आप। ओ हेलो आप सीधा सबर साहब सबर साहब मेरी गल तो सुनो ना, मेरी गल सुनो। कुछ नहीं होने लगा मिर्ज़ा साहब नु। मिर्ज़ा साहब इंज मेरी गल सुनो, मिर्ज़ा साहब इंज एक मुलहद दे इतराज दा जवाब दिता जिस तरह मैं जवाब दिते ने। मिर्ज़ा साहब ये जवाब दिते ना, लेकिन जवाब विच मिर्ज़ा साहब ने ईसा अलैहिस्सलाम की जात उते वो जोन सा भी अहमदी सूर के बच्चे के साथ बात करता ना, वो खुद ही स्टूपिड है। इसने परसों हुजूर के फोटो के ऊपर सूर लगाया, अपनी फोटो लगाई हुई थी। इस कंजर के साथ कोई ना बात करे, सैनी साहब के साथ एंजॉय करो जिसने करना है, लेकिन इसको जो हुजूर की फोटो के ऊपर अपनी फोटो लगाता है, कमीना इंसान है। ये सबर साइड को गालियां निकाल रहा है ये मिर्ज़ा। सबर साइड तुमने ये क्या अमर नजीर सबर साइड तुम्हें शर्म आनी चाहिए, तुमने ये क्या हरकत की है, फोटो तुम्हें गालियां निकाल रहा है। फोटो क्यों लगाता है सूर के साथ है, इसको इसके साथ बात करनी चाहिए। सबर साइड तुमने कौन सी फोटो लगाई थी? सबर साइड सूर का बच्चा वैसे बड़ी ਗੱਲ ਐਨੀਵੇ ਹੁਸੈਨੀ ਸਾਹਿਬ ਜਿਹੜਾ ਬੰਦਾ ਸਾਡੇ ਖਲੀਫਾ ਵਕਤ ਤੇ ਫੋਟੋ ਦੇ ਉੱਤੇ ਸੂਰ ਦਾ ਫੋਟੋ ਲਾਉਂਦਾ ਹੈ, ਸਾਨੂੰ ਉਹਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ। ਸਾਨੂੰ ਇੰਨੀ ਗੈਰਤ ਹੋਣੀ ਚਾਹੀਦੀ ਹੈ ਹੁਸੈਨੀ ਸਾਹਿਬ ਕਿ ਉਸ ਬੰਦੇ ਦੇ ਨਾਲ ਸਾਡਾ ਕੋਈ ਗੱਲ ਕਰਨ ਦਾ ਕੋਈ ਲੋੜ ਨਹੀਂ ਹੈ, सूर ਠੀਕ ਹੈ ਨਾ। सबर साइड ਨੂੰ बगैरत कह रहे ਆਪੀ ਆਮਰ ਤੂੰ ਯਾਰ ਤਾਰਕ ਤੂੰ ਤਾਂ ਲਾਨਤੀ ਇਨਸਾਨ ਪਹਿਲੇ ਹੀ ਹੈ, ਠੀਕ ਹੈ ਨਾ। ਪਰ ਹੁਸੈਨੀ ਸਾਹਿਬ ਜਿਹੜਾ ਐਮਤੀ ਇਹਦੇ ਨਾਲ ਗੱਲ ਕਰੇ ਉਹਨੂੰ ਹੋਰ ਕਿਹੜੇ ਕਿਹੜੇ ਲਾਨਤੀ ਨੇ ਇਹ ਵੀ ਦੱਸ ਦੇ ਮਰਦਾਈ। ਠੀਕ ਹੈ ਮਿਰਜ਼ਾ ਮਸਰੂਰ ਤੇ ਲਾਨਤ ਪਾ ਕੇ ਜਾਈ। ਹਾਂ ਠੀਕ ਹੈ। ਸੂਰਾਂ ਦਾ ਸੂਰ ਮਿਰਜ਼ਾ ਮਸਰੂਰ ਮਫਰੂਰ। ਅੱਛਾ ਮਿਰਜ਼ਾ ਸਾਹਿਬ ਨੇ ਇਲਜ਼ਾਮੀ ਜਵਾਬ ਜਿਹੜਾ ਦਿੱਤਾ ਹੈ, एक सेकंड तारक साहब, एक सेकंड सानी साहब ਜਿਹੜੇ ਦੋਸਤ ਆਏ ਨਾ ਨॉलेज ਐਂਡ चलो रहने दो पावर सानी भाई रहने दो प्लीज। जी जी ਕਿਸੇ ਨੇ सानी भाई एक पेज पढ़ना और एक मिनट ठहर जा यार, सबर साइड हुसैनी साहब को बोलन दे। चले गए वो चले गए, छोड़ो। एक मिनट ठहरो, उनको बोलने दे वो क्या कह रहे हैं। सानी साहब हुसैनी साहब आप बोले। ਨॉलेज ਐਂਡ ਪਾਵਰ ਸਾਹਿਬ ਜਿਹੜੇ ਤਸ਼ਰੀਫ ਲਿਆਏ ਨਾ, जी जी ਉਹ ਜਦੋਂ ਵੀ ਆਵਣ ਤੇ ਉਹਨਾਂ ਦੀ ਗੱਲ ਸੁਣ ਲਿਆ ਕਰੋ ਤੇ ਉਹਨਾਂ ਨੂੰ ਜਵਾਬ ਦੇਣੀ ਜਲਦੀ ਨਾ ਕਰਿਆ ਕਰੋ। ठीक है। ਉਹਦੇ 'ਚ ਜਦੋਂ ਵੀ ਆਮਦਨ ਮੈਨੂੰ ਅੱਛਾ ਲੱਗਾ ਰਹਿੰਦਾ, ਤੜਕਾ ਲੱਗਾ ਰਹਿੰਦਾ। ਉਹ ਇਹ ਹੈ ਕਿ ਜਹਾਂ में अहले ईमान सूरत खुर्शीद जीते हैं, इधर डूबे उधर निकले, उधर डूबे उधर डूबे उधर निकले। ਉਹ ਕਿਸੇ ਵਕਤ ਵੀ ਡੁੱਬ ਸਕਦੇ ਨੇ। ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਉਹ ਉਹਨਾਂ ਦੇ ਜਿਤਨੀ ਦੇਰ ਉਹ ਨਿਕਲੇ ਨੇ ਉਹਨਾਂ ਦੀ ਗੱਲ ਸੁਣ ਲਈਏ। हाँ तसल्ली नाल लोग गाला काट लेन ते ठंड पा लेन, क्योंकि हजरत मिर्जा मसूद साहब दे पैरोकार ने ना ऐसे। सानी साहब ਹੁਣ ਦੇਖੋ ਮਿਰਜ਼ਾ ਸਾਹਿਬ ਜਿਹੜੇ ਨੇ ਉਹ ਕਹਿ ਰਹੇ ਨੇ कि मसलन अगर एक नबी बशिद्दत भूखा हो, राह में वो बाज़ दरख्त फलों से लदे हुए पाए, तो ये तो हम तस्लीम करते हैं कि वो बगैर इजाज़त मालिक फलों की तरफ हाथ लंबा नहीं करेगा और ना दिल में उन फलों के तोड़ने के लिए अजीमत करेगा। लेकिन ये ख्याल उसको आ सकता है कि अगर ये फल मेरी मिल्क में होते तो मैं इनको खा सकता, और ये ख्याल कमाल के मुनाफी नहीं। आपको याद होगा कि आपके खुदा साहब यानी वो हजरत ईसा के मतलब कह रहे हैं, यसुल मसीह, यसू मसीह थोड़ी सी भूख के अजाब पर सब्र न कर सके क्योंकि इंजीर के दरख्त की तरफ दौड़े गए। क्या आप साबित कर सकते हैं कि ये दरख्त उनका या उनके वालिद साहब की मिल्क में था? ये बस जो शख्स बेगाना दरख्त को देखकर अपने नफ्स पर गालिब ना आ सका और पेट को भेंट चढ़ाने के लिए उसकी तरफ दौड़ा गया, वो खुदा तो क्या बल्कि बकौल आपके फर्द अकमल भी नहीं। तो मिर्ज़ा साहब ने ये यहाँ पे इल्ज़ामी जवाब दिया है। अच्छा और फिर वो एक और पेज पढ़ना प्लीज एक मिनट ठहरे जरा, मैं ये तो पढ़ लूं। सारा पढ़ के हाँ जी। अलगरज किसी के दिल में यार सबर साइड सबर कर ले, मसीह मौत की अगर पढ़ा जा रहा है वो तो बर्दाश्त करें। इसलिए मैं कह रहा हूँ कि पहले आप वो पढ़ेंगे, मसीह तो मौत फिर का आपको कलाम पता है, चलेगी सुनो ना। चुप करके। अलगरज किसी के दिल में ये ख्याल गुजरना कि ये चीज़ खूबसूरत है,
یہ ایک علیحدہ امر ہے جس کو خدا نے آنکھیں دی ہیں. جیسے وہ کانٹے اور پھول میں فرق کر سکتا ہے، ایسا ہی وہ خوبصورت اور بدصورت میں فرق کر سکتا ہے. آپ کے خدا صاحب کو شاید یہ قوت ممیزہ فطرت سے نہیں ملی ہوگی، مگر پیٹ کی شہوت کے لیے تو انجیر کے درخت کی طرف دوڑے، یہ بھی نہ سوچا کہ یہ کس کا انجیر ہے. تعجب ہے کہ ایک شرابی اور کھاؤ پیو کو شہوت پرست نہ کہا جائے، اور وہ پاک ذات جس کی زندگی ہے، جس کا ہر ایک فعل خدا کے لیے تھا، اس کا نام اس زمانہ کے پلید تباہ شہوت پرست رکھیں. عجیب طریقے کا زمانہ ہے. اسلام کی اعلیٰ تعلیم کا یہ نمونہ ہے کہ قصداً کسی اور کی طرف نظر اٹھا کر نہ دیکھو، یہ بد نظری کا پیش خیمہ ہے. اور اگر اتفاقاً کسی خوبصورت عورت پر نظر پڑے، خوبصورت معلوم ہو، تو اپنی عورت سے صحبت کر کے اس کو خیال کو ٹال دو. خوب یاد رکھو کہ یہ تعلیم حیضہ اور اس سے بچنے کے لیے حفظ ما تقدم کے طور پر کوئی بھی دوا استعمال کر سکتے ہیں. لیکن یسوع کے متعلق یہ ہے کہ ایک زانیہ عورت کو یہ موقع دیتا کہ وہ عین جوانی اور حسن کی حالت میں ننگے سر اس سے مل کر بیٹھتی اور نہایت ناز اور نخرہ سے اس کے پاؤں پر اپنے بال ملتی اور حرام کاری کے عطر سے اس کے سر پر مالش کرتی. اگر یسوع کا دل بد خیالات سے پاک ہوتا تو وہ ایک قصبی عورت کو نزدیک آنے سے ضرور منع کرتا. مگر ایسے لوگ جن کو حرام کار عورتوں کے چھونے سے مزہ آتا ہے، وہ ایسے نفسانی موقع پر کسی ناصح کی نصیحت بھی نہیں سنا کرتے. دیکھو، یسوع کو ایک غیرت مند بزرگ نے نصیحت کے ارادہ سے روکنا چاہا کہ ایسی حرکت کرنا مناسب نہیں، مگر یسوع نے اس کے چہرہ کی ترش روئی سے سمجھ لیا کہ میری اس حرکت سے یہ شخص بیزار ہے، تو رندوں کی طرح اعتراض کو باتوں میں ٹال دیا اور دعویٰ کیا کہ یہ کنجری بڑی اخلاص مند ہے، ایسا اخلاص تو تجھ میں بھی نہیں پایا. سبحان اللہ! یہ کیا عمدہ جواب ہے کہ یسوع صاحب ایک زناکار عورت کی تعریف کر رہے ہیں کہ بڑی نیک بخت ہے. دعویٰ خدائی کا اور کام ایسے. بھلا جو شخص ہر وقت شراب سے سرمست رہتا ہے اور کنجریوں سے میل جول رکھتا ہے اور کھانے پینے میں ایسا اول نمبر کا کہ جو لوگوں میں اس کا نام ہی کھاؤ پیو پڑ گیا ہے. حسینی صاحب السلام علیکم رحمۃ اللہ. یہ اگے تو کافی پڑ گیا ہے کہ یہ کھاؤ پیو ہے. نذیر صاحب ਇਹਦਾ ਲੈਕਚਰ ਅਸੀਂ ਥੋੜਾ ਸੁਣਨਾ ਹੈ حسینی صاحب مرزا صاحب کا کلام پہ سن دے. حضرت مسیح موعود علیہ السلام کی میں پڑھ رہا ہوں. ਸੈਨ ਸਾਹਿਬ مرزا صاحب ਦਾ ਕਲਾਮ ਹੈ. ਨਹੀਂ ਮਿਰਜ਼ਾ ਸਾਹਿਬ ਦੇ ਕਲਾਮ ਸਾਨੂੰ ਅਟਵਾਲ ਸਾਹਿਬ ਇੱਕ ਪੜ੍ਹਾਂਗੇ ਸੈਕਿੰਡ, ਨਾ ਇੱਕ ਅਸੀਂ ਸੈਕਿੰਡ। ਸੁਣਾਵਾਂਗੇ ਤੁਹਾਨੂੰ ਕੀ ਲੋੜ ਹੈ ਸੁਣਾਉਣ ਅਟਵਾਲ ਦੀ. ਸਾਹਿਬ ਇੱਕ ਸੈਕਿੰਡ ਨਾਲੇ ਆ نہیں نہیں میں سنا رہے ہیں. میں مرزا صاحب نو ماننا ہے، انہوں نے ایمان رکھنا ہے، اور جو بھی انہوں نے لکھا بالکل درست لکھا. ਆਪ ਸੁਣਾਏ ਇਹ ਇਲਜ਼ਾਮੀ ਜਵਾਬ ਹੈ. ਕਰਨਾ ਤੈਨੂੰ ਅਸੀਂ ਕਰਕੇ ਦੱਸੀਏ ਵੀ ਕਿੱਦਾਂ ਸੁਣਾਈਦਾ ਤੇ ਕੀ ਪੜੀਦਾ. ਅਟਵਾਲ ਸਾਹਿਬ ਨਾ اور چل تم سنا دے مرزائی. ਚਲੋ ਮੈਂ ਸੁਣਾਤਾ ہوں اب اچھا میں پڑھ لین دیو، تھوڑا جا رہ گیا. ਪੜੋ 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 ਪੜਨਾ ਕੀ ਪੜਨ ਜੋਗਾ ਹੈ ਸਹੀ ਹੈ ਤੂੰ. ਪੜਨ ਦੋ ਪੜਨ ਦੋ. اچھا یہ جو جوان عورتوں کے چھونے سے پرہیز نہیں کرتا، ایک کنجری خوبصورت ایسی قریب بیٹھی ہے کہ گویا بغل میں ہے، کبھی ہاتھ لمبا کر کے سر پر عطر مل رہی ہے، کبھی پیروں کو پکڑتی ہے اور کبھی اپنے خوشنما اور سیاہ بالوں کو پیروں پر رکھ دیتی ہے اور گود میں تماشا کر رہی ہے. یہ بندہ مول یسوع صاحب اس حالت میں وجد میں بیٹھے ہیں اور کوئی اعتراض کرنے لگے تو اس کو جھڑک دیتے ہیں. اور طرفہ یہ کہ عمر جوان اور شراب پینے کی عادت اور پھر مجرد اور ایک خوبصورت قصبی عورت سامنے پڑی ہے، جسم کے ساتھ جسم لگا رہی ہے. کیا یہ نیک آدمیوں کا کام ہے؟ اس پر کیا دلیل ہے کہ اس قصبی کے چھونے سے یسوع کی شہوت نے جنبش نہیں کی تھی؟ افسوس کہ یسوع کو یہ بھی میسر نہیں تھا کہ اس فاسقہ پر نظر ڈالنے کے بعد اپنی کسی بیوی سے صحبت کر لیتا. کمبخت زانیہ کے چھونے سے اور ناز و ادا کرنے سے کیا کچھ نفسانی جذبات پیدا ہوئے ہوں گے اور شہوت کے جوش نے پورے طور پر کام کیا ہوگا. اس وجہ سے یسوع کے منہ سے یہ بھی نہ نکلا کہ اے حرام کار عورت مجھ سے دور رہ. اور یہ بات انجیل سے ثابت ہوتی ہے کہ وہ عورت طوائف میں سے تھی اور زناکاری میں سارے شہر میں مشہور تھی. ਉਹ ਸ਼ਾਵਤ ਕਰਾਉਣ ਤੁਰ ਗਈ ਸੀ, ਉਹਨੂੰ ਹੁਸ਼ਿਆਰੀ ਆ ਗਈ ਤੇਰੀ ਕੁੜੀ ਨੂੰ. ਅਠਵਾਲ ਸਾਹਿਬ ਬਗੈਰਤਾ ਨਾ ਕਰੋ. ਅਠਵਾਲ ਸਾਹਿਬ ਨਾ ਗੁੱਸਾ ਨਾ ਕਰੋ. یعنی حضرت مسیح موعود کلام تے گالیاں کٹ رہے ہیں. کیا یہ مرزائیت ہے؟ استغفر اللہ ربی.
جی بسم اللہ بسم اللہ. سنی بھائی یہ جو بغیر وجہ کے سیکو صبح کے ہٹ کے یہ سارا ایک پلان کے تحت پڑھا جاتا ہے، ٹھیک ہے، ہاں اس کا پڑھنے کا. اب میں آپ کو یہ کروں گا آپ البریہ سیاق کتاب اسباق سے پڑھنے البریہ. لگے ہیں کچھ وہ پڑھیں. نہیں آپ کتاب کھولیں ذرا، کتاب البریہ. میں وہی کہہ رہا ہوں نا کہ آپ سیاق اسباق سے نہیں کتاب پڑھیں ذرا البریہ نا. کھلوانے لگے ہیں تو ہاں کون سی کھولیں جلد ذرا. نمبر کیا ہے؟ جلد نمبر ہے 11 ہے یا 12 ہے؟ 11 یا 12 ہے؟ ہاں کتاب البریہ. اور سارا پڑھنا کہ ان کے رسالے اور کو جو کچھ تھا سارا پڑھنا. یہ الزامات کیوں جواب ان کو کیوں دیا گیا تھا؟ کیونکہ یسوع اور حضرت ساری کتاب پڑھنی ہے کتاب البریہ. وہ تو کیس ہے ڈاکٹر مارٹن کلارک کا، سارا پڑھنا ویٹ کرنا. نہیں کتاب البریہ نہ 11 ہے نہ 12 ہے بلکہ وہ 13 ہے. آپ سب بتائیں کیا ہے؟ ہاں 120 یہ 140 ہے یا 20 ہے؟ 140 یا 140 میرے یہاں سے پڑھنے شروع ہے. کرنا کہ ہمارے نبی ہمارے سیدنا مولانا حضرت صلی اللہ علیہ وسلم کو گالیاں دیتے تھے. سب سے گالیاں دینے والے پادری امام الدین نہیں مجھے آپ نے بڑا کہا ہوا ہے تھا. کتاب میرے ہاتھ وہ میں اپنی ہے. کتابوں میں تحقیق الایمان وغیرہ میں کھلی وسلم کو گالیاں دیتے تھے اور دغاباز پرائی عورتوں کو لینے والا وغیرہ وغیرہ کرتے تھے. نہایت سخت وہ پتہ ہے ہمیں گالیاں دیتے تھے یار، ہمیں پتہ ہے. ہم کب انکار کسی نے کیا ہے؟ آپ کو بتاتے ہیں نا کہ کیوں مرزا صاحب نے یہ جو مطلب وہ گالیاں اب دہرانا چاہتے ہیں آپ؟ نہیں بات تو پھر ہمیں پتہ ہے، ہم جب مان رہے ہیں کہ گالیاں دیتے تھے. یہ 71 لوگوں کو پتہ چلنا چاہیے کہ مرزا صاحب نے حضرت عیسیٰ علیہ السلام کو نہیں، ان کے یسوع کی جو ہے بات بتائی ہے، ٹھیک ہے. ان کو بتایا ہے کہ جو ہمارے نبی معصوم نبی کے بارے میں آپ یہ باتیں کرتے ہو، ہمارے نبی میں ایسی چیزیں بالکل نہیں تھی، ٹھیک ہے. اس کا جواب انہوں نے جو دیا ہے اس کا جواب وہ تحقیقی ان کی کتابوں سے دیا ہے. اپنی طرف سے انہوں نے ایک ورڈ یہ ان کی کتاب میں لکھا ہوا کہ شاید نے جنبش تو لی ہوگی، یہ کتاب میں لکھا ہوا ہے. انہوں نے رزلٹ نکال کے بتایا. جب رزلٹ یہ رزلٹ نکلتا ہے کرتے ہیں آپ، جب کمپیریٹیو اسٹڈی آپ کرتے ہیں نا تو پھر یہ عیسیٰ علیہ السلام کے بارے میں رزلٹ آپ نکال سکتے ہیں. عمر صاحب یہ ثانی صاحب کو پڑھنے دینا تو پھر دیکھنا کہ رزلٹ بنتا ہے کہ نہیں بنتا. او بھائی میں نے جب خود مان لیا کہ وہ گالیاں دیتے تھے، جب میں انکار ہی نہیں کر رہا. کہا ہے کہ ہم نے 40 سال تک ان وہ 40 سال یار 140 مان لیتا ہوں، میں 140 مان لیتا ہوں. انہوں نے گالیاں دی، مان لیجئے. میں کب انکار کر رہا ہوں گالیاں؟ اچھا محمد حسین بٹالوی صاحب نے لکھا ہے اس کے بارے میں کچھ؟ نہیں، یہ لفظ جو بھی بندہ لکھے گا نا، لکھا ہے نا. نہیں اس طرح کا کوئی بھی لفظ انہوں نے نہیں لکھا. آپ تلک جائیں گے. دکھاؤ کہاں لکھا تھا، کہاں لکھا ہے، دکھاؤ نا. جو آپ کے جو ابھی فاحشہ عورت کے بالوں کو جو بھی آپ کے کرنٹ مفتی ہیں، کیا نام ہے ان کا، جن یہ گجرانوالے ایک تو آپ کے بھائی آ کے پھر ہیں تو وہ انہوں نے حضرت عیسیٰ کو دی ہیں کہ یا یسوع کو دی ہیں؟ اگر کسی بھی بندے نے یسوع المسیح کو گالیاں دی ہیں تو وہ میری نظر میں اتنا ہی بڑا مجرم ہے. پڑھنے دیں ذرا. کسی بھی سینس میں گالیاں دینے کی. عامر بھائی پڑھ لینے دینا ذرا نا، کیونکہ اتنی یار میں نہیں سننا چاہتا نا. میں نبی پاک کو اگر انہوں نے گالیاں دی، میں مان جب رہا ہوں تو آپ نے مجھے ضرور سنانی ہے کہ انہوں نے یہ گالیاں دی تھی. اگر کسی بندے نے نبی پاک کو گالیاں، سن تو لیں، اگر کسی بندے نے نبی پاک کو گالیاں دی ہیں، یہ علمی باتیں آنتی ہے کہ ایک بندے کا آپ سارا کچھ دکھا دیں. اس بندے نے اسلام کو ڈیفینڈ کیا ہے، آپ اس کے اوپر اب جب پہلے سارے آپ کے جو بڑے علماء تھے وہ کہتے تھے جواب کو نہیں دے ہمارے طرف دینے والا. جب جواب دیے گئے تو اس کے بعد پھر آپ لوگ انہی کے مخالف ہو گئے. او بھائی میں یہ کہہ رہا ہوں کہ صرف جواب دینے میں فرق ہے. میں نے صرف اتنا کہا کہ جو جواب مرزا صاحب نے دیے
अगर मैं होता तो मैं इस तरह ना देता, मैं तहकीकी जवाब देता। मैंने तो इतनी बात कही है। अभी रिसेंटली आपके सामने आपके मुफ्ती साहब ने गालियां निकाली, आप वहां साथ बैठे होते थे, ये आप ऐसे ना बात करें। ये सबर साइड, मेरी बात सुनो जरा। तुम लोग मसीह मौत की बातों को, तुम्हें उससे शर्मिंदगी क्यों होती है? मुझे हमें शर्मिंदगी नहीं है, पहले बात सुनो। क्यों शर्मिंदगी? तुम कह रहे हो ना ये इसलिए उन्होंने लिखा, फलां के लिए लिखा, भी उन्होंने लिखा है, जाहिर है लिखा है तो किसी वजह से लिखा है ना। बात सुन ले पहले, जब तक वो वजह नहीं पढ़ेंगे नीचे लोगों को तो हमें वजह पता है, हमें वजह पता है। नूरुल कुरान सारी पढ़ो, उसमें वजह नजर आ जाएगी। वजह जब इतराज हमें किया पता गया है, था, उन्होंने उसका जवाब दिया है। अंकल हाँ, तो हमें सबको पता है, क्योंकि फतेह मसीह ने इतराज किया था, उसके इतराज के जवाब में उन्होंने ये लिखा। तो अंकल हम तो कहते हैं कि उन्होंने सही लिखा, जो समझता है कि उन्होंने गलत लिखा उसकी मर्जी, वो समझता रहे। जो नीचे हमें तो कोई शर्मिंदगी नहीं है, हम तो इसको बार बार पढ़ के सुनाएंगे। हाँ, तुम मिर्जाइयों को क्यों शर्मिंदगी होती है इससे? हमें शर्मिंदगी नहीं होती जब तक। तो तुम्हें क्या तकलीफ हो रही थी कि ये क्यों पढ़ रहे हैं? अभी तुमने इतराज किया है, ऐसी आपने इररेलेवेंट। भाई हमने रेलेवेंस इसकी ये है कि सबर साइड सुनो चुप करके, सब ये रेलेवेंस इसकी ये है कि तुमने इतराज किया था कि इल्जामी जवाब दिया आमिर नदीर साहब ने, तो उन्होंने कहा कि भी मिर्जा साहब ने भी दिया है। उसकी हमने एग्जाम्पल आपको पढ़ के सुनाई है कि मिर्जा साहब ने इल्जामी जवाब दिए हैं। नहीं, उन्होंने जाहिर है उसकी वजह थी ना, इल्जामी जवाब देने की वजह थी। तो उन्होंने जो जवाब दिए वो बिल्कुल दुरुस्त नहीं है। गलत बात ना करें, उन्होंने क्या गलत बात ना करें? एक आलम से क्वेश्चन पूछा, तुम कह रहे हो कि नहीं ये तरीका दुरुस्त नहीं है। नहीं, क्यों दुरुस्त नहीं है? इल्जामी जवाब देना दुरुस्त नहीं है? अगर ये दुरुस्त नहीं है तो मिर्जा साहब ने तो सारे इल्जामी जवाब दिए, सिखों को भी दिए, हिंदुओं को भी दिए, मुसलमानों को भी दिए, ईसाइयों को भी दिए इल्जामी जवाब। उन्होंने एक आलम से एक सवाल पूछा, ठीक है, उसका सवाल का जवाब उन्होंने जो दिया, चलो ठीक है। हाँ, तो जो सवाल करेगा, इतराज करेगा, उसको इल्जामी जवाब दे सकते हैं ना। हजरत मसीह मौद अलैहिस्सलाम ने दिए इल्जामी जवाब कि मैंने 40 साल तक इनको बर्दाश्त किया, ठीक है। इन्हीं और भी कौन कह रहे नहीं किया? किसी ने कहा नहीं किया? अजीब आदमी है तुम ऐसी बात कर रहे हो जो सबको पता है, तो तुम कह रहे हो उन्होंने ऐसे। भाई हम तो खुद कह रहे हैं कि इतराज के जवाब में उन्होंने ये बातें। भाई साहब नीचे लोग लिख रहे हैं तौबा इस्तगफार, और लोगों लिख रहे हैं, तो हम उनको जबरदस्ती हमने मनवाना है? जो लोग मिर्जा साहब को सच्चा नहीं मानते वो जो मर्जी लिखें। और जब तक आप लोगों को ये नहीं बताएंगे कि ये क्या रीजन थी, अभी देखे ना लामा साहब ने क्या कहा है कि वो ना पढ़े, उसकी वजह है वो, उनको पता है कि जब ये पढ़ेंगे तो लोगों को पता चल जाएगा कि मिर्जा साहब ने वो थे असल मुजाहिद इस्लाम के, इसीलिए तो वो कह रहे हैं कि ना पढ़े, हमने नहीं सुनना। अच्छा, जिस तरह से वो शर्मनाक गालियां उन्होंने हमारे महबूब नबी को दी, तो हम वो सुनना नहीं चाहते। आपका क्या ख्याल है कि ये भी इस तरह की शर्मनाक तहरीर थी जो पढ़ी है चौहान साहब ने? जब मिर्जा साहब ने उनको जवाब दिया, ठीक है, हाँ, तो फिर उस वक्त आप बड़े खुश थे। जब उन्होंने क्या नाम है, आप जो है ना क्या नाम है पढ़ने लगे हैं, आपका मतलब पता लग गया होता है मिर्जा साहब को डिफेम करना नो मैटर। वो मिर्जा साहब की तहरीर नहीं है जो आप पढ़ना चाहते, वो तो उन्होंने एग्जाम्पल लिखी है कि लोगों की है, वो मिर्जा साहब की तहरीर तो नहीं है अंकल। जब वो उन्होंने एग्जाम्पल लिखी है कि जो पढ़ना चाहते हैं वहां जाके पढ़ ले, लेकिन गालियां हमने सुनानी तो नहीं है ना यहाँ पे। नहीं सुनानी है तो नहीं, मगर ये जो बातें आपने की वो मिर्जा साहब की तहरीर नहीं है, मिर्जा साहब ने किसी और की लिखी हुई है, लोगों ने लिखा। ये क्यों नहीं बताते? मैं इनको समझाता। सबर साहब, अगर आपके वालिद साहब को किसी ने गालियां दी हो मिसाल के तौर पर, और वो रिकॉर्ड हो जाए, क्या आप बार बार लोगों को सुनाओगे कि देखो मेरे बाप को ऐसी गाली दी, मेरी माँ को ऐसी गाली दी? दोहराएंगे उनको? ये जो अभी देखो, वो इसलिए मैं कह रहा हूँ, मैं नहीं चाहता, मगर ये जो तारक साहब ने पढ़ा है, ठीक है, अब लोगों हाँ, तो मान लिया ना मैंने कि वो गालियों के जवाब में, मैं तो मान रहा हूँ कि उन्होंने गालियां दी थी। मेरी बात सुन ले, अगर ये इबारत पढ़नी है तो वो भी इबारत पढ़नी पड़ेगी कि क्यों कदम उठाया। तो भाई वो इबारत तब पढ़ो अगर कोई कहे कि उनको तो किसी ने गालियां नहीं दी, फिर हम लेकिन अगर कोई कहे कि हाँ जी हमें पता है गालियां लोगों ने दी, तो फिर हमें गालियां दोहराने की क्या जरूरत है? इंसाफ से काम ले। अभी किसी ने कहा था कि ये बात पढ़ी जाए, ये जरूरी है बात पढ़नी। मैंने सिर्फ आपको मिसाल दी थी कि अगर आप पढ़ेंगे ना, तो जिस तरह नबी पाक के दिफा में ईसा अलैहिस्सलाम की जात पर मिर्जा साहब ने लिखी हैं बातें, वो अगर मैं होता तो मैं ना लिखता। इतनी बात मैंने चौहान साहब ने पढ़ के कहा है कि इसमें कौन सी गलत बात है, अमर साहब, लेकिन आपको पता लग गया कि गलत बात है।
नहीं मैंने सही आपसे समझते पूछा नहीं, है। गलत लिखा है मिर्जा साहब ने, शायद इस वजह से ये सवाल रोते हैं। पूछा था चौहान साहब ने तो फखर से पढ़ा, आपने उनको तो सवाल गलत का नहीं जवाब लगा, दिया है। आपको गलत लगी है ये मिर्जा साहब का जवाब गलत है। मुझे बिल्कुल नहीं गलत लगी। तो अगर फिर वो आप जो- परेशान तो क्यों फिर हैं? रोला कादा है भाई? परेशान इसलिए हूँ कि लोग गलत जो नहीं पता है तो नीचे फिर बैठे ठीक है। हुए। गलत आप नहीं है तो लोग पढ़ के हैं, सुना दिया हमने। आपने पढ़ा हुआ है, ये जो 70-72 लोग बेचारे सादा लोग बैठे हुए हैं, उनको पता ही नहीं ओए है। सादे इतने टिक टाक दे सादे ही सारे बैठे ने रोटी ने चोची उनको कहते तो हैं। पता ही नहीं है ये बात क्यों लिखी और जाती है। इनको मैं जो बता रहा हूं कि उन्होंने नबी पाक को गालियां दी हिंदुस्तान में, पंडितों ने, पादरियों ने, हाँ जी, सिखों ने, हिंदुओं ने दी, मान लिया मैंने। जब मैं जो कह रहा हूं तो ये सुन नहीं रहे नीचे 70-75 लोग। गालियां कौन कहता है? दोहरा के सुनाओ हमें वो गालियां। जो कहता है उसको बुलाओ ऊपर। और जो ये नहीं, हम तो कह रहे हैं कि उनको हाँ, बताया गया। मिर्जा साहब ने इतराज के जवाब में इल्जामी जवाब दिया, वो आपको पढ़ के सुनाया, तो इसमें शर्मिंदगी की क्या बात है? हम मान भी रहे हैं कि शर्मिंदगी की हाँ बात नहीं लोग है। बदजुबानी करते थे, उसके जवाब में उन्होंने ये लिखा। तो नहीं जी, हमने गालियां भी सुनी, तो वो गालियां मिर्जा साहब की तहरीर नहीं है, मिर्जा साहब ने उसको एग्जाम्पल दिया कि लोगों ने इस तरह की गालियां दी। तो हमने गालियां तो नहीं ना दुरानी यहाँ पे। इनको गुस्सा लग गया ये तहरीर सुन के, इसलिए कि तहरीर में मिर्जा साहब ने ऐसे अल्फाज इस्तेमाल किए हैं कि सबर साइद साहब जो है ना आप ये कंट्रोल दोबारा नहीं कर वही पाते। establish ये कर रहे उनको हैं चीज़ें। ऑन नहीं करना मुझे चाहते गुस्सा मिर्जा नहीं साहब लगा। के अल्फाज को। मुझे गुस्सा बिल्कुल नहीं लगा जब तक आप उनकी वो वाली तहरीर जो आपने कहा नहीं पढ़नी, तो अगर वो नहीं पढ़नी तो ये भी नहीं पढ़नी। क्यों? इसका मतलब है ये ये तो मिर्जा बराबर है साहब की दोनों। तहरीर है, वो गालियां किसी बदबख्त ने दी हैं, वो गालियां हम क्यों पढ़े? वो मिर्जा तो साहब कह ने रहे हैं सिर्फ एग्जाम्पल दी है। चौहान जवाब साहब भी उनके उनको कहने है। का मतलब ये है, उनके नहीं, कहने का नहीं, मतलब ये ये है कि जवाब जिस भी तरह उनको वो है। गालियां इसी तरह ये भी गालियां हैं। नो अमर साहब। अच्छा, ये भी जवाब गालियां हैं? उनको हाँ है। हाँ, इसीलिए तो साइड कह रहे हैं करता बराबर हूँ। करो ना। वो कहते हैं नहीं, दोनों अच्छा। गालियां जवाब बराबर भी उनको किस्म को। कहता है ये गालियां सुनाई हैं तो वो उनकी गालियां भी सुनाई। हाँ हाँ, ये कह रहे हैं। हाँ, ये है अमर साहब आप गलत दलील। प्रोपेगेंडा तो फिर कर क्यों रहे हैं। आप वो दोहराना चाहते हैं? सबर साइड हमें यार बता तो देना, आप क्यों वो सुनाना चाहते हैं वो गालियां? अच्छा, मैं सुनाना नहीं चाहता, मैं चाहता हूँ कि जो तारक साहब ने ये पढ़ा है, ठीक है, अब लोग बेचारे मासूम है, ठीक है, 70-72 लोग सुन रहे हैं। वो यार उनको तो कौन ये सा सारी मासूम पूरी- है? मासूम बता से तो जरा रहा हूं आ गया, उनको। जरा ताजा उनको ताजा तो पैदा पता ही हुआ नहीं है। है किसी चीज का। मैं उनको बता रहा हूँ मासूमों को कि नबी पाक को उन्होंने गालियां दी हुई हैं, वो वहां पर मिर्जा साहब ने कोड की हुई हैं, और सबर साइड साहब वो सुनाना चाहते हैं और किताबुल ये बरिया सारी जो तारक चौहान साहब ने पढ़ा है, ये सारा उनकी बाइबल से, अंजीलों से मिर्जा साहब ने उनको हाँ, दिखाया है। बाइबल आपकी से, तरफ इंजील कोई में तो भाई लिखा हुआ आपकी है। बात सुन ली हमने। आपने कह दिया कि जी नहीं ये बाइबल से है। भाई हमने तो जो भी उन्होंने लिखा, हम कहते हैं उन्होंने सही लिखा है, हमें तो कोई शर्मिंदगी नहीं। मैं तो जितनी दफा मुझे कहेंगे मैं इसको पढ़ूंगा, मुझे तो कोई शर्मिंदगी नहीं। ये लिखी है उन्होंने बातें, हमने छुपाना है इनको? जी किसी को नहीं पसंद तो उसकी मर्जी है, वो नाम को पसंद करे। जब भी ये पढ़ें, लोगों को बताएं कि ये उनकी बाइबल से उन्होंने ये कोट की हैं। हाँ, इनको इल्जामी हाँ, जवाब बाइबल में है, लिखा बता तो हुआ है रहे ना, हैं, शायद उन्होंने इसलिए। इल्जामी जवाब दिया इनको। बाकी ये उन्होंने हाशिया राय की है, ये बातें तो लिखी नहीं हुई, तो लेकिन नहीं ये होगी। उन्होंने एक तरह का उसको एलेबोरेट किया है उन बातों को। ये सारी बातें तो नहीं लिखी मिर्जा हुई, साहब ने कुछ जो conclusion भी तरीके से निकाला उन्होंने है। बयान किए। हाँ, कुछ हाँ, कंक्लूजन नतीजा भी निकाला है उन्होंने, बिल्कुल। और ये देखे ना कि यीशु को ये भी मुयस्सर नहीं था कि उस फासिका पर नजर डालने के बाद अपनी किसी बीवी से सोबत कर लेता। अभी ये अंजील में तो नहीं लिखा हुआ। कमबख्त जानिया के छोटे छूने से और नाज़ोदा करने से क्या कुछ नफसानी जज्बात पैदा हुए होंगे, ये इंजील में नहीं लिखा हुआ। और शहवत के जोश ने पूरे तौर पर काम किया होगा, इसी वजह से यीशु के मुंह से ये भी ना निकला, ए हरामकार औरत मुझसे दूर रह। ये कहीं लिखा हुआ है? ये अमर नजीर साहब, ये जो आप कह रहे हैं ये कि उन्होंने अपनी तरफ से एक कंक्लूजन निकाला है। कि मिर्जा साहब ने कोई कंक्लूजन निकाला है, मिर्जा साहब से पहले किसी ने ये कंक्लूजन निकाला हुआ है या नहीं? अमर नजीर साहब, भाई आपको- हमारी ये डिस्कशन ही ये नहीं वाला है। जो हमने तो ये कहा ये था वाला जो एक मिनट है, इल्जामी मुझे बात जवाब करने देना। दे सकते हैं। अभी जब मैं कोई बताता हूँ ये इल्जाम- शहवत वाला कहाँ से है, बताएं। आमिर नजीर साहब किसी और ने निकाला है ये शहवत वाला, या मिर्जा साहब का अपना जाती फिर वही ख्याल है? बात किसी और ने निकाला है। हमें किसी से क्या, हम तो मसीह मौत को मानते साहब, हैं, आपने हम कितनी उनकी बात बात की करें। है? नहीं, तो बात करने दें। मसीह मऊद ने ठहर जाए ना, अब किसी और को भी बात कर लेने देना, या तो कह दें कि यहाँ पे किसी और को इजाजत नहीं है, बस हमें किसी से कोई गरज और नहीं भाई, आप जो यहाँ सवाल पूछ रहे हैं ना वो अगर रेलिवेंट मसीह नहीं मौद है। से पहले, अगर किसी मसीह मौद से पहले कि किसी और ने निकाला, बात ये तो कर लेने रेलिवेंट देना। नहीं है। हम तो बात मसीह कर मौत की लेने बात कर रहे देना, हैं। हम
बात कि कर लेने दें, वो क्योंकि इल्जामी जवाब देते थे और हम उनको ऑन ठीक करते है ना, हैं। अच्छा वो किया, बिल्कुल मैं सही नहीं कह रहा हूँ, उन्होंने किया। मुझे अब बात कर लेने दें, मेहरबानी करें, इजाजत दे दें मुझे। आप ये बता रहे हैं कि जी मुसलमान यहाँ पे आके ये साबित कर दें कि हजरत मसीह मौद ने कहा, ठीक है कहा है, मैं नहीं कह रहा हूँ नहीं कहा, इल्जामी जवाब में कहा, अगर हम होते मुसलमान सच्चे, हम ये लफ्ज कभी भी इस्तेमाल ना करते, इल्जामी जवाब में भी ना करते। मैं मौलाना साहब को, अलामा साहब को बताना चाह रहा हूं कि मिर्जा साहब से पहले एक शख्स ऐसा गुजरा है, शायद मौलाना साहब को पता भी होगा, अलामा साहब को, लेकिन वो बताना नहीं चाहते, मौलाना रहमतुल्लाह साहब किरानवी, जिनकी जो तारीख पैदाइश है वो 1818 और 1891 उनकी मक्का मुकरमा में उनकी वफात है। ये देवबंदी अहले हदीस मसलक के आलम थे और ब्राइन अहमदिया में हिस्सा अव्वल में हजरत साहब ने इनका जिक्र किया है कि ये भी यही काम करते थे ईसाइयों के साथ और यहूदियों के साथ, और इस बारे में ये बड़े मशहूर थे कि उनके साथ ये करते थे। इनके अल्फाज सुने। मैं आमिर नज़ीर साहब को 2 दिन पहले भी ब्राड पे कह रहा था कि मैं आपसे डिस्कस करना चाहता हूँ, लेकिन मुझे पता है कि आपकी भाई इसको डिनाई कौन कर रहा है? रहमतुल्लाह किरानवी साहब को मैंने खुद पढ़ा, उनको मैंने पेश भी उन्होंने किया क्या था। लिखा हुआ है, उठाए थे, मुझे बता लेने हाँ, दें ना। उन्होंने मुझे जो बता- भी आपने लिखा पढ़ा है हम उसको डिनाई कर रहे हैं कि नहीं, उन्होंने डिनाई नहीं नहीं ये कर लिखा। रहे। आमिर नजीर साहब ये कहते हैं दुनिया को, ये मिर्जा साहब ने उनकी तरफ देखकर लिखा है, मिर्जा साहब ने उनसे सरका करके लिखा है। बिल्कुल आप देखें तो सही कि उनको वो कब- बोल रहे- मिर्जा साहब ने बोल रहे- यसू मिर्जा के साहब लफ्ज चोरी छोड़ करते दिए। थे सलाम। बात सुने आमिर नजीर साहब, आमिर नजीर साहब बात सुने। मसीह मौद कलाम चोरी करके मिर्जा लिखते थे। आमिर नजीर ये साहब, बात है। अब मिर्जा आमिर नजीर साहब साहब आपको ने पता चलता है ना, ना ठहर जरा। लाओ। अच्छा बोल लेने देना, बाद में मेरा ठट्ठा उड़ाते रहे आप। शेख साहब बाद गलत में- पूरी करन दियो। बाद में मेरा करो, ठट्ठा करो, उड़ाते करो। रहे, बाद जी, में जी। मजाक करते रहे, बाद में जो बिल्कुल। मर्जी करते रहे। आप कह के लगाने से कुछ नहीं होता। जी, आप जी, लफ्ज देखें कि मौलाना साहब ने क्या इस्तेमाल किए हैं, हम्म, वो देखें कि उन्होंने हजरत नूह अलैहिस्सलाम के बारे में क्या कहा है, हजरत ईसा के बारे में क्या कहा है, वो सब अब सुने। आपकी ब्राड पे अगर मैं सुनाता, आप लोगों ने नीचे उतार के फेंक देना और कहना था ये शातमियत कर रहा है कि ये हमारे मौलवी नहीं है, लेकिन हमने कहना ये कर रहा है। वो अब उस किताब के, उनकी किताब है इज़ारुल हक, उसके सफ़ा 558 के ऊपर वो कह रहे हैं कि जी पीछे कोई हवाले दिए हैं बाइबल के, उसके बाद कहते हैं इस फसल के शुरू में आपको मालूम हो चुका है कि नूह अलैहिस्सलाम ने शराब पी और इनके होश व हवास जाते रहे और इसी हालत में बरहना हो गए, और लूत अलैहिस्सलाम ने शराब पी, वो भी होश व हवास खो बैठे और इसी हालत में अपने दोनों बेटियों के साथ वो शर्मनाक हरकत की जो कभी किसी शराबी और कमीने इंसान ने भी ना की होगी। जरा लफ्ज सुनिएगा आप कि किस किस्म के हो रहे हैं। हजरत मसीह मऊद यसू कह रहे हैं, ये यहाँ पे ईसा कह रहे हैं। फिर उसके बाद हजरत ईसा के बारे में कहते हैं, यूहन्ना के बाब 13 की आयत नंबर 4 का वाला देके कहते हैं कि यसू मसीह दस्तरख्वान से उठकर कपड़े उतारे और रुमाल लेकर अपनी कमर पर बांधा और उसके बाद बर्तन में पानी डालकर शागिर्दों के पांव धोए और जो कमर में बांधा और उससे पूछने लग गए। अब इसके पर अपने ख्यालात का इजहार क्या कर रहे हैं? ये बात शुबह में डालती है कि इस वक्त हजरत ईसा अलैहिस्सलाम, यसू नहीं, जो मिर्जा साहब यसू का लफ्ज इस्तेमाल कर रहे हैं, ये क्या लफ्ज इस्तेमाल कर रहे हैं? ये बात शुबह में डालती है कि इस वक्त ईसा इस्लाम शराब में, ईसा इस्लाम पे शराब में अपना पूरा तसल्लुत किया हुआ था, यहाँ तक कि इनको ये भी मालूम नहीं था कि मैं क्या कर रहा हूँ और क्या करना चाहिए, क्योंकि पांव धोने के लिए भला कपड़े उतारने की क्या जरूरत थी? यानी बिल्कुल अलिफ नंगे हो गए वो, ये कह रहे हैं यहाँ पे। फिर उसके बाद कहते तो हैं भाई हमारे सलमान लिए वो अलैहिस्सलाम हकम ने- अदल तो नहीं है ना। हजरत सुन लेना, अभी इनको हकम सुनाने अदल दें थे मुझे। मिर्जा साहब ने। इनको वो ठीक सुना है, लेने देना, ये मतलब- कौन से नबी इधर आ रहे हैं। फिर उसके बाद हजरत सलमान अलैहिस्सलाम ने शराब की नदामत में अपनी किताब इमसाल में फरमाया कि जब मैं लाल लाल हो, जब इसका अक्स जाम पर पड़े, जब वो रवानी के साथ नीचे उतरे तो इस पर नजर न कर, क्योंकि वो अंजाम का सांप की तरह काटती और राफी की तरह डस जाती है। अब वो बात आ रही है जो आप कहते हैं जी हजरत ईसा के बारे में, उसके बारे में वो कहते हैं जी इसी तरह नौजवान अजनबी लड़कियों का नौजवान मर्दों के साथ इखलात तो बहुत ही खतरनाक और आफत है, और इसी हालत में पाकदामनी की तवक्को बहुत मुश्किल है। बिलखुसूस सुनो हूं हजरत ईसा की खसूसियात दस रहे हैं, जबकि वो मर्द गैर शादीशुदा और शराबी हो और फाहिशा औरत का महबूब हो, और वह हर वक्त उसके आगे घूमती फिरती हो और अपनी जानो माल से इसकी खिदमत करती हो। फिर दाऊद अलैहिस्सलाम पे चले जाते हैं। दाऊद अलैहिस्सलाम की मिसाल सामने रखते हुए कहते हैं कि वो तो उड़ती हुई एक निगाह अजनबी औरत पर पड़ जाने से कैसा खतरनाक अंजाम हुआ दाऊद का। हालांकि इसके पास काफी बीवियां थीं, इनकी उम्र भी उस वक्त 50 साल से ज्यादा हो चुकी थी।
इस तरह सुलेमान अलैहिस्सलाम का हाल भी पेश नज़र रखिए। इन औरतों ने किस हद तक मगलूब कर दिया कि नबी और रहते जवानी में नेक और साला होने के बावजूद बुढ़ापे में इन औरतों ने इनको मुर्तद और बुद्ध प्रस्त तक बना डाला। सुनते जाओ उन केड़े केड़े नबी ਨੂੰ ਤੁਸੀਂ ਕਹਿੰਦੇ ਹੋ हज़रत ईसा ਦੀ शान। और जब इनको और भाई ये जिसका आप कलाम सुना रहे कौन है ये शख्स? ये है जी जनाब मुल्हम बिन अल्लाह, मामूर बिन अल्लाह, मौलाना रहमतुल्लाह किरानवी। ये इनके मौलाना रहमतुल्लाह किरानवी साहब देवबंदी अहले हदीस मसलक के आलम और मौलव थे। और ये ईसाइयत और यहूदियत का बाइबल का गहरा मुताला था और उनके साथ यही मुनाजरे किया करते थे। तो हम तो देवबंदियों को काफिर समझते नहीं, हैं। आप हमें तो उनसे क्या क्या समझे लिखा ना, है? मैं तो मुसलमान से बात कर रहा हूँ, आप क्यों डिफेंड कर रहे हैं उनको? भाई आप मैं ये डिफेंड कह कहाँ रहे कर रहा हूँ? मैं कहता हूँ मैं- हम तो मुझे मुस्लिम सुनाने का दें कलाम पढ़ रहे ਇਹਨਾਂ ਨੂੰ हैं। ਗੱਲ अंकल ਪੂਰੀ कर ਲੈਣ ਦਿਓ, मुझे बात पूरी कर लेने देना। पूरी कर मैं लेਣ अब ये इनको बता रहा हूँ, ये अगर जमात अहमदिया खिलाफत या लाहौर से इनका ताल्लुक होता तो ये रोज पढ़ पढ़ के सुनाते हैं। जिस तरह ये रोज सुनाते हैं शहबत हो गई थी, शहबत ने जुम्बश नहीं ली, शहबत ने जुम्बश नहीं ली, शहबत ने, रोज एक कहानी सुनाते हैं। हाँ। और ये आगे चल के उनको कहते हैं कि जी इनको अपने माँ बाप और बहन भाई अमनून और समर और अपने बुजुर्गों रदबील और यदावा के हालात से पे दर पे तजर्बात हासिल हुए कि यानी ये सारे इस किस्म के थे। फिर ये कहते हैं आगे चल के इसका इनकम आपको बता देता हूँ कि ये वो जो अब हजरत साहब वाला है, इस तरह यहाँ तक कहा इन्होंने कि हजरत ईसा जो है वो माज़अल्लाह जो है ना वो लवातत भी करते थे। ये भी इन्होंने कहा है कि वो लड़कों के साथ भी रग़बत रखते थे। इस तरह बेरेश लड़कों का खिलाफ बड़ा ही खतरनाक है, बल्कि औरतों के खिलाफ से भी ज्यादा खतरनाक और कभी है, जिसकी शहादत तजर्बाकार लोगों ने दी है। कि आप गौर करें कि ईसा अलैहिस्सलाम जब शराब नोशी में हद इत्ताल और से इस कदर आगे निकले हुए थे, खुद इनके मुआसरीन की निस्बत ये अल्फाज कहते हैं कि बहुत खाने वाला और बेइंतहा शराबी है। आप कुंवारे नीज जवान भी थे। फिर जब मरियम वो जो औरत थी फाहिशा औरत, मरियम आपके कदमों को अपने आंसुओं से धोती है, जिस वक्त आपके पास आती है बराबर आपको बूसे देती है। ये बातें हज़रत साहब ने नहीं लिखी, बराबर आपको बूसे देती है और चूमती रहती है। आपके पांव अपने सर के बालों से साफ करती है, बिल्कुल इस हालत में कि वो इस जमाना की मशहूर फाहिशा और रंडी थी। ऐसी हालत में हज़रत इस्लाम ने अपने बुजुर्गों यहोवा दाऊद और सुलेमान के वाक़यात को कैसे फरामोश कर दिया। यानी वो सारे भी इसी किस्म के लोग थे। और सुलेमान की मज़कूरा नसीहतें कैसे भूल गए, किस तरह उन्होंने ये बात ना समझी कि औरत की कीमत तो महज एक रोटी है और इसको हाथ लगाने के बाद बचना मुमकिन नहीं है। जिस तरह बगल में आग होते हुए कपड़ों का जलना गैर मुमकिन है, या आग के अंगारों पर चलने के बावजूद पाँव का जलना नामुमकिन है। यानी ये आपको बता रहे हैं कि औरत अगर आपके पहलू में है तो अगर आग आपके बगल में हो तो आपके कपड़े बचेंगे। फिर आपने इस औरत को इसकी हरकत की वजह इजाजत कैसे दे दी। यहाँ तक कि फरीसी को कोई जिसने इतराज किया था, इतराज की नौबत आई और क्यों कर माना जा सकता है कि ये सब काम, अलामा साहब सुने, कि ये सब काम मुक्तज़ाए शहवत के मुताबिक नहीं हो रहे थे। मुक्तज़ाए शहवत, मिर्जा साहब पे इल्जाम है, ये किताब बराहीन अहमदिया से बहुत पहले लिखी गई है कि ये सब काम मुक्तज़ाए शहवत के मुताबिक नहीं हो रहे थे। और इन हरकत के बावजूद आपने इस गुनाह को किस तरह बख्श दिया। यानी सवाल कर रहे हैं कि ये मुमकिन ही नहीं है कि इसके बाद आपने उस गुनाह को बख्श दिया हो। क्या इस किस्म की अफाल और हरकत खुदा से पाक और आदल की शान के लायक हो सकते हैं? ये वो इन्होंने सारा इसमें बयान किया। बहुत अलग, बहुत अलग, समझ गए ना। और वो कहते हैं कि मरियम नामी औरत जो है वो जानिया और हरामकार औरत थी। ये भी मालूम है कि मशरकी मुल्कों में इस किस्म के बात उन्होंने आगे इसका बयान किया। लेकिन ये मैं आमन नज़ीर साहब को बताना चाहता था कि हजरत साहब ने यसू का लफ्ज इस्तेमाल किया है। हजरत साहब ने इधर ईसा अलैहिस्सलाम का लफ्ज इस्तेमाल नहीं किया। आपके मौलाना साहब ने सीधा सीधा नूह अलैहिस्सलाम, फलाना, दाऊद, सबका लेके सबको रगड़ के रख दिया है और सबके बारे में ये बातें की हैं। और ये शहवत की बात मिर्जा साहब ने पहली दफा नहीं की, जो आप दुनिया को बताते फिरते हैं कि जी शहवत की बात जो है वो मिर्जा साहब ने ही की है। मिर्जा साहब ने अभी आपने कहा हमारा कोई आलम ऐसी बात करे तो हम उसको ये करेंगे वो करेंगे। आप मिर्जा साहब की बराहीन अहमदिया से पहले ये लिख चुके हैं अलामा साहब। अभी तो मैंने कुछ बताया, अभी इसमें बड़ा कुछ पड़ा हुआ है। वो लड़कों का किस्सा, बल्कि यहाँ तक लिखा है कि जी वो लड़का जो है वो तकिया नीचे रख के इस पोजीशन में आ जाता था जिस तरह की
औरत अपने लुभाने के लिए मर्द को अपने इस तरह करती है। यहां तक लिखा हुआ है इस किताब में। मिर्जा साहब ने तो कुछ लिखा ही नहीं। अच्छा, मुकम्मल होगी बात के भी करनी है आपने? जी करें। अब आपने यही करना है जी, हम इसको उठा के वहां मारते हैं, हम इसको उठा के दाएं मारते हैं, हमारे लिए ये हुज्जत नहीं है। हमारे लिए मिर्जा साहब की हुज्जत है बात, वो हमने पकड़ के तो दुनिया भर को सुनानी है। जो मैंने कहना वो भी कह दे साथ। हाँ कह दे जो मैंने कहना है। ये बातें आप मुझे बताएं, ये लिखने के काबिल हैं जिस शख्स ने लिखी हैं? और इसको कौन छाप कौन रहा है? मौलाना मोहम्मद तकी उस्मानी, मौलाना अकबर अली, वो इस सबको छाप रहे कह हैं। रहा हूँ कि जो मैंने कहना है ना इसके बदले में वो भी आप कह देना। नहीं, अब आप बात करें। अब आप बताएं कि जी मिर्जा साहब ने लिखा है शहावत, और तो किसी ने लिखा ही नहीं। वो कहते हैं मिर्जा साहब ने तो इतना लिखा है ना कि शहावत ने जन्म लिया या नहीं लिया, वो तो लिख रहे हैं कि जी काबू ही कैसे किया होगा, ये तो मुमकिन ही नहीं है। वो तो आगे तक पहुंच गया, बता रहा है कि सब कुछ हो गया है जो होना चाहिए था। जी आप करें बात। आप अगर कोई ये बात कहे कि जिसने भी इस तरह का कलाम लिखा है हम उस पर लानत डालते हैं, तो क्या आप मिर्जा साहब ये भी डाल ये बर्दाश्त कर लेंगे? ये बात ये भी डाल देंगे, ये भी डाल। मैंने ये बात नहीं की है कि लानत डालें। अभी मैं डालने लगा। ये तो इन्होंने कहा नहीं, ये भी डालेंगे कि मैं उन्होंने लानत पाना जिन्होंने लिखा को मिर्जा साहब ने मेरी बात सुने। मैं ये नहीं कह रहा हूँ कि मिर्जा साहब ने नहीं लिखी है, मिर्जा साहब पे इल्जाम लगा रहे हैं, झूठ है। मैं तो ये बता रहा हूँ कि मिर्जा साहब ने लिखी है, लेकिन मिर्जा साहब से पहले यही बात लिखी जा चुकी है, ब्राइन अहमदिया से बहुत पहले लिखी जा चुकी है। और यानी मिर्जा साहब ने नकल मार के लिखी है आपके ख्याल? और ज्यादा नबियों के बारे में लिखी गई है, किसी को नहीं बख्शा गया। मिर्जा साहब ने भाई हम देखें, वो सीधा सीधा ईसा मेरी बात सुने, मिर्जा साहब तो उम्मत में सबसे आला तरीन रूहानी मुकाम रखने वाले इमाम आखिर ज़मान, मुल्हम मिनल्लाह, मामूर मिनल्लाह, उनका मुकाबला हमने इन मौलवियों से मुकाबले की बात नहीं है। मैं मुकाबला नहीं कर रहा हूँ। मैंने कब कहा कि मैं मुकाबला कर रहा हूँ? तो आप किस लिए फिर दिखा रहे हैं उनका? और मैं तो ये कह रहा हूँ कि मैं ये समझता हूँ हजरत साहब ने भी लिखा है, लेकिन जब मैंने दोनों तहरीरों का मुआवजना किया तो मुझे क्या लगा कि कौन सी तहरीर ज्यादा सख्त है? आपके ख्याल में कौन सी ज्यादा सख्त हुई है? भाई हमें जो दूसरों ने लिखा हमें उससे कोई है तो ये क्यों नहीं बताते कि हमारे बंदों ने भी ये लिखा हुआ है? तो वो तो कहते हैं जो भी ये लिखता है इल्जामी जवाब वो लानत डालते हैं। हमारे ना हमारे लिए लिखा है। और ये रोज आके उधर बैठ के ईसाइयों को बताते हैं, जो आमिर नदीर तो कहते हैं मैं सब पे लानत डालता हूं। अब ये बात खत्म करके चुप करेगा या कंटिन्यूअसली जब बोल ही जाएगा? एक बंदा सवाल पे सवाल उठा रहा है तो मैं क्या करूं? अगला बंदा मुझे बताएगा जिस तरह मैंने म्यूट, कि तुम क्यों इनके बंदे की बात कर रहे हो? तुम मिर्जा साहब की बात करो। और जिस तरह मैंने म्यूट लगा के सुना है ना, आप भी म्यूट लगा लें। आप जवाब दें। अब आप जवाब दें, इनको कहें कि ये बीच में ना कहें कि जी वो हुकूमत अल्लाह है, हमने उनकी बात सुननी है, हमें दूसरे से क्या दूसरा क्या लिखे क्या ना लिखे। अगर हमें नहीं है दूसरे से कोई गरज कि वो क्या लिख रहा है, इसी तरह इनको भी मिर्जा साहब से गरज नहीं होनी चाहिए कि वो क्या लिख रहे हैं, ये भी इसको इग्नोर करें। ठीक, बात ये है कि देखें, आप अंदाज़ा करें कि किस जज्बात से और किस गुस्से से मुश्तिल होकर आवाज़ में कपकपाहट और गैज़ व गज़ब जो आपने सुना है, ये साबित करता है कि इनके अंदर भी कोई चीज़ ऐसी है ज़रूर जो इनको झंझोड़ के कह रही है कि ये मिर्ज़ा साहब ने तौहीन की है, ये मिर्ज़ा साहब ने तौहीन अमेज़ इबारतें लिखी हैं। इनका जवाब दो, इनको कंपेयर करो मौलाना रहमतुल्लाह किरानवी की बातों से, इनका बैलेंस करो, वरना कख नहीं रहना पल्ले। मिर्जा साहब भी असफल साफलीन में जाकर गिरेंगे। जिस तरह मौलवियों के बारे में हम अगर कह सकते हैं कि अगर किसी मौलवी ने, एक है इंजीली मसीह और इंजीली इक्तबासात, जो भी उसके अंदर शेख बटाली ने भी लिखा, मुझे पता है, मैं 17 नंबर जिल्द में मैंने खुद पढ़ी है उनकी तहरीरें, कि एक मसीह वो हैं जिनका कुरान में तज़किरा है, और एक वो अंबिया हैं पाक जिनका कुरान में तज़किरा है, एक वो हैं जिनका जिक्र बाइबल ने किया है, और बाइबल ने सारे नबियों के ज़ुम्मे ऐसी बातें लगाई हैं। मेरी आवाज़ मैनू आ रही, पता नहीं कि माइक चो सैन साहब शायद तो माइक चो आ रही। उनकी नबियों की ऐसी बातें लिखी हैं जो नबियों के शयान शान ही नहीं, इसमें कोई दो राय नहीं। और उलमा ने, मैंने कब कहा कि इल्ज़ामी जवाबात नहीं दिए, लेकिन अगर कोई आलम दीन उस तहरीर से बढ़कर जो तहरीर उसके अंदर मौजूद है
और आप पेश करते हैं इल्ज़ामी तौर पर कि भाई आपकी अपनी किताबों में देखें कि आपने सच्चे नबियों का ये किरदार पेश किया हुआ है, उस तहरीर से बढ़कर एक भी लफ्ज़ अपने पास से तौहीन अमेज लिखता है किसी नबी के खिलाफ, मैं उस पर डालता हूं लानत। आप भी डालते हैं? है हिम्मत कि कहें कि जिसने एक भी लफ्ज़ अपने पास से ऐड करके, एक मिनट हौसला रखो। आप कौन क्यों चिका उनकी हो गया, उनकी की हो गया उनकी हो गया आमिर नज़ीर को अपनी बात करने देना पूरी, नज़ीर ਨੂੰ ਗੱਲ ਕਰ ਲੈਣ ਦਿਓ ਨਾ, ਹੁਣ ਤੁਸੀਂ ਵੀ ਸੁਣ ਲਓ, फिर आप कर लें बाद में। ਹੁਣ ਕੀ ਮਸਲਾ ਕੀ ਹੋ ਗਿਆ? ਉਹ ਗੱਲ ਤੇ ਕਰ ਲੈਣ ਦਿਓ ਮੈਨੂੰ, ਉਹ ਗੱਲ ਤੇ ਮੈਨੂੰ ਕਰ ਲੈਣ ਦਿਓ, ਗੱਲ ਤੇ ਕਰ ਲੈਣ ਦਿਓ। ओ भाई ना सुन तो लो, कुछ तो नहीं होने लगा। हेलो हेलो गालां कढणगे, हेलो गालां कढणगे, हुण गालां कढणगे, गालां कढो, गालां कढो भाई जब आपकी बारी है कि आप बोल लें, आमिर नज़ीर को बोलने दे, तू चुप कर दे, तू चुप कर, जिसकी बारी उसको बोलने दो, फिर तुम अपना पंगा ले लेना। तेरी गैरत मर गई है ते ਅਸੀਂ क्वेश्चन ਹੁੰਦਾ ਹੈ ਇਹਨਾਂ ਨੂੰ ਬੋਲਣ ਦੇ, ਮਨਸੂਰ ਸਾਹਿਬ ਨੂੰ ਬੋਲਣ। ਜੀ ਜੀ हाँ जी, ਇਹਨਾਂ ਨੂੰ ਵੀ ਕੀੜਾ ਸਖਤ ਲੜਦਾ ਹੈ। ਮਨਸੂਰ ਸਾਹਿਬ ਕਰੋ। ਤੈਨੂੰ ਕਿਹੜਾ ਕੀੜਾ ਤੈਨ ਕਰਨ ਦਿਆ? ਤੂੰ ਕਿ ਵਿੱਚ ਬੋਲਣ ਦਿਆ? और तू क्यों बोल रहे हैं? ਜਦੋਂ ਇੱਕ ਬੰਦਾ ਬੋਲਿਆ ਤੂੰ ਚੁੱਪ ਕਰਕੇ ਸੁਣ। ਤੂੰ ਤਾਂ ਚੁੱਪ ਕਰ ਲੈ। ਮੌਕਾ ਦਿਓ ਜੀ, ਕਰੋ ਜੀ ਕਰੋ। ਨਹੀਂ ਜੀ ਆਮਰ ਨਜ਼ੀਰ ਸਾਹਿਬ ਬੋਲ ਰਹੇ ਸਾਹਿਬ, ਅਮਰ ਨਜ਼ੀਰ ਸਾਹਿਬ, ਜਿਹੜੇ ਅਲਫਾਜ਼ ਤੁਸੀਂ ਯੂਜ਼ ਕੀਤੇ ਨੇ ਤੁਹਾਨੂੰ ਇਖਤਿਆਰ ਸੀ, ਉਹੀ ਅਲਫਾਜ਼ ਮੈਂ ਯੂਜ਼ ਕੀਤੇ ਤੇ ਮੇਰੀਆਂ ਗਾਲਾਂ ਹੋ ਗਈਆਂ। ਦੱਸੋ, ਖੋਲੋ ਮਾਈਕ। ਮੁਕੰਮਲ ਕਰ ਲਓ ਨਾ, ਓਵਰਲੈਪਿੰਗ ਦਾ ਕੋਈ ਫਾਇਦਾ ਨਹੀਂ। ਤੁਸੀਂ ਗੱਲ ਮੁਕੰਮਲ ਕਰ ਲਓ, ਫਿਰ ਮੈਂ ਜਵਾਬ ਦਊਂ। ਤੁਸੀਂ ਹੁਣ ਤੁਹਾਨੂੰ ਗੱਲ ਆ ਗਈ, ਤੁਸੀਂ ਕਰ ਲਓ। ਇਲਮ ਦੀ ਗੱਲ ਤੁਹਾਡੇ ਕੋਲ ਹੈ ਕੋਈ ਨਹੀਂ, ਤੇ ਫਿਰ ਤੁਸੀਂ ਇਸ ਤਰ੍ਹਾਂ ਹੀ ਕਿਸੇ ਦੇ ਬਜ਼ੁਰਗਾਂ ਦੇ ਮੁਤਲਕ ਤੁਸੀਂ ਕਰੋਗੇ ਵੀ ਮੈਨੂੰ ਇਸ ਚੀਜ਼ ਦਾ ਇਖਤਲਾਫ ਆ, ਉਹ ਤੇ ਗੱਲ ਮੰਨੀ ਜਾ ਸਕਦੀ, ਚਲੋ ਠੀਕ ਹੈ, ਤੁਸੀਂ ਨਹੀਂ ਮੰਨਦੇ, ਲੇਕਿਨ ਗੈਰ ਜ਼ਰੂਰੀ ਗੈਰ ਮਹਜ਼ਬ ਅਲਫਾਜ਼ ਯੂਜ਼ ਕਰਨ ਦੀ ਕੀ ਜ਼ਰੂਰਤ ਹੈ ਤੁਹਾਨੂੰ? ਕਦੀ ਮੈਂ ਤੁਹਾਡੇ ਖਿਲਾਫ ਅਲਫਾਜ਼ ਯੂਜ਼ ਕੀਤੇ ਨੇ? ਮੈਂ ਹੁਣ ਕੀਤੇ ਨੇ ਤੇ ਤੁਹਾਨੂੰ ਸਿਰਫ ਜਵਾਬਨ ਦੱਸਿਆ ਕਿ ਇਹ ਅਲਫਾਜ਼, ਉਹਨੂੰ ਤੁਸੀਂ ਗਾਲਾਂ ਦਾ ਨਾਮ ਦੇ ਦਿੱਤਾ। ਤੁਸੀਂ ਫਿਰ ਆਪਣਾ ਮਜ਼ਹਬ ਬਣਾਇਆ ਹੈ ਨਾ, ਜਿਹਨੂੰ ਤੁਸੀਂ ਠੀਕ ਸਮਝਦੇ ਹੋ ਕਿ ਇਹ ਮੈਂ ਜੋ ਬਿਆਨ ਕਰ ਰਿਹਾ ਵਾਂ ਇਹੀ ਕੁਰਾਨ ਹਦੀਸ ਆ। ਤੁਸੀਂ ਕਹਿੰਦੇ ਹੋ ਜੀ ਔਰਤਾਂ ਦੀਆਂ ਸ਼ਲਵਾਰਾਂ ਲੈਣਾ ਇਹ ਸੁन्नत ਹੈ। ਇਹ ਕਿੱਥੇ ਦੀ ਸੁन्नत ਹੈ? ਮੈਨੂੰ ਦੱਸੋ ਨਾ ਜ਼ਰਾ। ਤੁਸੀਂ ਕਿਹੜਾ ਦੀਨ ਪੇਸ਼ ਕਰ ਰਹੇ ਹੋ? ਕੀ ਬੱਚਿਆਂ ਨੂੰ, ਅਗਲੀ ਨਸਲ ਨੂੰ ਤੁਸੀਂ ਸਿਖਾ ਰਹੇ ਹੋ? ਚਲੋ ਸਾਨੂੰ ਨਾ ਸਿਖਾਓ, ਆਪਣੀ ਨਸਲਾਂ ਦੀ ਹਿਫਾਜ਼ਤ ਤੇ ਕਰ ਲਓ। ਚੰਗਾ ਤੁਸੀਂ ਦੀਨ ਪੇਸ਼ ਕਰ ਰਹੇ ਹੋ, ਚੰਗਾ ਤੁਸੀਂ ਦੀਨ ਪੇਸ਼ ਕਰ ਰਹੇ ਹੋ। ਉਹ ਇਸਲਾਮ ਅਮਨ ਦਾ ਨਾਮ ਹੈ। ਤੁਸੀਂ ਜਿਹੜੀਆਂ ਕਾਫਸ਼ਾਂ ਕਰਦੇ ਹੋ ਸਿਰਫ ਰੱਦੇ ਕਾਦੀਆਨੀਆਂ ਦੇ ਵਿੱਚ, ਮੈਨੂੰ ਸਿਰਫ ਤਕਲੀਫ ਹੋਈ ਹੈ, ਲੇਕਿਨ ਇਹਦਾ ਤੁਸੀਂ ਜਵਾਬ ਖੁਦਾ ਤਾਲਾ ਨੂੰ ਦੇਣਾ ਹੈ। ਕਦੀ ਸੋਚਿਆ ਕਿ ਖੁਦਾ ਨੂੰ ਵੀ ਜਵਾਬ ਦੇਣਾ ਪਏਗਾ ਇਹਨਾਂ ਚੀਜ਼ਾਂ ਦਾ, ਕਿਸੇ ਦਾ ਦਿਲ ਦੁਖਾਉਣ ਦਾ? ਮੈਨੂੰ ਦੱਸੋ ਕਿਹੜੇ ਖੁਦਾ ਨੂੰ ਮੰਨਦੇ ਹੋ? ਇਹਦਾ ਮਤਲਬ ਤੁਸੀਂ ਤਾਂ ਸਮਝਦੇ ਹੋ ਕਿ ਖੁਦਾ ਨੇ ਤੁਸੀਂ ਜਵਾਬ ਦੇਣਾ ਹੀ ਨਹੀਂ। ਤੁਸੀਂ ਇਲਮੀ ਗੱਲ ਰੱਖੋ ਕਿ ਇਹ ਚੀਜ਼ ਠੀਕ ਹੈ, ਉਹਨਾਂ ਨੇ ਬਿਆਨ ਕੀਤੀ, ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ, ਮੈਂ ਜੀ ਇਹ ਸਮਝਦਾ, ਮੈਂ ਜੀ ਉਹ ਸਮਝਦਾ। ਉਹ ਕਿਤੇ ਕੁਰਾਨ ਹਦੀਸ ਚ ਵੀ ਤਾਂ ਸਾਬਤ ਕਰੋ ਨਾ ਕਿ ਤੁਸੀਂ ਜੋ ਸਮਝਦੇ ਹੋ। ਲੇਕਿਨ ਇਹ ਨਾ ਕਰਿਆ ਕਰੋ, ਨਾ ਕਰਿਆ ਕਰੋ। ਇਸੇ ਵਜ੍ਹਾ ਤੋਂ ਬਹੁਤ ਸਾਰੇ ਦੋਸਤ ਤੁਹਾਨੂੰ ਗਲਤ ਮਤਲਬ ਅਲਫਾਜ਼ ਯੂਜ਼ ਕਰਦੇ ਜਿਹੜੇ ਕਿ ਮੈਨੂੰ ਵੀ ਨਹੀਂ ਅੱਛੇ ਲੱਗਦੇ, ਕਿ ਨਹੀਂ ਕਰਨੇ ਚਾਹੀਦੇ। ਉਹ ਕਹਿੰਦੇ ਜੀ ਅਸੀਂ ਜਵਾਬਨ ਇਹਨਾਂ ਨੂੰ ਜਵਾਬ ਦਿੰਦੇ। ਮੈਂ ਕਹਿੰਦਾ ਯਾਰ ਇਹਨੂੰ ਜਵਾਬਨ ਵੀ ਨਾ ਦਿਓ, ਲੇਕਿਨ ਕਿਉਂਕਿ ਮੈਂ ਇਸ ਮਹਿਫਲ 'ਚ ਬੈਠਾ ਹਾਂ ਤੇ ਇਸ ਕਰਕੇ ਮੈਨੂੰ ਇਹ ਅੱਛੇ ਅਲਫਾਜ਼ ਨਹੀਂ ਲੱਗੇ। ਮੇਰਾ ਇhtਜਾਜ ਹੈ, ਇਸ ਤਰ੍ਹਾਂ ਦੇ ਅਲਫਾਜ਼ ਮੇਰੇ ਹੁੰਦੇ ਯੂਜ਼ ਨਾ ਕਰਿਆ ਕਰੋ। ਜਜ਼ਾਕੱਲਾ। ਬਾਕੀ मैं कर ਲਾਂ ਗੱਲ ਕਿ ਫਿਰ ਮੈਂ ਕੋਈ 2-4 ਫਿਕਰੇ ਬੋਲਾਂਗਾ ਤੇ ਫਿਰ ਮਸਲੇ ਮਸਾਇਲ ਖੜੇ ਹੋ ਜਾਣਗੇ। ਮਹਜ਼ਬ ਗੁਫ਼ਤਗੂ ਜਿੰਨੀ ਮਰਜ਼ੀ ਕਰੋ, ਮੈਂ ਕਦੀ ਨਹੀਂ ਤੁਹਾਨੂੰ ਟੋਕਾਂਗਾ। ਮੈਨੂੰ ਦੱਸੋ ਜਿਹੜੇ ਮੈਂ ਲਫ਼ਜ਼ ਬੋਲਨੇ ਨੇ ਉਹ ਮੈਨੂੰ ਇਜਾਜ਼ਤ ਦੇ ਦਿਓ, ਮੈਂ ਉਹ ਬੋਲ ਦੇਣਾ। ਜਿਹੜੇ ਕਹਿੰਦੇ ਹੋ ਮੈਂ ਨਹੀਂ ਬੋਲਦਾ। ਜਦੋਂ ਤੁਸੀਂ ਕੰਪੈਰੀਜ਼ਨ ਕੀਤਾ ਹੈ ਇੱਕ ਮੌਲਵੀ ਦੀ ਤਹਿਰੀਰ ਨਾਲ ਆਪਣੇ ਨਬੀ ਦਾ, ਜਿਨ੍ਹਾਂ ਨੂੰ ਤੁਸੀਂ ਨਬੀ ਮੰਨਦੇ ਹੋ, ਉਹਨਾਂ ਦੀ ਤਹਿਰੀਰ ਦਾ ਮਵਾਜ਼ਨਾ ਪੇ ਕਰਦੇ ਹੋ ਇੱਕ ਮੌਲਵੀ ਦੀ ਤਹਿਰੀਰ ਨਾਲ, ਤੇ ਮੌਲਵੀ ਜਿਹੜਾ ਹੈ ਉਹਦੇ ਬਾਰੇ ਸਾਡਾ ਇਹ ਯਕੀਨ ਹੈ ਕਿ ਉਹ ਮੌਲਵੀ ਹੈ, ਉਹਨੇ ਕੋਈ ਗੱਲਾਂ ਸਹੀ ਲਿਖੀਆਂ ਹੋਣਗੀਆਂ, ਕੁਝ ਗਲਤ ਲਿਖੀਆਂ ਹੋਣਗੀਆਂ। ਅਗਰ ਉਹਨੇ ਗਲਤ ਲਿਖੀਆਂ ਨੇ ਅਮਦਨ ਤੋਹੀਨ ਅਮੇਜ਼, ਜਿਸ ਤਰ੍ਹਾਂ ਮੈਂ ਕਿਹਾ ਕਿ ਕਿਤਾਬ ਦੇ ਵਿੱਚ ਇੰਜੀਲੀ ਮਸੀਹ ਦਾ ਜ਼ਿਕਰ ਕਰਨਾ ਇਲਜ਼ਾਮੀ ਜਵਾਬ ਵਿੱਚ ਕਿ ਬਈ
ਇੰਜੀਲ ਦੇ ਅੰਦਰ ਮਸੀਹ अलैहिस्सलाम ਦਾ ਇਹ ਕਿਰਦਾਰ ਪੇਸ਼ ਕੀਤਾ ਗਿਆ ਹੈ, ਇਹ ਉੱਥੇ ਲਿਖੀਆਂ ਨੇ ਗੱਲਾਂ। मूसा अलैहिस्सलाम ਦੇ ਬਾਰੇ ਇਹ ਲਿਖੀਆਂ ਨੇ, ਨੂਹ अलैहिस्सलाम, दाऊद अलैहिस्सलाम, लूत अलैहिस्सलाम ਦੇ ਬਾਰੇ ਇਹ ਲਿਖੀਆਂ ਨੇ। ਫਿਰ ਤੇ ਠੀਕ ਹੈ, ਲੇਕਿਨ ਅਗਰ ਕੋਈ ਬੰਦਾ ਕੋਲੋਂ ਹਾਸ਼ੀਆ ਰਾਈ ਕਰਕੇ ਉਹਨਾਂ ਦੀ ਕਰਦਾ ਤੋਹੀਨ, ਤੇ ਕਿਆ ਉਹਦੇ ਤੇ ਲਾਨਤ ਨਹੀਂ ਪਾਣੀ ਚਾਹੀਦੀ? ਕਿਹੜੀ ਗੱਲ ਮੈਂ ਕੱਢ ਦਿੱਤੀ ਹੈ? ਨਹੀਂ, ਠੀਕ ਹੈ ਤੁਸੀਂ ਹੁਣ ਖਲੋ ਜਾਓ ਨਾ, ਹੁਣ ਖਲੋ ਤੇ ਜਾਓ। ਹੁਣ ਫਿਰ ਸ਼ੁਰੂ ਹੋ ਗਏ ਹੋ। ਇਹ ਗੱਲ ਰਹਿੰਦੀ ਤੁਹਾਡੀ ਤਾਂ ਜਵਾਬ ਦਿੱਤਾ ਨਾ। ਨਹੀਂ ਮੈਂ ਨਹੀਂ ਤੁਹਾਨੂੰ ਪੁੱਛਿਆ, ਮੈਂ ਗੱਲ ਪਿਆ ਕਰਦਾ, ਤੁਸੀਂ ਚੁੱਪ ਕਰੋ, ਤੁਸੀਂ ਮਿਊਟ ਲਾਓ, ਤੁਸੀਂ ਮਿਊਟ ਲਾਓ। ਮੈਂ ਨਹੀਂ ਤੁਹਾਨੂੰ ਪੁੱਛਿਆ, ਮੈਂ ਇੱਕ ਸਵਾਲੀਆ ਨਿਸ਼ਾਨ ਪੈ ਰੱਖਣਾ। ਅਗਰ ਕੋਈ ਬੰਦਾ ਇਹੋ ਜੀ ਗੱਲ ਲਿਖ ਕੇ ਫਿਰ ਉਹ ਕਹਿੰਦੇ ਜੀ ਈਸਾ अलैहिस्सलाम ਦਾ ਨਾਂ ਲਿਖਿਆ ਹੈ, ਤੇ ਮਿਰਜ਼ਾ ਸਾਹਿਬ ਨੇ ਤੇ ਹਜ਼ਰਤ ਸਾਹਿਬ ਨੇ ਤੇ ਯਸੂ ਲਿਖਿਆ ਹੈ, ਤੇ ਹਜ਼ਰਤ ਸਾਹਿਬ ਨੇ ਦੂਜੀ ਜਗ੍ਹਾ ਇਹ ਵੀ ਦੱਸਿਆ ਕਿ ਯਸੂ ਤੇ ਮਸੀਹ ਤੇ ਜੀਸਸ ਉਹ ਹੀ ਨੇ ਜਿਨ੍ਹਾਂ ਨੂੰ ਈਸਾਈ ਯਸੂ ਕਹਿੰਦੇ ਨੇ ਤੇ ਅੰਗਰੇਜ਼ੀ ਜੀਸਸ ਕਹਿੰਦੇ ਨੇ, ਤੇ ਕੁਰਾਨ 'ਚ ਉਹਨਾਂ ਦਾ ਨਾਮ ਮਸੀਹ ਨਾਂ ਆਇਆ। ਇਹ ਤਰੇਵੇਂ ਨਾਮ ਮਿਰਜ਼ਾ ਸਾਹਿਬ ਨੇ ਇਕੱਠੇ ਲਿਖੇ ਨੇ ਇੱਕ ਕਿਤਾਬ ਦੇ ਵਿੱਚ। ਆਖੋ ਤੇ ਮੈਂ ਸਕੈਨ ਲਾ ਦੇਣਾ। ਇਹਦੇ ਨਾਲ ਕੀ ਫਰਕ ਪੈ ਜਾਂਦਾ? ਉਹਨਾਂ ਨੂੰ ਯਸੂ ਲਿਖ ਲਈਏ, ਈਸਾ ਲਿਖ ਲਈਏ, ਮਸੀਹ ਲਿਖ ਲਈਏ, ਉਹ ਇੱਕੋ ਹੀ ਬੰਦੇ ਦੇ ਨਾਂ ਨੇ। ਉਹਨਾਂ ਦਾ ਜੋ ਵੀ ਕਿਰਦਾਰ ਉਸ ਕਿਤਾਬ ਦੇ ਵਿੱਚ ਲਿਖਿਆ ਹੈ, ਅਗਰ ਕਿਸੇ ਬੰਦੇ ਨੇ ਉਹਨੂੰ ਕੋਡ ਕੀਤਾ ਹੈ ਕਿ ਤੁਸੀਂ ਵੇਖੋ ਆਪਣੀ ਕਿਤਾਬ ਦੇ ਵਿੱਚ ਇਹ ਲਿਖਿਆ, ਇਹ ਲਿਖਿਆ, ਉਹ ਲਿਖਿਆ, ਤੇ ਇਲਜ਼ਾਮੀ ਜਵਾਬ ਦਿੱਤਾ ਜਾ ਸਕਦਾ ਹੈ। ਲੇਕਿਨ ਜਿਹੜੀਆਂ ਮੌਲਵੀਆਂ ਨੇ, ਅਗਰ ਕਿਸੇ ਬੰਦੇ ਨੇ ਆਪਣੇ ਨਫਸ ਦੀ ਖਾਹਿਸ਼ ਦੀ ਖਾਤਰ, ਆਪਣੇ ਜਿਸ ਤਰ੍ਹਾਂ ਗੈਜ਼ੋ ਗਜ਼ਬ ਦਾ ਸ਼ਿਕਾਰ ਹੋ ਕੇ, ਤੁਸੀਂ ਦੋਵੇਂ ਬੰਦੇ ਤੁਹਾਡੀਆਂ ਆਵਾਜ਼ਾਂ ਪਈਆਂ ਦੱਸਦੀਆਂ ਨੇ ਕਿ ਤੁਹਾਡੇ ਅੰਦਰ ਕਿੰਨੇ ਕੁ ਭਾਂਬੜ ਪੇ ਮਚਦੇ ਨੇ, ਕਿੰਨੇ ਕੁ ਹਾਲਾਤ ਅੰਦਰ ਤੁਹਾਡੇ ਦਗਰਗੂ ਹੋਏ ਪਏ ਨੇ। ਤੁਹਾਡੀਆਂ ਆਵਾਜ਼ਾਂ ਤੋਂ ਪਤਾ ਪਿਆ ਲੱਗਦਾ ਕਿ ਤੁਹਾਡੇ ਹਾਲਤ ਗੈਰ ਹੋ ਗਈ ਮਿਰਜ਼ਾ ਸਾਹਿਬ ਦੀ ਤਹਿਰੀਰ ਪੜ੍ਹ ਕੇ। ਸ਼ਾਇਦ ਨਹੀਂ ਤੇ ਇਹ ਕੀ ਚੀਜ਼ ਹੈ? ਗੱਲ ਉਹ ਚੁੱਪ ਕਰ ਜਾਓ ਮਨਸੂਰ ਸਾਹਿਬ, ਮੈਂ ਤੁਹਾਡੀ ਗੱਲ ਮਿਊਟ ਲਾ ਕੇ ਸੁਣੀਏ, ਮਿਊਟ ਲਾ ਕੇ ਸੁਣੀਏ, ਹੌਸਲਾ ਪੈਦਾ ਕਰੋ। ਮੈਂ ਤੁਹਾਨੂੰ ਕੋਈ ਗਾਲ ਨਹੀਂ ਕੱਢਣ ਲੱਗਿਆ। ਨਹੀਂ ਕਰਨੀ ਹੁੰਦੀ ਹੈ ਆਪਣੀ ਗੱਲ ਨੂੰ ਮੁਖਤਸਰ। ਉਹ ਮਿਊਟ ਨਹੀਂ ਹੁਣ ਲੱਗਦਾ, ਮਿਊਟ ਨਹੀਂ ਲੱਗਦਾ ਹੁਣ। ਅਸੀਂ ਵੀ ਗੱਲ ਕਰਨ ਆਏ ਆ ਨਾ, ਤੁਸੀਂ ਤੇ ਗੱਲ ਫਿਰ ਤੁਸੀਂ ਕਰ ਲਓ। ਮੈਂ ਤਾਂ ਮਿਊਟ ਲਾ ਕੇ ਸੁਣਦਾ ਸੀ ਪਿਆ, ਤੁਸੀਂ ਛੱਡਿਆ ਮਾਈਕ ਤੇ ਮੈਂ ਬੋਲਣ ਲੱਗਾ ਨਾ। ਚਲੋ ਕਰੋ, ਮੈਂ ਨਾਲ ਤਾਂ ਤੁਹਾਨੂੰ ਜਵਾਬ ਦੇ ਰਿਹਾ। ਨਹੀਂ ਨਾਲ ਨਾ ਜਵਾਬ ਦਿਓ, ਮਿਊਟ ਲਾਓ। ਜਦੋਂ ਮੇਰੀ ਗੱਲ ਮੁੱਕ ਜਾਏਗੀ ਨਾ ਫਿਰ ਤੁਸੀਂ ਜਵਾਬ ਦਿਓ ਜੀ ਇੱਕੋ ਵਾਰੀ। ਐਸੀ ਬੇਬਸੀ कि उन्हें आख्या नहीं इस बेबसी पे कौन ना मर जाए ऐ खुदा, लड़ते हैं और हाथ में तलवार भी नहीं। ऐसी बेबसी का शिकार होए पे ने, आवाज़ां कपकपा रही ने, लरज रही ने। वो दूजा है तो ओदी इंज पे लगदा सी पता नहीं अल्लाह माफ करे जिवें पता नहीं कि अटैक ही ना हो जाए इनू। ਨਜ਼ੀਰ ਸਾਹਿਬ ਜਦੋਂ ਤੁਸੀਂ ਚੀਕਾਂ ਮਾਰਦੇ ਹੋ ਮਾਈਕ ਲਾ ਕੇ, ਹੁਣ ਦੂਜੇ ਨੇ ਮਾਈਕ ਖੋਲ ਲਿਆ, ਉਦੋਂ ਤੁਹਾਡੀ ਆਵਾਜ਼ ਨਹੀਂ ਕਪਕਪਾਂਦੀ। ਉਹ ਮਾਈਕ ਖੋਲ ਲਿਆ ਜੀ ਦੂਜੇ ਨੇ। ਨਹੀਂ ਮਾਈਕ ਤੇ ਖੋਲਣਾ ਹੈ ਨਾ, ਕਿਉਂ ਨਹੀਂ ਯਾਰ, ਉਹ ਕਿਉਂ ਨਹੀਂ ਦੂਜੇ ਦੀ ਗੱਲ ਸੁਣਦਾ? ਤੁਹਾਡਾ ਜਦੋਂ ਵੀ ਗੱਲ ਕੀਤੀ ਹੈ ਤੁਸੀਂ ਬੜੇ ਪੋਲਾਈਟ ਹੋ ਕੇ ਤੇ ਬੜੇ ਆਰਾਮ ਨਾਲ ਤੁਹਾਡੇ ਦੂਜੇ ਦੀ ਯਾਰ ਸ਼ੇਖ ਸਾਹਿਬ ਤੁਸੀਂ ਉਸ ਵੇਲੇ ਕਹਿ ਰਹੇ ਸੀ ਕਿ ਮੈਨੂੰ ਗੱਲ ਪੂਰੀ ਕਰ ਲੈਣ ਦਿਓ, ਅਗਲੇ ਦੀ ਵੀ ਗੱਲ ਪੂਰੀ ਹੋਣ ਦਿਓ। ਯਾਰ ਤੁਹਾਡੀ ਗੱਲ ਸੁਣ ਕੇ ਉਹ ਮੇਰੀ ਗੱਲ ਪੂਰੀ ਹੁੰਦੀ ਹੋ ਨਾ, ਕੋਈ ਇਨਸਾਫ ਵੀ ਹੋਣਾ ਚਾਹੀਦਾ। ਰੋਜ਼ ਆ ਕੇ ਸੁਣਾਉਂਦੇ ਹੋ ਇਹ ਸ਼ਹਿਬਤ ਵਾਲੀ, ਰੋਜ਼ ਆਪਣੀ ਗੱਲ ਤੁਸੀਂ ਕਹਿੰਦੇ ਹੋ, ਮੇਰੀ ਗੱਲ ਤੁਸੀਂ ਚੁੱਪ ਕਰਕੇ ਸੁਣੋ। ਤੁਸੀਂ ਸਾਨੂੰ ਕਹਿਣ ਲੱਗ ਗਏ ਦੂਸਰੇ ਦੀ ਵੀ ਗੱਲ ਤੁਸੀਂ ਚੁੱਪ ਕਰਕੇ ਸੁਣੋ। ਮੈਂ ਲਾਨਤ ਪਾਵਾਂਗਾ ਤੇ ਲਾਨਤ ਪਾਵਾਂਗਾ ਨਾ ਤੁਹਾਡੇ ਕੋਲੋਂ। ਤਗੜੇ ਤੁਸੀਂ ਮੌਲਵੀ ਨਾਲ ਖਿਲਾਰਿਆ ਨਾ ਆਪਣੇ ਨਬੀ ਨੂੰ, ਤੇ ਮੈਂ ਲਾਨਤ ਪਾਣ ਲੱਗਾ ਐਸੇ ਬੰਦੇ ਤੇ ਤੁਸੀਂ ਵੀ ਲਾਨਤ ਪਾਇਓ। ਕਿਹੜਾ ਨਬੀ? ਜਿਹੜਾ ਕਹਿੰਦਾ ਮੈਨੂੰ ਅੱਲਾਹ ਨੇ ਨਬੀ ਆਖ ਕੇ ਪੁਕਾਰਿਆ ਹੈ। ਮੈਂ ਤੇ ਨਹੀਂ ਕਿਹਾ ਨਬੀ ਨੂੰ, ਮੈਂ ਕਿਹਾ ਜਿਹੜਾ ਕਹਿੰਦਾ ਮੈਨੂੰ ਅੱਲਾਹ ਤੇ ਨਬੀ ਤੇ ਰਸੂਲ ਆਖਿਆ ਹੈ। ਹੁਣ ਕੀ ਹੋ ਰਿਹਾ? ਹੁਣ ਤੁਹਾਡੀ ਆਵਾਜ਼ ਉਹਨੂੰ ਅੱਲਾਹ ਨੇ ਨਬੀ ਆਖਿਆ ਹੈ। ਮੇਰਾ ਨਬੀ ਅੱਲਾਹ ਨੇ, ਮੈਂ ਕਹਿੰਦਾ ਅੱਲਾਹ ਨੂੰ ਨਬੀ, ਮੇਰਾ ਤੇ ਨਹੀਂ ਨਬੀ। ਉਹ ਭਾਈ ਖਲੋ ਜੋ, ਨਹੀਂ ਤੁਹਾਡੇ ਨਬੀ ਨਹੀਂ। ਬਾਰ-ਬਾਰ ਤੁਸੀਂ ਕਹੀ ਜਾਂਦੇ ਤੇਰਾ ਨਬੀ, ਤੇਰਾ ਨਬੀ, ਮੇਰਾ ਨਬੀ ਹੈ ਹੀ ਨਹੀਂ। ਉਹ ਭਾਈ ਅੱਛਾ ਨਹੀਂ ਹੈ ਨਬੀ, ਉਹਨਾਂ ਨੂੰ ਨਬੀ ਕਹਿ ਕੇ ਪੁਕਾਰਿਆ। ਅੱਲਾਹ ਨੇ ਯਕੀਨ ਹੈ ਕਿ ਝੂਠ ਬੋਲਿਆ? ਮਸੀਹ ਮੌਤ ਹੈ ਨਾ ਯਾਰ, ਚਲੋ ਕਿਆ ਇਸ ਚੀਜ਼ ਤੇ ਬਹਿਸ ਕਰਨੀ, ਗੱਲ ਅਗਲੇ ਨੂੰ ਪੂਰੀ ਕਰ ਲੈਂਦੇ। ਐਨਾ ਤੇ ਮੰਨਦੇ ਹੋ ਨਾ ਕਿ ਉਹਨਾਂ ਨੂੰ ਖੁਦਾ ਨੇ ਨਬੀ ਕਹਿ ਕੇ ਪੁਕਾਰਿਆ। ਉਹ ਕਿਸੇ ਮੌਲਵੀ ਰਹਿਮਤੁल्लाह ਕਰਾਨਵੀ ਨੂੰ ਖੁਦਾ ਨੇ ਨਬੀ ਕਹਿ ਕੇ ਪੁਕਾਰਿਆ। ਬਥੇਰਿਆਂ ਨੇ ਕਿਹਾ, ਤੁਸੀਂ ਦੱਸਣ ਦਿੰਦੇ ਹੋ ਸਾਨੂੰ? ਜਿੰਨੇ ਤੁਸੀਂ ਦੱਸਣ ਦਿੰਦੇ ਹੋ ਸਾਨੂੰ, ਥੱਲੇ ਲਾ ਕੇ ਛੱਡ ਦਿੰਦੇ ਹੋ ਕਿ ਦੱਸਣਾ ਨਹੀਂ ਹੈ। ਅਸੀਂ ਨਹੀਂ ਦੱਸਣ ਦੇਣਾ। ਉਹ ਯਾਰ ਜੇ ਤੇ ਇੰਜੀ ਤੁਹਾਡਾ ਉਹ ਦਿਲ ਹੀ ਬੰਦ ਹੋ ਚੱਲਿਆ ਭਾਈ, ਇਹਦਾ ਕੋਈ ਕਰ ਲੋ, ਇਹਨੂੰ ਕੋਈ ਮੰਜੀ ਲੈ ਆਵੇ ਤੇ ਉਹਦੇ ਤੇ ਪੱਕ ਲੈ ਜਾਓ। ਉਹ ਜਿਹੜਾ ਕਹਿੰਦਾ ਮੇਰਾ ਝੰਡਾ ਮੁਹੰਮਦ ਕੇ ਝੰਡੇ ਸੇ ਬੁਲੰਦ ਹੋ ਗਿਆ, ਉਹਨੂੰ ਕੀ ਕਰਨਾ ਜੇ? ਮੈਂ ਕਿਹਾ ਲੈ ਆਵੇ ਤਹਿਰੀਰ, ਜਿਸ ਤਰ੍ਹਾਂ ਮੈਂ ਐਸ ਦਾ ਫੈਸਲਾ ਕਰਨਾ ਪਿਆ ਉਹਦਾ ਵੀ ਫੈਸਲਾ ਕਰ ਲਾਂਗੇ। ਉਹ ਤੁਸੀਂ ਕਰ ਲੋਗੇ ਹੋ ਗਿਆ ਔਰ ਮੈਨੇ ਸਮਝਿਆ ਕਿ ਮੈਂ ਹੀ ਮੁਹੰਮਦ ਹੂੰ। ਔਰ ਸੁਣ ਤੇ ਲੋ ਨਾ ਸ਼ੇਖ ਸਾਹਿਬ, ਉਹਦੀ ਇਹ ਗੱਲ ਜਿਹੜੀ ਹੈ ਤੁਹਾਨੂੰ ਫੁੱਲਾਂ ਦਾ ਹਾਰ ਲੱਗਦੀ ਹੈ। ਨਹੀਂ ਇਹਨਾਂ ਕੋਲ ਬਰਦਾਸ਼ਤ ਨਹੀਂ। ਵੇਖੋ ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਕੋਈ ਦਲੀਲ ਨਹੀਂ ਹੈ। ਤੁਹਾਡੀ ਚੀਕਾਂ ਤੋਂ ਪਤਾ ਲੱਗਦਾ ਤੁਸੀਂ ਦਜਲ ਕਰਦੇ ਹੋ। ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਚਲੋ ਜੀ ਤੁਸੀਂ ਦਜਲ ਕਰਦੇ ਹੋ, ਤੁਸੀਂ ਸਿਰਫ ਮਿਰਜ਼ਾ ਸਾਹਿਬ ਦੀਆਂ ਦੱਸਦੇ ਹੋ, ਆਪਣਿਆਂ ਦੀ ਨਹੀਂ ਦੱਸਦੇ। ਗੱਲਾਂ ਕੋੜੀਆਂ ਲੱਗਦੀਆਂ ਨੇ। ਅਜੀਬ ਹੈ, ਅਗਲੇ ਨੂੰ ਗੱਲ ਹੀ ਨਹੀਂ ਤੁਸੀਂ ਕਰ ਦਿੰਦੇ ਹੋ। ਅਜੀਬ ਮਿਰਜ਼ਾਈਅਤ ਦੀ ਮੁਸੀਬਤ ਹੈ। ਨਹੀਂ
ਕਿ ਆਪਣੀ ਗੱਲ ਤੇ ਕਹਿੰਦੇ ਨੇ ਸਾਡੀ ਚੁੱਪ ਕਰਕੇ ਸੁਣੋ, ਦੂਸਰੇ ਦੀ ਸੁਣਦੇ ਨਹੀਂ ਹੋ। ਹੈ ਅਜੀਬ ਬਦਬਖਤ ਕੌਮ ਹੈ। ਬਾਕੀ ਸਾਰੇ ਤੇ ਬਦਬਖਤ ਨੇ, ਤੁਸੀਂ ਬੜੇ ਬਖਤਾਂ ਵਾਲੇ ਹੋ। ਤੁਸੀਂ ਤਾਂ ਤੁਹਾਡੀ ਗੱਲ ਪੂਰੀ ਤੇ ਸੁਣੋ। ਕੋਈ ਵੀ ਨਹੀਂ ਹੈ। ਬਾਕੀ ਆਪਣੀ ਗੱਲ ਬਾਰੇ ਤੇ ਤੁਸੀਂ ਕਹਿ ਰਹੇ ਸੀ ਮੇਰੀ ਗੱਲ ਪੂਰੀ ਹੋਣੀ, ਇਹਨਾਂ ਨੇ ਆਪਣਾ ਨਾਮ ਅਗਲੇ ਦੀ ਸੁਣਨੀ ਨਹੀਂ ਤੁਸੀਂ। ਤੁਹਾਨੂੰ ਕਹਦਾ ਕੋਈ ਆਮਰ ਨਜ਼ੀਰ ਸਾਹਿਬ ਤੁਹਾਨੂੰ ਕੋਈ ਪੈਸੇ ਦਿੰਦੇ ਨੇ ਜਾਂ ਕੋਈ ਤੁਹਾਨੂੰ ਕੋਈ ਦਿੰਦੇ, ਕੀ ਮਸਲਾ ਤੁਹਾਨੂੰ ਕੀ ਮਸਲਾ ਅਜੀਬ ਹੈ? ਬਦਬਖਤ ਸਾਹਿਬ ਨੇ ਬਦਬਖਤੀ ਹੈ ਕਿ ਅਗਲੇ ਦੀ ਗੱਲ ਪੂਰੀ ਇੱਕ ਵਾਰੀ ਨਹੀਂ ਆਖਿਆ ਹੈ, ਸਾਨੂੰ ਤੇ ਸੈਣੀ ਸਾਹਿਬ ਨੇ ਇੱਕ ਵਾਰੀ ਆਖਿਆ ਹੈ ਬਈ ਸ਼ੇਖ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ। ਅਸਾਂ ਮਾਈਕ ਨੂੰ ਮਿਊਟ ਲਾ ਛੜਿਆ, ਪੁੱਟਿਆ ਹੀ ਨਹੀਂ ਹੈ। ਤੇ ਇਹ ਵੇਖ ਲੋ ਜਿਹੜੇ ਹਾਲਾਤ ਹੋਏ ਪਏ ਨੇ ਇੱਥੇ। ਹਾਲਾਤ ਹੋਏ ਪਏ ਨੇ ਜੇ ਮੈਂ ਗੱਲ ਕਰਨ ਲੱਗਾ ਅੱਗੋਂ ਹਾਲਾਤ ਕੀ ਹੋਏ ਪਏ ਨੇ ਤੁਸੀਂ ਦੇਖ ਹੀ ਲਓ। ਇਹਦੀ ਰਿਕਾਰਡਿੰਗ ਕਰ ਲਓ। ਇਨਸਾਨ ਦੇ ਪੁੱਤਰਾ ਵਰਗੂ ਕਰੇ ਨਾ ਤੇ ਫਿਰ ਸਾਰੇ ਸੁਣਨ। ਉਹ ਇੱਕ ਤੇ ਸਾਲ ਹੋ ਗਿਆ, ਜਦੋਂ ਮਿਰਜ਼ਾਈ ਗੱਲ ਕਰ ਰਹੇ ਸੀ ਉਦੋਂ ਪੁੱਤਰਾਂ ਨੂੰ ਕਰ ਰਹੇ ਸੀ। ਤੁਹਾਡੀ ਬਕਵਾਸ ਤੇ ਸੁਣੀ ਹੈ ਇੰਨੀ ਦੇਰ ਦੀ ਚੁੱਪ ਕਰਕੇ। ਤਾਰਿਕ ਸਾਹਿਬ ਮੁਰਤਜ਼ਾ ਵਾਨ ਦੇ ਨਾਲ ਤੁਸੀਂ ਕਿਉਂ ਇੰਨਾ ਸ਼ਹਿਬਤ ਦਿੱਤੇ? ਤੁਸੀਂ ਚਲੋ ਫਿਰ ਉਹੀ ਬਕਵਾਸ ਸ਼ੁਰੂ, अगले नु गाली नहीं करने देनी। आपने भी तो रोला डाला था उसके ऊपर, वो जो मुर्तजा खान के ऊपर। भाई उनकी बात तो सुन ले आप, फिर अपना बेटी के साथ शहादत करता है, तू अपनी माँ के साथ शहादत करता है। मैं ये बात नहीं कह रहा हूँ, बकवास की थी ओदे ते तो कोई मैं तो वो बातें नहीं कह रहा। तारिक चौहान साहब ने अगले की बात तो सुन लो भाई, इसी बात तो सुन लो, फिर अपनी बात कर देना। ਇਹਨਾਂ ਨੂੰ ਅਟੈਕ ਹੋ ਜਾਣਾ ਦੋਵਾਂ ਨੂੰ, ਮੈਨੂੰ ਸ਼ੱਕ ਪੈਂਦਾ ਇਹਨਾਂ ਦੀ ਤੇ ਨਸ ਫਟਣ ਵਾਲੀ ਹੋਈ ਪਈ ਹੈ। ਸਾਹਿਬ ਨਸ ਨਹੀਂ ਫਟਣੀ, ਮੇਰੀ ਗੱਲ ਸੁਣੋ। ਇਹ ਮੁਰਤਜ਼ਾ ਵਾਨ ਸਾਹਿਬ ਨੇ ਇੱਥੇ ਆ ਕੇ ਸ਼ਹਾਬਤ ਵਾਲੀ ਗੱਲ ਕੀਤੀ ਸੀ ਮਿਰਜ਼ਾ ਸਾਹਿਬ ਦੀ। ਇਹੀ ਤਾਰਿਕ ਚੌਹਾਨ ਸਾਹਿਬ ਨੇ ਉਹਨੂੰ ਕਿਹਾ ਸੀ ਤੂੰ ਆਪਣੀ ਮਾਂ ਨਾਲ ਸ਼ਹਾਬਤ ਕਰ, ਤੂੰ ਆਪਣੀ ਧੀ ਨਾਲ ਕਰ, ਤੂੰ ਆਪਣੀ ਭੈਣ ਨਾਲ ਕਰ। ਉਦੋਂ ਕੀ ਹੋਇਆ ਸੀ? ਮੈਂ ਕੋਈ ਇਨਸਾਫ ਦਾ ਤਕਾਜ਼ਾ ਹੈ, ਆਪਣੀ ਗੱਲ ਪੂਰੀ ਕਰਨੀ ਹੈ ਭਾਵੇਂ ਅੱਧੇ ਘੰਟੇ ਦੀ ਹੋਵੇ, ਅਗਲੇ ਨੂੰ ਕਰਨ ਨਹੀਂ ਦੇਣੀ। ਮੁਬਸ਼ਰ ਮੁਫਤੀ ਦੇ ਅੱਗੇ ਕੀ ਕਹਿੰਦਾ ਸੀ? ਅਜੀਬ ਬਦਮਾਸ਼ੀ ਹੈ ਮਿਰਜ਼ਾਈ ਸਾਹਿਬ। ਉਹ ਲਾਮਾ 365 ਚੁੱਪ ਹੋ ਜਾਂਦਾ ਹੈ, ਉਹ ਲਾਮਾ 365 ਚੁੱਪ ਹੋ ਜਾਂਦਾ ਹੈ। ਮਿਰਜ਼ਾਈ ਦੀ ਬਦਮਾਸ਼ੀ ਹੈ ਕਿ ਅਗਲੇ ਨੂੰ ਗੱਲ ਨਹੀਂ ਕਰਨ ਦੇਣੀ। ਬਦਮਾਸ਼ੀ ਨਹੀਂ, ਮਿਰਜ਼ਾਈ ਦੀ ਬਦਮਾਸ਼ੀ ਰੋਣ ਲੱਗੇ ਨੇ ਬਰਾਡਾਂ ਦੇ ਉੱਤੇ, ਰੋਣ ਲੱਗੇ ਕਿਉਂ ਨਹੀਂ ਕੀਤੀ? ਇੱਥੇ ਰੋਂਦੇ ਆਪਣੀ ਬਕਵਾਸ ਜਿੰਨੀ ਮਰਜ਼ੀ ਲੰਬੀ ਕਰੋ, ਅਗਲੇ ਨੂੰ ਨਹੀਂ ਕਰਨ ਦੇਣੀ। ਲਾਮਾ 365 ਦੀ ਜ਼ਬਾਨ ਬੰਦ ਹੋ ਜਾਂਦੀ ਹੈ। ਹਰ ਬਰਾੜ ਦੇ ਉੱਤੇ ਇਹਨਾਂ ਦਾ ਰੋਣਾ ਸ਼ੁਰੂ ਹੋਇਆ, ਇੱਥੇ ਰੋਣ ਲੱਗੇ ਨੇ, ਉਹੀ ਕੰਮ ਕਰ ਰਹੇ ਆ ਜਿੱਥੇ ਤੇਰੀ ਗੈਰਤ ਮਾਰ ਜਲਦੀ ਤੇ ਚਮਚਾਗਿਰੀ ਦਾ ਕੰਮ ਸ਼ੁਰੂ ਕਰ ਦਿੰਦਾ ਹੈ ਇਹਦੇ ਅੱਗੇ। ਮਿਰਜ਼ਾਈਆਂ ਦੀ ਗੈਰਤ ਤੇ ਹੈ ਹੀ ਨਹੀਂ, ਉਹ ਖਲੀਫਾ ਹੀ ਹੀਜੜਾ ਹੈ ਤੇ ਗੈਰਤ ਕਿੱਥੋਂ ਹੋਣੀ ਹੈ? ਅੱਛਾ ਜੇ ਮੌਲਵੀ ਨਾਲ ਪੈਰੋਕਾਰਾਂ ਚ ਮੈਂ ਜੇ ਆਪਣੇ ਮਸੀਹ ਮੌਤ ਦਾ ਮੌਲਵੀ ਨਾਲ ਕੰਪੈਰੀਜ਼ਨ ਕੀਤਾ ਹੈ, ਜੇ ਮਸੀਹ ਮੌਤ ਦਾ ਕੰਪੈਰੀਜ਼ਨ ਇੱਕ ਮੌਲਵੀ ਨਾਲ ਕੀਤਾ ਹੈ, ਹਿੰਮਤ ਕਰਕੇ ਸੁਣ ਤੇ ਲੋ ਮੌਲਵੀ ਦੇ ਬਾਰੇ ਕੀ ਗੱਲ ਹੋਣਾ। ਦੇਖ ਲਾਮਾ 365 ਤੇ ਨਾ ਮੁਖਾਤਬ ਨਹੀਂ ਆ ਮੈਂ। ਮੌਲਵੀ ਦੇ ਬਾਰੇ ਜੋ ਗੱਲ ਹੈ ਆਪਣੇ ਮਸੀਹ ਮੌਤ ਤੇ ਵੀ ਉਹ ਸੱਟਿਓ ਤਿਆਰੀ ਭਰ ਕੇ। 365 ਤੇ ਨਾ ਮੁਖਾਤਬ ਨਹੀਂ ਆ ਮੈਂ, ਠੀਕ ਹੈ ਨਾ? ਇਸ ਹੱਦ ਮੁਖਾਤਬ ਨਾ ਕਰ ਸਾਨੂੰ। ਇਹ ਕੌਮ ਦਾ ਹਾਲ ਹੋਇਆ ਪਿਆ ਜੇ, ਇਹ ਜੇ ਉਹ ਕੌਮ ਜਿਹਦੇ ਬਾਰੇ ਮਿਰਜ਼ਾ ਸਾਹਿਬ ਨੇ ਦਿੱਤਾ, मेरे फिरके के लोग दलाइल और सच्चाई के नूर से और मिर्जा साहब की कौम नहीं है, हिजड़ी कौम है, ये मिर्जा साहब की कौम नहीं। अली दलाल चाहिए ने और आमर नजीर साहब जाओ जाओ और तुम तो रोनी शुरू और जनानियां अल्लाह दी कसम जनानियां तो गिरे जनानियां तो ਵੱਧ ਕੇ ਰੋਣਾ ਸ਼ੁਰੂ ਕਰ ਦਿੰਦੇ। ਤੁਹਾਡੇ ਕੋਈ ਇਨਸਾਫ ਨਹੀਂ ਹੈ ਤੁਹਾਨੂੰ ਕਿ ਤੁਸੀਂ ਖੁਦ ਤੇ ਕਹਿੰਦੇ ਹੋ ਮੇਰੀ ਗੱਲ ਚੁੱਪ ਕਰਕੇ ਸੁਣੋ, ਅਗਲੇ ਦੀ ਤੁਸੀਂ ਸੁਣਦੇ ਨਹੀਂ ਹੋ। ਉਹ ਯਾਰ ਟੀਐਮਸੀ ਕਿਸ ਲਈ ਬੇਇਨਸਾਫੀ ਹੈ? ਉਹ ਟੀਐਮਸੀ ਚੁੱਪ ਕਰ, ਤੂੰ ਚੁੱਪ ਕਰ। ਵਿੱਚ ਬਕਵਾਸ ਤੁਸੀਂ ਕਰੀ ਜਾ ਰਹੇ, ਹਰ ਮਿਰਜ਼ਾਈ ਬੋਲੀ ਜਾ ਰਹੇ ਤੇ ਹੀ ਜਿਹੜੇ ਪਤਾ ਨਹੀਂ ਕਿਤੇ ਇਹਨਾਂ ਨੂੰ ਚੈਨ ਨਹੀਂ ਆਉਂਦਾ, ਉੱਥੇ ਆ ਜਾਂਦੇ ਨੇ ਚੁੱਪ। ਬਕਵਾਸ ਨਹੀਂ ਸੁਣ ਸਕਦੇ ਨਾ। ਟੀਐਮਸੀ ਚੁੱਪ ਕਰਕੇ ਬੈ, ਗੱਲਾਂ ਨਾ ਯਾਰ ਚੁੱਪ ਕਰਕੇ ਬੈ। ਦੇਖੋ ਨਬੀਆਂ ਦੀ ਤੋਹੀਨ ਕਰਨ ਵਾਲਿਆਂ ਦੇ ਉੱਤੇ ਲਾਨਤ ਪਾਣਾ, ਭਾਵੇਂ ਕੋਈ ਮੌਲਵੀ ਹੋਵੇ ਭਾਵੇਂ ਕੋਈ ਵੱਡਾ ਮੌਲਵੀ ਹੋਵੇ, ਅਲਾਮਾ 365 ਨਬੀਆਂ ਦੀ ਤੋਹੀਨ ਕਰਨ ਵਾਲਿਆਂ ਦੇ ਉੱਤੇ ਲਾਨਤ ਪਾਣਾ ਕੋਈ ਬੁਰੀ ਗੱਲ ਹੈ? ਕੱਪੜੇ ਲਾਣੇ ਆ ਤੇ ਮੈਂ ਤੁਹਾਡੇ ਲਾਣੇ ਤੇ ਪਾਣਾ ਤੇ ਬੁਰੀ ਗੱਲ ਹੈ। ਅਲਾਮਾ 365 ਲਓ ਜੀ ਮੈਂ ਕਰੇ ਕਹਿਣਾ ਮੇਰੇ ਬਾਪ ਦੇ ਕੱਪੜੇ ਲਾਣੇ ਆ। ਨਬੀਆਂ ਦੀ ਤੋਹੀਨ ਕਰਨ ਵਾਲਿਆਂ ਦੇ ਉੱਤੇ ਲਾਨਤ ਪਾਣੀ ਚਾਹੀਦੀ ਹੈ। ਨਾ ਹੀ ਨੌਜ਼ ਬਿਲਾ 365 ਲਓ ਜੀ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ। ਅਲਾਮਾ 365 ਨਾ ਅਸੀਂ ਹਜ਼ਰਤ ਅਲੀ ਦੇ ਨਾ ਅਸੀਂ ਉਮਰ ਬਾਪ ਦੇ ਕੱਪੜੇ ਲਾਣੇ ਆ। ਮਿਰਜ਼ਾਈ ਹੀਜੜਿਆਂ ਦੀ ਦੁਮ ਤੇ ਪੈਰ ਆ ਗਿਆ, ਹੁਣ ਇਹਨਾਂ ਨੂੰ ਬੜਾ ਚੀਕਣਾ। ਨਾ ਜਿਹੜਾ ਨਾ ਅਸੀਂ 365 ਦਿਨ ਨੌਜ਼ ਬਿਲਾ ਸ਼ਹਾਦਤ ਕਰਾਣੇ ਆ ਕਿਸੇ ਕੋਲ। ਦੁਮ ਤੇ ਸਿਰਫ ਪੈਰ ਨਹੀਂ ਆਇਆ ਬਲਕਿ ਦੁਮ ਮਿੱਟੀ ਗਈ ਹੈ ਸਾਰੀ। ਟੀਐਮਸੀ ਚੁੱਪ ਕਰਕੇ ਬੈ, ਕੁਚਲੀ ਗਈ ਕੁਚਲੀ। ਇਹ ਟੀਐਮਸੀ ਤੂੰ ਨਾ ਗੱਲ ਕਰ ਪਲੀਜ਼ ਯਾਰ। ਟੀਐਮਸੀ ਚਾਚਾ, ਟੀਐਮਸੀ
ਬਹੁਤ ਬਦਬਖਤ ਕੌਮ ਹੈ ਤਰਸ ਆਉਂਦਾ ਆਪਣੀ ਪਿਆ। ਕਹਿੰਦੇ ਸਾਡੀ ਤਰਸ ਬਕਵਾਸ ਹਰ ਆਉਂਦਾ ਕੋਈ ਪਿਆ। ਸੁਣੇ ਚੁੱਪ ਕਰਕੇ ਚਾਚਾ TMC ਪਰ ਕਿਸੇ ਨੂੰ ਨਹੀਂ ਅਸੀਂ ਬੋਲਣ ਕੈਸੀ ਦੇਣਾ ਜ਼ਿਲਤ ਦੀ ਜ਼ਿੰਦਗੀ ਇਹਨਾਂ ਦੇ ਮੱਥੇ ਲੱਗੀ ਇਹ ਮਿਰਜ਼ਾ ਸਾਹਿਬ ਨੇ ਇਹਨਾਂ ਨੂੰ ਚੱਲ ਗਿਆ ਸੀ ਕਿ ਹਰਾਮਜ਼ਾਦੇ ਨੇ ਮਿਰਜ਼ਾ ਸਾਹਿਬ ਅਲਾਮਾ 365 ਇਹ ਗੱਲ ਆ ਕੇ ਕਰ ਰਿਹਾ ਕਿ ਰੱਖਿਆ ਹੁੰਦਾ ਅੱਛਾ ਮਾਲਕ ਨੂੰ ਕੁਝ ਅੱਛਾ ਜੇ ਮੈਂ ਕੰਧ ਹੁਸੈਨੀ ਸਾਹਿਬ ਜੇ ਮੈਂ ਕੰਧ ਵੱਲ ਮੂੰਹ ਕਰਕੇ ਸਾਨੂੰ ਮੁਖਾਤਬ ਨਾ ਕਰ ਜੇ ਮੈਂ ਹੁਸੈਨੀ ਸਾਹਿਬ ਕੰਧ ਵੱਲ ਹੁਸੈਨੀ ਸਾਹਿਬ ਜੇ ਮੈਂ ਕੰਧ ਵੱਲ ਮੂੰਹ ਕਰਕੇ ਆਖਾਂ ਵੀ ਨਬੀਆਂ ਦੀ ਤੋਹੀਨ ਕਰਨ ਵਾਲੇ ਤੇ ਲਾਨਤ ਇਹ ਮੈਨੂੰ ਗਾਲਾਂ ਕੱਢਣਗੇ ਪੈਗਾਮ ਦੇ ਕੇ ਗਏ ਨੇ ਰਾਣਾ ਜ਼ਾਇਦ ਔਰ ਜ਼ਾਇਦ ਅਸਕਾਨੀ ਮੈਂ ਕਿਹਾ ਹੁਸੈਨੀ ਸਾਹਿਬ ਅਲਾਮਾ ਨਾਜ਼ਰ ਅਲਾਮਾ ਨਜ਼ੀਰ ਠੀਕ ਹੈ ਜੀ, ਜੇ ਠੀਕ ਹੈ। ਆਨੇ ਆ ਭੱਜ ਜਾਂਦਾ ਤੇ ਆਪਣੇ ਨਜ਼ੀਰ ਸਾਹਿਬ ਇਹ ਦੱਸੋ ਜੇ ਕਿਸੇ ਨੇ ਹੁਸੈਨੀ ਸਾਹਿਬ ਆਮਰ ਨਜ਼ੀਰ ਨੂੰ ਤੇ ਗੱਲ ਕਰਨ ਨਹੀਂ ਦੇ ਰਹੇ ਮਿਰਜ਼ਾਈ ਬੋਲੀ ਜਾ ਰਹੇ ਨੇ ਵਿੱਚ ਇੱਕ ਦਫਾ ਵੀ ਗੱਲ ਪੂਰੀ ओ ਨਹੀਂ यार ਕਰਨ ਦਿੱਤੀ चाचा टीएमसी आप चुप करके बैठो ਕਿਉਂ ਆਪਣਾ ਸਾਡੀ ਬਾਤ ਸਾਹਿਬ ਕੋਈ ਕਿਸੇ ਦੇ ਮੈਂ ਕਿਹਾ- ਬਜ਼ੁਰਗਾਂ ਦੀ ਡਿਸਰਿਸਪੈਕਟ ਕਰੇ ਜੀ, ਜੀ। ਤੇ ਉਹਦੇ ਤੇ ਲਾਹਨਤ ਪਾਣਾ ਉਹ ਗਾਲਾਂ ਹੁੰਦੀਆਂ ਨੇ ਨਹੀਂ ਜੀ ਮੈਂ ਕਿਹਾ ਜੇ ਮੈਂ ਕੰਧ ਵੱਲ ਮੂੰਹ ਕਰਕੇ ਆਖ ਸੜਾਂ ਵੀ ਨਬੀਆਂ ਦੀ ਤੋਹੀਨ ਕਰਨ ਵਾਲਿਆਂ ਤੇ ਲਾਨਤ ਤੇ ਇਹ ਮੈਨੂੰ ਗਾਲਾਂ वो ਕੱਢਣਗੇ जी वो अलामा 365 करता है ਠੀਕ ਹੈ अलामा 365 करता है ਠੀਕ ਹੈ ਜਿਹੜਾ ਨਬੀਆਂ ਦੀ ਤੋਹੀਨ ਕਰਨ ਵਾਲੇ ਨੇ ਲਾਨਤੀ ਨੇ ਇਹ ਕੋਈ ਬੁਰੀ ਗੱਲ ਹੈ बिल्कुल लानती ने अलामा 365 लानती है ਉਹ ਤੁਹਾਨੂੰ ਤੇ ਕਿਹਾ ਹੀ ਨਹੀਂ ਅਲਾਮਾ 365 ਕੋਈ ਹੋਰ ਹੈ ਯਾਰ ਕੀ ਹੋ ਗਿਆ ਤੁਹਾਨੂੰ ਤੁਸੀਂ ਨਹੀਂ ਹੋ ਅਲਾਮਾ 365 ਠੀਕ ਹੋ ਗਿਆ ਕੀ ਬਾਤ ਹੈ ਕੀ ਬਾਤ साहब अलामा साहब कहते हैं कि हक़ तनकीद तुम्हें है मगर इस शर्त के साथ जायजा लेते रहो अपने गिरेबानों का। ਬਹੁਤ वाह क्या बात है हफीज साहब ਮੈਂ ਕਿਹਾ ਸ਼ੇਖ ਸਾਹਿਬ बहुत ਨੇ बड़ा है। ਸ਼ੇਖ ਸਾਹਿਬ ਕੀ ਹਾਲ ਹੈ ਉਹਨਾਂ ਦਾ ਅਮਰ ਅਜ਼ੀਜ਼ ਸਾਹਿਬ ਦਾ ਕੀ ਹਾਲ ਹੈ अभी मेरा कोई रब्ता नहीं हुआ सैनी साहब, मैं कल इंशाल्लाह रब्ता करूंगा। ਮੈਂ ਤੇ ਉਹਨਾਂ ਵਾਸਤੇ ਦੁਆ ਮੰਗਣਾ ਪਿਆ ਉਹਨਾਂ ਦਾ ਪਤਾ ਕਰਿਓ ਹਾਲ-ਵਾਲ ਪਤਾ मैं ਕਰਕੇ इंशाल्लाह कल पता करूंगा तो आपको बताऊंगा। ਖੈਰੀਅਤ ਹੈ ਉਹਨਾਂ ਨੂੰ ਅਸੀਂ ਵੀ ਦੁਆ ਕਰੀਏ ਕੀ ਹੋਇਆ ਦੱਸੋ ਜਰਾ। ਉਹਨਾਂ ਤੇ ਕੋਈ ਆਪਰੇਸ਼ਨ ਹੋਇਆ ਹੈ ਗਲੇ ਦਾ ਉਹ ਅੱਲਾਹ ਤਾਲਾ ਫਜ਼ਲ ਤੇ ਕਰੇ ਉਹਨਾਂ ਵਾਸਤੇ ਅੱਛੇ ਆਲਮ ਬੰਦੇ ਨੇ ਉਹ ਅੱਲਾਹ ਤਾਲਾ ਫਜ਼ਲ ਕਰੇ ਉਹਨਾਂ ਨੂੰ ਜਦੋਂ ਉਹ ਵੀ ਇੰਜ ਹੈ ਮੈਂ ਕਿਹਾ ਉਹ ਵੀ ਇੰਜ ਤਬਲੀਗ ਕਰਦੇ ਨੇ ਨਹੀਂ ਉਹ ਬੜੇ ਰਿਸਪੈਕਟ ਬੰਦੇ ਨੇ ਜਿਹੜੀ ਉਹ ਗੱਲ ਕਰੋ ਨਹੀਂ ਦੁਮ ਤੇ ਪਿਆਰ ਆ ਜਾਂਦਾ ਉਹ ਬੜੇ ਬੜੇ नहीं, एक- दुम तो प्यार आ ਜਾਂਦਾ आमिर अली साहब शिगरी साहब ने मैं आख्या सी आमिर अली साहब मैं भी ਸ਼ਿਗਰੀ ऐसे ਸਾਹਿਬ नहीं ਨੂੰ ਮੈਂ करता ਆਖਿਆ था। ਸੀ ਵੀ ਉਹਨਾਂ ਨਾਲ ਹੀ ਕਰਾ ਦਿਓ ਜਿਹੜਾ ਲੋਹੜੀ ਵਿਰੋਧ ਦਾ ਤੁਹਾਡੇ ਕੋਲ ਬੰਦਾ ਆਇਆ आमिर अली साहब ਤੇ सुनो, ਸ਼ਿਗਰੀ ਸਾਹਿਬ ਆਖਿਆ ਵੀ ਤੇਰੇ ਸਾਹਮਣੇ ਕੋਈ ਵੀ ਨਹੀਂ ਬੰਦਾ ਨਾ ਲੋਹੜੀ ਨਾ ਕਰਾ ਦੇ आमिर अली साहब मैं भी इंज नहीं सा करदा, ये ਤੁਹਾਡੀ सोहबत ਦਾ ਨਤੀਜਾ ਹੈ। ਉਹ ਕਸਮ ਅੱਲਾ ਦੀ। ਇਹ ਜੇ ਅਮਰਜੀਤ ਸਾਹਿਬ ਤੁਸੀਂ ਕਹਿੰਦੇ ਜਿਹੜੇ ਤੁਹਾਨੂੰ ਇਮਾਮ ਸਮਝਦੇ ਜਾਂ ਲਾਮਾ ਸਮਝਦੇ ਨੇ ਨਾ ਕਿ ਕੋਈ ਐਂ ਦੀ ਤੁਹਾਡੇ ਅੱਗੇ ਬਹਿ ਨਹੀਂ ਸਕਦਾ, ਜਿਹੜੀ ਜ਼ੁਬਾਨ ਤੁਸੀਂ ਯੂਜ਼ ਕਰਦੇ ਹੋ ਤਾਂ ਤੁਸੀਂ ਵੀ 2 ਸੈਕਿੰਡ ਨਾ ਕੱਢੋ। ਉਹ ਸਰ ਦੋ ਬੰਦੇ ਆ ਕੇ ਬਹਿੰਦੇ ਨੇ ਉਦੋਂ ਆਉਂਦੇ ਨਹੀਂਗੇ ਠੀਕ ਦੋ ਹੈ ਬੰਦੇ ਆ ਕੇ ਬਹਿੰਦੇ ਨੇ ਉਦੋਂ ਨਹੀਂ ਆਉਂਦੇ ਇਹ ਸਿਰਫ ਆਪਣਾ ਮੁਹਾਸਬਾ ਖੁਦ ਹੀ ਕਰ ਲਓ ਕਿ ਜਿਹੜੀ ਲੈਂਗੁਏਜ ਤੁਸੀਂ ਯੂਜ਼ ਕਰਦੇ ਹੋ ਕਿ ਤੁਸੀਂ ਆਪਣੇ ਵਾਸਤੇ ਇਹ ਜਾਇਜ਼ ਸਮਝਦੇ ਹੋ? ਜਾਇਜ਼ ਸਮਝਦੇ ਨੇ ਜਾਇਜ਼ ਸਮਝਦੇ ਬਹੁਤ ਅੱਲਾ ਮੇਰਾ ਖਿਆਲ ਹੈ 3 ਆਦਮੀ ਮਿਲ ਕੇ ਅਗਰ ਗੱਲ ਕਰੋ ਨਾ ਤੇ ਫਿਰ ਉਹਨਾਂ ਨੂੰ ਕੱਲਿਆਂ ਨੂੰ ਬਾਅਦ ਵਿੱਚ ਮੌਕਾ ਦਿਓ ਤੇ ਇਸ ਨਹੀਂ ਤਰ੍ਹਾਂ ਉਹ ਇਕੱਲੇ ਨਹੀਂ ਨੇ ਉਹ ਵੀ ਨਾ ਤੇਰੇ ਟੀਐਮਸੀ ਬੈਠੇ ਨੇ ਤੁਸੀਂ ਵੀ ਉਹ ਨਾਲ ਉਹਨਾਂ ਦੇ ਦੋ ਤਿੰਨ ਬੰਦੇ ਮੈਂ ਤੇ ਨਹੀਂ ਗੱਲ ਕਰਾਂਗਾ ਮੈਨੂੰ ਸਨੇ ਸਾਹਿਬ ਉਹ ਨਹੀਂ ਇਕੱਲੇ ਉਹ ਇੱਥੇ ਇਕੱਲੇ ਨਹੀਂ ਨੇ ਫਿਕਰ ਨਾ ਕਰੋ ਮੈਨੂੰ ਤੇ ਜਿੱਥੇ ਰੋਕੋਗੇ ਮੈਂ ਉੱਥੇ ਰੁਕ ਜਾਵਾਂਗਾ ਮੈਂ ਕਹਿ ਰਿਹਾ ਉਹ ਇਕੱਲੇ ਨਹੀਂ ਨੇ ਫਿਕਰ ਨਾ ਕਰੋ ਤੁਸੀਂ ਮੈਂ ਉਹਨਾਂ ਦੀ ਨਹੀਂ ਗੱਲ ਕਰ ਰਿਹਾ ਮੈਂ ਕਹਿ ਰਿਹਾ ਵੀ ਗੱਲ ਸੋਨੀ ਸਾਹਿਬ ਤੁਹਾਡੀ ਗੱਲ ਜੀ। ਠੀਕ ਹੈ, ਬੰਨ ਤੋੜਨ ਵਾਸਤੇ ਇੱਕ ਹੀ ਬੰਦਾ ਕਾਫੀ ਹੁੰਦਾ ਹੈ, ਪਰ ਜੀ। ਉਹ ਬੰਨ ਨੂੰ ਬੰਨਣ ਵਾਸਤੇ ਜੀ। ਕਈ ਬੰਦੇ ਚਾਹੀਦੇ ਹੁੰਦੇ ਨੇ। ਜੀ ਠੀਕ ਹੈ ਜੀ ਠੀਕ ਹੈ, ਠੀਕ ਹੈ ਤੇ ਇਹ ਮਿਸਾਲ ਇਸ ਲਈ ਦਿੱਤੀ ਹੈ ਕਿ ਨਹੀਂ ਜਿਹੜੀਆਂ ਵੀ ਤੁਸੀਂ ਮਿਸਾਲਾਂ ਦਿੰਦੇ ਹੋ ਬਹੁਤ ਆਲਾ ਮਿਸਾਲਾਂ ਦਿੰਦੇ ਹੋ ਗੱਲ ਵਾਦੇ ਜੋ ਕਰ ਦਿੰਦੇ ਹੋ ਮਗਰ ਹੁਸੈਨੀ ਸਾਹਿਬ ਜੀ ਹੁਸੈਨੀ ਸਾਹਿਬ ਜੀ, ਉਹ ਜਿਹੜੇ ਜੀ। ਬੰਦੇ ਦੋ ਆ ਕੇ ਤੁਹਾਨੂੰ ਪੈਗਾਮ ਦੇ ਕੇ ਗਏ ਨੇ ਤੁਸੀਂ ਅੱਗੇ ਪੈਗਾਮ ਪਹੁੰਚਾਇਆ ਕਿ ਨਹੀਂ ਹਲੇ ਨਹੀਂ ਮੈਂ ਨਹੀਂ ਕਿਸੇ ਦੇ ਪੈਗਾਮ ਕਿਧਰੇ ਪੁੱਛਾਂਦਾ ਪਹੁੰਚਾਓ ਨਾ ਜੀ ਉਹਨਾਂ ਤੁਹਾਨੂੰ ਦੇ ਕੇ ਗਏ ਨੇ ਕੋਈ ਇੱਥੇ ਰਾਣਾ ਜ਼ਾਇਦ ਸਾਹਿਬ ਤੇ ਜ਼ਾਇਦ ਅਸਕਾਨੀ ਸਾਹਿਬ ਟਿਕਟੌਕ ਦੇ ਉੱਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਹਾਂ ਇਹ ਹੁਣ ਐਲਾਨ ਹੀ ਹੋ ਰਹੇ ਨੇ ਜਾ ਰਹੀਆਂ ਨੇ ਬਹੁਤ ਸਾਰੇ ਬੰਦੇ ਸੁਣ ਰਹੇ ਨੇ ਉਹਨੂੰ लो जी मैं तेरा ना आज सुबह की ना है हफीज शेख साहब आज सुबह दो असहाब आए सन साडे कोल इत्थे इस बरात ते बड़े मोअज़्ज़ज़ असहाब सन एक दा नाम सी राणा ज़ाहिद साहब और एक दा नाम सी ज़ाहिद अस्कानी साहब उन्हां दोवां ने 2 सवालात छड्ड के गए ने ਸਾਡੇ ਇੱਥੇ ਕਲਾਮਾਂ ਆਉਂਦੇ ਨੇ ਉਹਨਾਂ ਵਾਸਤੇ
ਔਰ ਉਹ ਸਵਾਲ ਇਹ ਛੱਡ ਕੇ ਗਏ ਨੇ ਕਿ ਇੱਕ ਤੇ ਇਹ ਹੈ ਕਿ ਜਿਹੜਾ ਉਹਨਾਂ ਨੇ ਕਿਸੇ ਗੈਰ ਮੁਸਲਿਮ ਨੂੰ ਇਹ ਕਿਹਾ ਸੀ ਕਿ 365 ਦਿਨ ਸ਼ਹਾਦਤ ਹੈ ਨੌਜ਼ ਬਿल्ला ਨਬੀ ਕੇ ਸੱਲਮ ਦੀ ਨੌਜ਼ ਬਿल्ला ਔਰ ਬਕਵਾਸ ਨਾ ਕਰ ਹਰਾਮ ਦਾ ਨਾ ਬਣ ਮਿਰਜ਼ੇ ਕਾਦੀਆਨੀ ਦੇ ਬਕੌਲ ਤੂੰ ਹਰਾਮ ਜ਼ਾਦਾ ਹੈ ਮਿਰਜ਼ੇ ਕਾਦੀਆਨੀ ਨੇ ਤੈਨੂੰ ਹਰਾਮ ਜ਼ਾਦਾ ਕਿਹਾ ਇਸੇ ਗੱਲ ਵਾਸਤੇ ਕਿ ਤੂੰ ਨਬੀ ਪਾਕ ਦਾ ਨਾਮ ਲੈ ਕੇ ਘਰ ਭੌਂਕਣ ਤੂੰ ਨਬੀ ਪਾਕ ਦਾ ਨਾਮ ਲੈ ਕੇ ਭੌਂਕੇਗਾ ਤੇ ਤੂੰ ਹਰਾਮ ਜ਼ਾਦਾ ਕਰਵਾਏਗਾ ਉਹ ਹਰਾਮ ਜ਼ਾਦੇ ਨਾਮ ਭੌਂਕ ਮਿਰਜ਼ੇ ਕਾਦੀਆਨੀ ਨੇ ਮਿਰਜ਼ੇ ਕਾਦੀਆਨੀ ਦਜਾਲ ਨੇ ਤੈਨੂੰ ਹਰਾਮ ਜ਼ਾਦਾ ਕਿਹਾ ਮਿਰਜ਼ੇ ਦਜਾਲ ਨੇ ਤੈਨੂੰ ਹਰਾਮ ਜ਼ਾਦਾ ਕਿਹਾ ਉਸ ਦਜਾਲ ਦੀ ਗੱਲ ਮੰਨ ਲੈ ਉਹਨੂੰ ਦਜਾਲ ਨਾ ਆਖ ਉਹਦੀ ਗੱਲ ਮੰਨ ਲੈ ਉਸ ਦਜਾਲ ਦੀ ਗੱਲ ਮੰਨ ਲੈ ਉਹਨੇ ਤੈਨੂੰ ਹਰਾਮ ਜ਼ਾਦਾ ਆਖੀ ਮਿਰਜ਼ੇ ਦਜਾਲ ਨੇ ਉਸ ਐਸੀ ਗੰਦੀ ਕੌਮ ਉਸਾਨੇ ਸਾਹਿਬ ਮੈਂ ਤਾਂ ਸਿਰਫ ਪੈਗਾਮ ਪਹੁੰਚਾ ਰਿਹਾ ਸੀ ਪੈਗਾਮ ਫਿਰ ਮੇਰੀ ਗੱਲ ਸੁਣੋ ਜਿੱਕਣ ਦਾ ਪਹੁੰਚਾਉਂਦੇ ਹੋ ਫਿਰ ਉਂਝ ਦਾ ਅਗਲਿਆਂ ਨੇ ਤੇ ਫਿਰ ਜਵਾਬ ਨਹੀਂ ਮਗਰ ਮੈਂ ਤੇ ਨੌਜ਼ ਬਿल्ला ਪੜ੍ਹ ਕੇ ਪੈਗਾਮ ਪਹੁੰਚਾਇਆ ਅਗਲੇ ਤੁਹਾਨੂੰ ਪੂਰੀ ਗੱਲ ਦਾ ਹੀ ਨਹੀਂ ਪਤਾ ਹਾਕੀ ਸਾਹਿਬ ਉਹਨਾਂ ਨੇ ਕਿਹਾ ਮੇਰਾ ਪੈਗਾਮ ਪਹੁੰਚਾ ਦਿਓ ਮੈਂ ਪੈਗਾਮ ਪਹੁੰਚਾ ਰਿਹਾ ਸੀ ਸਲਾਮੁਅਲੈਕੁਮ ਸਨੀ ਭਾਈ ਤੁਸੀਂ ਆਪਣੇ ਅਕਾਬਰੀਨ ਨੂੰ ਆਪ ਪਹੁੰਚਾਉਂਦੇ ਹੋ ਨਹੀਂ ਸਾਕੀ ਸਾਹਿਬ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਤਾਂ ਪੈਗਾਮ ਪਹੁੰਚਾ ਰਿਹਾ ਇੱਕ ਬੰਦੇ ਦਾ ਓ ਯਾਰ 2 ਮਿੰਟ ਉਸ ਬੰਦੇ ਦੀ ਗੱਲ ਹੀ ਨਹੀਂ ਲੋ ਜੀ ਕਰ ਲੋ ਤੁਸੀਂ ਕਰ ਲੋ ਸਲਾਮੁਅਲੈਕੁਮ ਸਨੀ ਭਾਈ ਕੀ ਹਾਲ ਹੈ ਵਾਲੇਕੁਮ ਸਲਾਮ ਜੀ ਅਲਹਮਦੁਲਿਲਾ ਤੁਸੀਂ ਸੁਣਾਓ ਠੀਕ ਯਾਰ ਲੋਕ ਇੱਥੇ ਲੜਨਾ ਸ਼ੁਰੂ ਕਰ ਦਿੰਦੇ ਨੇ ਇਹ ਬੜਾ ਮਸਲਾ ਯਾਰ ਲੋਕ ਵਿਹਲੇ ਹੋ ਕੇ ਆਉਂਦੇ ਨੇ ਲੜਨ ਵਾਸਤੇ ਤੇ ਲੜਨ ਵਾਸਤੇ ਅੱਛਾ ਪਲੇਟਫਾਰਮ ਹੈ ਤੇ ਇੱਥੇ ਆ ਕੇ ਥੋੜੀ ਦੇਰ ਲੜ ਲੁੜ ਕੇ ਤੇ ਫਿਰ ਜਾ ਕੇ ਨਵਾਂ ਉੱਕਾ ਪਖਾਓ ਜੀ ਜੀ ਆ ਸਹੀ ਕਹਿ ਰਹੇ ਹੋ ਜੀ ਬਾਦਲ ਜੀ ਸਾਡੀ ਦੁਆ ਹੈ ਕਿ ਅੱਲਾਹ ਤਾਲਾ ਹੌਸਲਾ ਦੇਵੇ ਗੱਲ ਸਬਰ ਸੁਣਨ ਦਾ ਸ਼ੁਕਰ ਜੀ ਬਸ ਇਖਤਲਾਫ ਆਪਣੀ ਜਗ੍ਹਾ ਤੇ ਲੇਕਿਨ ਲੜਾਈ ਗਾਲਾਂ ਦਾ ਕੀ ਫਾਇਦਾ ਜੀ ਅਗੋ ਸੈਣੀ ਸਾਹਿਬ ਦੇਖੋ ਮੈਂ ਤੇ ਤੁਹਾਨੂੰ ਪੁੱਛਿਆ ਤੁਸੀਂ ਕਿਹਾ ਮੈਂ ਨਹੀਂ ਪਹੁੰਚਾਣਾ ਮੈਂ ਕਿਹਾ ਜੀ ਮੈਂ ਪਹੁੰਚਾ ਦੇਣਾ ਨਹੀਂ ਐਸਾ ਕੋਈ ਪੈਗਾਮ ਨਹੀਂ ਹੈ ਨਾ ਮੈਂ ਉਹੀ ਪੈਗਾਮ ਅੱਗੇ ਪਹੁੰਚਾ ਰਿਹਾ ਸੀ ਕੋਈ ਇਹ ਪੈਗਾਮ ਓ ਜਾਨੀ ਸਾਹਿਬ ਓ ਮਿਹਰਬਾਨੀ ਕਰੋ ਇਸ ਤਰ੍ਹਾਂ ਦੇ ਪੈਗਾਮ ਇਲਜ਼ਾਮ ਹੈ ਤੁਸੀਂ ਮਿਹਰਬਾਨੀ ਕਰੋ ਪੈਗਾਮ ਤੇ ਇਲਜ਼ਾਮ ਵਿੱਚ ਫਰਕ ਹੁੰਦਾ ਹੈ ਮੈਂ ਤੇ ਇਲਜ਼ਾਮ ਨਹੀਂ ਲਾ ਰਿਹਾ ਹੁਸੈਨੀ ਸਾਹਿਬ ਇਹ ਜਿਹੜੀ ਇਲਜ਼ਾਮੀ ਗੱਲ ਹੈ ਉਹਨੂੰ ਦੁਹਰਾਣਾ ਬੇਹੂਦਾ ਗੱਲ ਨੂੰ ਨਹੀਂ ਚੰਗੀ ਗੱਲ ਨਹੀਂ ਉਦੋਂ ਤੇ ਜਿਹੜੀ ਇਲਜ਼ਾਮੀ ਗੱਲਾਂ ਇਹ ਆ ਕੇ ਦੁਹਰਾਉਂਦੇ ਨੇ ਉਦੋਂ ਨਹੀਂ ਤੁਸੀਂ ਕਹਿੰਦੇ ਚੰਗੀ ਗੱਲ ਨਹੀਂ ਜਦੋਂ ਵੀ ਕੋਈ ਦੁਹਰਾਉਂਦਾ ਹੈ ਇਲਜ਼ਾਮੀ ਬੇਹੂਦਾ ਗੱਲ ਚੰਗਾ ਨਹੀਂ ਕਰਦਾ ਪਹਿਲੇ ਦੁਹਰਾਏ ਬਾਅਦ ਵਿੱਚ ਦੁਹਰਾਏ ਦਰਮਿਆਨ ਵਿੱਚ ਦੁਹਰਾਏ ਸੱਜੇ ਪਾਸੇ ਦੁਹਰਾਏ ਖੱਬੇ ਪਾਸੇ ਦੁਹਰਾਏ ਜੇ ਕਿਸੇ ਨੇ ਕੋਈ ਗੱਲ ਕੀਤੀ ਹੈ ਕੋਈ ਸਵਾਲ ਤੇ ਕੀਤਾ ਜਾ ਸਕਦਾ ਹੈ ਜਦੋਂ ਵੀ ਕੋਈ ਬੇਹੂਦਾ ਗੱਲ ਕਰੇ ਉਹ ਬੇਹੂਦਾ ਹੀ ਗੱਲ ਹੁਸੈਨੀ ਸਾਹਿਬ ਜਦੋਂ ਕੋਈ ਸੋਚੇ ਤੇ ਕਿਸੇ ਬੰਦੇ ਨੇ ਕੋਈ ਗੱਲ ਕੀਤੀ ਹੈ ਉਹਦੇ ਬਾਰੇ ਸਵਾਲ ਤੇ ਕੀਤਾ ਜਾ ਸਕਦਾ ਹੈ ਨਾ ਉਹ ਆਪਣੀ ਗੱਲ ਦਾ ਜਵਾਬ ਦੇ ਹੈ ਕਿ ਨਹੀਂ ਹੈ ਕਿਹੜੀ ਗੱਲ ਦਾ ਜਵਾਬ ਲੈਣਾ ਜੇ ਹੈ ਕਿਹੜੀ ਗੱਲ ਦਾ ਜਵਾਬ ਲੈਣਾ ਜੇ ਮੈਂ ਤੇ ਉਹਨਾਂ ਕੋਲੋਂ ਜਿਹੜਾ ਜਵਾਬ ਲੈ ਰਿਹਾ ਸਾਂ ਕਿ ਹਜ਼ਰਤ ਅਲੀ ਦੀ ਸੁਨਨਤ ਜਿਹੜੀ ਹੈ ਉਹਦਾ ਉਹ ਜਿਹੜਾ ਇਹਨਾਂ ਨੇ ਗੈਰ ਮੁਸਲਮਾਨ ਨੂੰ ਜਵਾਬ ਦਿੱਤਾ ਸੀ ਉਹਦਾ ਜਵਾਬ ਲੈ ਰਹੇ ਹਾਂ ਮੇਰੀ ਗੱਲ ਸੁਣੋ ਜਿਹੜਾ ਇੱਕ ਵਾਰੀ ਹੁਣ ਧਿਆਨ ਨਾਲ ਸੁਣ ਲਿਓ ਜਿਹੜੀ ਜਵਾਬ ਦੇਣਾ ਹੈ ਜਾਂ ਉਹਨਾਂ ਨੇ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਜਿਹੜਾ ਹਜ਼ਰਤ ਅਲੀ ਵਾਲੀ ਗੱਲ ਕਰਦੇ ਹੋ ਨਾ ਉਹ ਤੇ ਮਿਰਜ਼ਾ ਮਸਰੂਰ ਨੇ ਸੇਮ ਉਂਝ ਹੀ ਦੁਹਰਾਈ ਹੈ ਗੱਲ ਸਾਕੀ ਭਾਈ ਜਵਾਬ ਤੁਸੀਂ ਦੇਣਾ ਉਹਨਾਂ ਦਾ ਕਿ ਉਹਨਾਂ ਨੇ ਦੇਣਾ ਮੈਂ ਦੇ ਰਿਹਾ ਨਾ ਮੇਰਾ ਸੁਣ ਲਓ हजरत मिर्जा मसरूर साहब ने ये नहीं आख्या कि हजरत अली की सुन्नत है हदीस मिर्जा मसरूर ने पेश की है जेडी अमर नज़ीर ने पेश नहीं आख्या कि सुन्नत है हजरत अली दी मैं प्याना सेम वही अल्फाज अमर नज़ीर साहब ने बोले ने बिल्कुल झूठ बोले अमर नज़ीर ने आख्या हजरत अली की सुन्नत है ना 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 अमर नज़ीर ने आख्या हजरत अली की सुन्नत है की करदे पे हो साकी साहब
ਉਹ ਮੈਂ ਪਿਆਨਾ ਜਿਹੜੀ ਹਦੀਸ ਮਿਰਜ਼ਾ ਮਸੂਦ ਗਲਤ ਨੇ ਬਿਆਨ ਪੇਸ਼ ਨਾ ਕੀਤੀ ਕਰੋ। ਹੈ ਉਹ ਹੀ ਪੇਸ਼ ਉਹਨੇ ਕੀਤੀ ਹੈ, ਇਹਦੇ ਵਿੱਚ ਕਿਹੜੀ ਹਦੀਸ ਗਲਤ ਬਿਆਨ ਗੱਲ ਹੈ? ਕਰਨਾ ਹੋਰ ਗੱਲ ਹੈ ਸਾਕੀ ਸਾਹਿਬ, ਮਗਰ ਇਹਨੂੰ ਹਜ਼ਰਤ ਅਲੀ ਦੀ ਸੁਨਨਤ ਕਹਿਣਾ ਇਹ ਗੱਲ ਮੁਨਾਸਿਬ ਨਹੀਂ ਹੈ। ਅੱਛਾ ਤੇ ਹੋਰ ਜਿਹੜੇ ਮੈਂ ਫਿਰ ਕੋਈ ਹੋਰ ਗੱਲ ਕੀਤੀ ਨਾ ਤੇ ਫਿਰ ਤੁਸੀਂ ਜਿਹੜੀ ਗੱਲ ਹਾਈਕੋਰਟ ਹੋ ਦੇਖੋ ਜਾਂਦੇ ਹੋ। ਸਾਕੀ ਸਾਹਿਬ ਗੱਲ ਦਾ ਨਹੀਂ, ਪਸੇ ਨਹੀਂ। ਮੰਜ਼ਰ ਸੁਣ ਲਓ। ਸਾਕੀ ਸਾਹਿਬ ਗੱਲ ਦਾ ਪਸੇ ਮੰਜ਼ਰ ਸੁਣ ਲਓ। ਉਮੇ ਰਬਾਬ ਸਾਹਿਬਾ ਦੇ ਉੱਤੇ ਇਹਨਾਂ ਨੂੰ ਗੁੱਸਾ ਸੀ, ਇਹਨਾਂ ਆਖਿਆ ਮੈਂ ਸੌਦ ਦੇ ਕੱਪੜੇ ਲਾਵਾਂਗਾ ਕਿਉਂਕਿ ਔਰਤਾਂ ਦੇ ਕੱਪੜੇ ਲਾਣਾ ਹਜ਼ਰਤ ਅਲੀ ਦੀ ਸੁਨਨਤ ਹੈ। ਤੇ ਇਹਦੇ ਵਿੱਚ ਕਿਹੜੀ ਗਲਤ ਗੱਲ ਹੈ ਦੱਸੋ? ਔਰ ਹਜ਼ਰਤ ਅਲੀ ਦੀ ਸੁਨਨਤ ਨਹੀਂ ਹੈ ਔਰਤਾਂ ਦੇ ਕੱਪੜੇ ਲਾਣਾ, ਯਾਰ ਕੀ ਕਰਦੇ ਪਏ ਹੋ ਸਾਕੀ ਮੈਂ ਸਾਹਿਬ? ਅੱਛਾ ਮੇਰੀ ਗੱਲ ਸੁਣੋ, ਹਜ਼ਰਤ ਅਲੀ क्या हदीस मौजूद नहीं? हदीस की है, पढ़ो अल्फाज जरा, नहीं है पढ़ो हदीस की है साकी साहब, पढ़ो हदीस की है। मेरे को इस टाइम नहीं, मैं गड्डी ड्राइव हाँ करता तो फिर ਤੁਹਾਨੂੰ ਪਤਾ ਹੀ ਨਹੀਂ ਹਦੀਸ ਦਾ। ਉਹ ਮੈਂ ਸੁਣੀ ਹੈ ਯਾਰ, ਮੈਂ ਪੜ੍ਹੀ ਵੀ ਹੈ। ਠੀਕ ਐਵੇਂ ਹੈ। ਦਜਲ ਨਾ ਕਰਿਆ ਕਰੋ ਆ ਕੇ। ਮਗਰ ਕੋਈ ਇਹ ਬੰਦਾ ਇਹ ਕਵੇ ਕਿ ਮੈਂ ਸੌਦ ਦੇ ਕੱਪੜੇ ਇਸ ਵਾਸਤੇ ਲਾਵਾਂਗਾ ਕਿ ਸਾਕੀ ਸਾਹਿਬ ਸੁਨਨਤ ਹੈ। ਜਿਹੜਾ ਦਜਲ ਉਹ ਕਰਦੇ ਨੇ ਉਹਨਾਂ ਨੂੰ ਇਜਾਜ਼ਤ ਹੈ? ਹਾਂਜੀ ਮੈਂ ਉਹ ਤਾਂ ਨਹੀਂ ਸਾਕੀ ਸਾਹਿਬ ਤੁਸੀਂ ਬੋਲਦੇ। ਮਸੂਰ ਸਾਹਿਬ ਦਜਲ ਕਰ ਹੀ ਕੋਈ ਨਹੀਂ ਸਕਦਾ। ਉਹ ਸਾਕੀ ਸਾਹਿਬ ਇਹ ਜਿਹੜਾ ਬੰਦਾ ਆਇਆ ਸੀ ਸਾਕੀ ਸਾਹਿਬ, ਮੈਂ ਪਿਆਨਾ ਤੁਹਾਡੇ ਤੋਂ ਮਸਰੂਰ ਸਾਹਿਬ ਤੇ ਸਾਕੀ ਸਾਹਿਬ ਸੁਣ ਲਓ ਨਾ। ਬੰਦਾ ਕਰ ਹੀ ਕੋਈ ਨਹੀਂ ਸਕਦਾ ਦੁਨੀਆ ਤੇ। ਸਾਕੀ ਸਾਹਿਬ ਨੂੰ ਸਵਾਲ ਪੁੱਛਣ ਦਿਓ ਮੈਨੂੰ। ਇਦਾਂ ਹੀ ਦੇ ਇਹਨੇ ਜਵਾਬ। ਅਲਫਾਜ਼ ਯੂਜ਼ ਕੀਤੇ ਨੇ, ਮੈਂ ਉਹੀ ਅਲਫਾਜ਼ ਯੂਜ਼ ਕੀਤੇ ਨੇ। ਕਿਹੜੇ? ਉਹ ਕਹਿੰਦੇ ਜੀ ਇਹ ਗਾਲਾਂ ਕੱਢਦਾ ਪਿਆ ਹੈ। ਇਹ ਦਜਲ ਨਹੀਂ ਹੈ ਕਿ ਆਪਣੇ ਅਲਫਾਜ਼ ਨੂੰ ਕਹਿਣਾ ਕਿ ਮੈਂ ਹਦੀਸ ਬਿਆਨ ਕਰ ਰਿਹਾ ਹਾਂ। ਮੈਂ ਪਿਆਨਾ ਕਿਹੜੇ ਅਲਫਾਜ਼ ਕਿ ਜੀ ਅਲਫਾਜ਼ ਦੁਬਾਰਾ ਦੁਹਰਾਓ ਨਾ, ਕਿਹੜੇ ਅਲਫਾਜ਼? ਸਾਰੀ ਸਾਹਿਬ ਨੂੰ ਕੋ ਬਰਾੜ ਤੁਹਾਨੂੰ ਭੇਜ ਦੇਣ ਦੀ ਰਿਕਾਰਡਿੰਗ, ਜਿਹੜੇ ਅਲਫਾਜ਼ ਉਹਨਾਂ ਨੇ ਯੂਜ਼ ਕੀਤੇ ਨੇ ਉਹੀ ਅਲਫਾਜ਼ ਮੈਂ ਉਹਨਾਂ ਵਾਸਤੇ ਯੂਜ਼ ਕੀਤੇ ਤੇ ਉਹਨਾਂ ਕਿਹਾ ਜੀ ਗਾਲਾਂ ਕੱਢਦਾ ਪਿਆ ਹੈ। ਤੇ ਇਹ ਦਜਲ ਨਹੀਂ ਹੈ ਕਿ ਆਪਣੀਆਂ ਗਾਲਾਂ ਆਪਣੀਆਂ ਗੱਲਾਂ ਨੂੰ ਕਹਿਣਾ ਕਿ ਮੈਂ ਬੜੇ ਫੁੱਲ ਖੇਰਨੇ ਆਵਾਂ। ਸਾਕੀ ਸਾਹਿਬ ਹਦੀਸ ਬਿਆਨ ਕਰਨਾ ਨਾਲੇ ਸਾਕੀ ਸਾਹਿਬ हदीस बयान, एक मिनट मसरूर भाई एक मिनट, साकी भाई हदीस बयान करना होर चीज है और किसी औरत दी तज़ीक करना और ये कहना कि हज़रत दी सुन्नत है तो मैं वो ही करांगा, ये मुनासिब नहीं है। मैं ये गल कर रहा, हदीस अपनी जगह तो मौजूद है, उहदे अल्फाज ही मैनू पता नहीं की ने, ठीक है। और खुतबे जो अल्फाज आए ने हदीस दे विच ही है ने, वो किताब तुहानू पता बुखारी विच है ने, ठीक है ना। हाँ जी जो है ने तो फिर मगर ये नहीं ने कि उन्होंने सुन्नत है और उन्होंने कपड़े लाना। उन्होंने क्या मैं तलाशी लवांगा, कपड़े लाने की गल बिल्कुल नहीं की उस हदीस दे विच। इस तरह ना करो साकी साहब। हाँ तो तलाशी और किस तरह लाई जाती है? तलाशी कपड़े नहीं लाए जाते। अच्छा वो नहीं लाई जाती है तलाशी। देखो जिस पासे मंजर तो गल हुई है ना कि उन्होंने ये आख्या है कि मैं उम्मे रुबाब दे कपड़े इस वास्ते लावांगा कि हज़रत अली दी सुन्नत है कपड़े लाना, ये गल ज्यादती है। इस गल दा जवाब किन्नी बारी दे चुके ने ते फिर तुसी इस गल मगर साकी भाई गल गलत है ना, नहीं ना जिन्ने जवाब जो मैं गल करना वा इस बराड़ ते आके हुसैनी साहब कहंदे ने उन्हां दे अल्फाज नहीं ने और वो आके कहंदे ने मेरे है ने। हुण दसो मैं की करा? ए हुसैनी साहब बैठे ने पूछ लो ने। हुसैनी साहब कहंदे उन्हां दे अल्फाज नहीं ने, मैनू झिड़किया ने कई दफा इस गल ते। मेरे वड्डे ने हुसैनी साहब मैनू झिड़क सकदे ने मगर इस गल ते झिड़किया गया उन्हां दे अल्फाज नहीं ने। ਤੁਸੀਂ ਦੱਸੋ ਕਿ ਇਹ ਆਮਰ ਨਜ਼ੀਰ ਸਾਹਿਬ ਦੇ ਅਲਫਾਜ਼ ਨਹੀਂ ਨੇ? ਨਹੀਂ ਮੈਂ ਕੋਈ ਆਡੀਓ ਨਹੀਂ ਸੁਣੀ, ਮੈਂ ਝੂਠ ਨਹੀਂ ਬੋਲਾਂਗਾ, ਮੈਂ ਨਹੀਂ ਉਹਨਾਂ ਦੀ ਆਡੀਓ। ਮੈਂ ਤੁਹਾਨੂੰ ਉਹਦਾ ਦੁਬਾਰਾ ਪਸ ਮੰਜ਼ਰ ਦੱਸ ਦੇਣਾ ਵਾ। ਉਮੇ ਰਬਾਬ ਸਾਹਿਬਾਂ ਨਾਲ ਕੋਈ ਝਗੜਾ ਹੋਇਆ ਸੀ, ਉਹ ਇਹਨਾਂ ਨੇ ਕਿਹਾ ਸੀ ਇਹ ਬਜ਼ਾਤ ਔਰਤ ਹੈ, ਮੈਂ ਇਹਦੇ ਕੱਪੜੇ ਲਾਵਾਂਗਾ ਕਿਉਂਕਿ ਔਰਤਾਂ ਇਸ ਤਰ੍ਹਾਂ ਦੀ ਔਰਤਾਂ ਦੇ ਕੱਪੜੇ ਲਾਣਾ ਹਜ਼ਰਤ ਅਲੀ ਦੀ ਸੁन्नत ਹੈ। ਹਜ਼ਰਤ ਅਲੀ ਤੇ ਇਹ ਚੀਜ਼ਾਂ ਮਨਸੂਬ ਕਰਨਾ ਮੁਨਾਸਿਬ ਨਹੀਂ ਹੈ। ਨਹੀਂ ਚਲੋ ਤਲਾਸ਼ੀ ਲੈਣਾ ਹੋਰ ਗੱਲ ਹੈ, ਕੱਪੜੇ ਲਾਣਾ ਹੋਰ ਗੱਲ ਹੈ। ਹਾਂ ठीक है ना, दो डिफरेंट चीज़ां ने साकी साहब। मैं कहूँ मैं तेरी तलाशी लेनी है, इधर ये मतलब नहीं कि मैं तेरे कपड़े ला देने ने। मैं कहना अठवाल साहब देखो गल पता की है, हजरत अली अलैहिस्सलाम होन या हजरत उमर होन, नबी पाक सल्लल्लाहु अलैहि वसल्लम होन, किसी भी अल्लाह दे प्यारे दे उत्ते तोहमत लाना ये गल ठीक है ही नहीं, भावें कौन भी लाए। इफ ही तो गलत सी कर रहे हैं। जानी साहब सलाम अलैकुम। वालेकुम सलाम। और भाईजान जानदी करो, बड़े बड़े लोग गलतियां कर जाते ने, कोई गलती अगे पिछे होई है, तुसी गल नू रिपीट कर कर की करना चाह रहे हो? मगर मनन ते सही ना आके मनदे ही नहीं। यार अल्लाह दे बंदे हुण वो जेड़े मर गए ने वो मनणगे। फिर ठीक है, फिर मरिया दी गल नहीं करदे, फिर छड़ दे। तो मैं जेड़ी कोई लिखत कर गया ये वो कोई दीन दी कोई तबलीग दी कोई इस्लामी कोई गल करनी तो करो, गालां दी गालां 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 गालां। खुदा तो खौफ खाओ यार। वाह कोई तेरा अगर तेरा जमात नाल ताल्लुक है तो अपनी तबलीग कर, अगर तू कर सकना है तो ठीक है, अल्लाह खैर सला। लड़ाई दी केड़ी लोड़ है?
नहीं मैं तो करना चाहना जे किसी ने करवानी है तो तबलीग नहीं तो किसी ने करवानी है ਤੁਹਾਡਾ ਕੋਈ ਫਰਜ਼ ਨਹੀਂ ਤੁਸੀਂ ਤਬਲੀਗ ਕਰੋ ਕਿਸੇ ਨੇ ਕਰਵਾਣੀ सारे गाला कटन लग पैंदे ने ना ਉਹ ਯਾਰ ਗਾਲਾਂ ਕੋਈ ਨਹੀਂ ਕਰਦਾ ਤੁਸੀਂ ਆਪਣੀ ਤਬਲੀਗ ਕੀਤੀ ਕਰੋ ਅਗਰ ਤੁਹਾਡੀ ਕੋਈ ਕਿਤਾਬ ਪੜਦਾ ਤਾਂ ਸੁਣ ਲਈ ਕਰੋ ਅੱਲਾ ਅੱਲਾ ਖੈਰ ਸਲਾ ਗਾਲਾਂ ਲਈ ਕਿਹੜੀ ਚੱਕਰ ਹੈ अच्छा साकी साहब मैं कोई किताब पढ़ा हज़रत मसीह मौद नहीं अलैहिस्सलाम ਹੁਣ की सुन 5 लोगे ਮਿੰਟ ਪਹਿਲਾਂ ਕਿਹੜੀ ਲੜਾਈ ਸ਼ੁਰੂ ਹੋ ਗਈ ਸੀ चलो खत्म होगी ਕੀ ਹੋਇਆ ਵਾ ਮਿਹਰਬਾਨੀ ਕਰੋ ਜਾਨੀ ਸਾਹਿਬ ਮੈਂ ਤੁਹਾਨੂੰ ਬੜੇ ਅਰਸੇ ਦਾ ਸੁਣ ਰਿਹਾ ਤੁਸੀਂ ਬਹੁਤ ਜਾਣ ਬੁੱਝ ਕੇ ਨਾ ਗੱਲ ਨੂੰ ਵਧਾਈ ਰੱਖਦੇ ਹੋ ਗੱਲ ਦਾ ਛਿੱਲ ਹੀ ਰੱਖਣੀ सर इस वास्ते कि मेरे उत्ते बराडां लगी हुई ने कि ਓਏ ਅੱਲਾ ਦੇ ਬੰਦਿਆ ਖੁਦਾ ਤੂੰ ਖੌਫ ਖਾ ਯਾਰ ਐਸੀ ਸਾਰੇ ਜਿਤਨੇ ਬੰਦੇ से ਗੱਲ ਕਰ ਰਹੇ हैं ਸਾਰਾ ਤਾल्लुक ਪਾਕਿस्तान ਨਾਲ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਪਾਕਿस्तान ਦੇ ਲੋਕ ਇਸ ਤਰ੍ਹਾਂ ਮਤਲਬ ਵੇਖੋ ਇੰਡੀਵਿਜੂਅਲ ਕੋਈ ਕਰ ਲੈਂਦਾ ਤੁਸੀਂ ਪਬਲਿਕ ਪਲੇਸ ਤੇ ਬੈਠੇ ਹੋ ਸੋਸ਼ਲ ਮੀਡੀਆ ਤੇ ਬੈਠੇ ਹੋ ਦੁਨੀਆ ਸੁਣ ਰਹੀ ਹੈ ਤੁਸੀਂ ਕੀ ਦੱਸਣਾ ਚਾਹ ਰਹੇ ਹੋ ਲੋਕਾਂ ਨੂੰ ਇਹ ਤਰੀਕੇਕਾਰ ਹੈ ਕੋਈ ਆਲਮਾਂ ਦਾ ਹੁੰਦਾ ਹੈ ਤਬਲੀਗ ਕਰਨ ਦਾ ਪੜ੍ਹੇ ਲਿਖੇ ਦਾ ਕੋਈ ਤਰੀਕੇਕਾਰ ਹੈ ਬਿਲਕੁਲ ਤੁਹਾਡੀ ਗੱਲ ਮੰਨੀ ਹੁਣ ਤੁਸੀਂ ਵੀ ਇੱਥੇ ਬਹਿਣਾ ਤੇ ਜਦੋਂ ਕੋਈ ਇਹੋ ਜਿਹੀ ਗੱਲ ਕਰੇ ਨਾ ਮੈਂ ਤੁਹਾਡੇ ਕੋਲ ਮਾਜ਼ਰਤ ਕਰਨਾ ਜਦੋਂ ਕੋਈ ਬੰਦਾ ਇਹੋ ਜਿਹੀ ਗੱਲ ਕਰੇ ਤੁਸੀਂ ਇਹੋ ਜਿਹੀ ਗੱਲ ਕਰਨੀ ਹੈ ਠੀਕ ਹੈ ਮੈਂ ਤੁਹਾਡੇ ਨਾਲ ਭਾਈ ਜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਮੇਰੇ ਇੱਕ ਸਾਦੀ ਜੀ ਗੱਲ ਹੈ ਕਿ ਕੋਈ ਤਬਲੀਗ ਕਰ ਰਿਹਾ ਹੈ ਕੋਈ ਹਵਾਲਾ ਦੇ ਰਿਹਾ ਹੈ ਠੀਕ ਹੈ ਉਹ ਗਲਤ ਹੋਸੀ ਠੀਕ ਹੋਸੀ ਤੁਸੀਂ ਉਹਨੂੰ ਰੈਫਰੈਂਸ ਦੇ ਨਾਲ ਪੜ੍ਹ ਲਓ ਸੁਣ ਲਓ ਲੇਕਿਨ ਮਗੋ ਅਗਲੇ ਦੀ ਮਾਂ ਬੈਣ ਛਿੱਲੀ ਜਾਵਣੀ ਗਾਲਾਂ ਕੱਢੀ ਜਾਵਣੀਆਂ ਉਸਨੇ ਇਹ ਕੀਤਾ ਕੀ ਖੁਦਾ ਤੋਂ ਖੌਫ ਕਰੋ ਯਾਰ ਪਬਲਿਕ ਪਲੇਸ ਤੇ ਬੈਠੇ ਹੋ ਤੁਸੀਂ ਕੋਈ ਬੈਠਾ ਕਮਰੇ 'ਚ ਬੈਠੇ ਹੋ ਮੈਂ ਕਿਤੇ ਬੈਠਾ ਤੁਸੀਂ ਕਿਤੇ ਬੈਠੇ ਹੋ ਸੈਣੀ ਸਾਹਿਬ ਕਿਤੇ ਬੈਠੇ ਹੋ ਸੈਣੀ ਸਾਹਿਬ ਦੀ ਮਿਹਰਬਾਨੀ ਜਿਹਦਾ ਜਿਗਰਾ ਸਾਰਿਆਂ ਦੀ ਗੱਲਾਂ ਸੁਣੀ ਜਾਂਦੇ ਉਹ ਸਾਡੀ ਗੱਲ ਸੁਣਦੇ ਜਮਾਤ ਦੇ ਜਿਹੜੇ ਲੋਕ ਵੀ ਬੈਠੇ ਹੋ ਜਾਂ ਮੁਸਲਮਾਨ ਬੈਠੇ ਨੇ ਆਪਸ ਵਿੱਚ ਤਬਲੀਗ ਕਰਨੀ ਤੇ ਕਰ ਲੋ ਕੋਈ ਗੱਲ ਹੈ ਲੜਾਈ ਦੀ ਕਿਹੜੀ ਲੋੜ ਹੈ ਸਿੱਖ ਹਾਂ ਕਰੋ ਜੀ ਤਬਲੀਗ ਕਰੋ ਲੋ ਜੀ ਸਾਕੀ ਸਾਹਿਬ ਤੁਹਾਨੂੰ ਮੈਂ ਇੱਕ ਤਹਰੀਰ ਸੁਣਾਣਾ ਵਾ ਜੇ ਕੋਈ ਇਤਰਾਜ਼ ਹੋਵੇ ਜਾਂ ਕਹਿਣਾ ਤਹਰੀਰ ਗਲਤ ਹੈ ਮੈਨੂੰ ਦੱਸ ਦੇਣਾ जी सुनाओ ठीक है मिर्जा साहब लिखते हैं कि तमाम आदमजादों के लिए आप कोई रसूल और शफी नहीं मगर मोहम्मद मुस्तफ़ा सल्लल्लाहु अलैहि वसल्लम तो तुम कोशिश करो कि सच्ची मोहब्बत इस जाओ जलाल के नबी के साथ रखो और उसके गैर को उस पर किसी नौ की बड़ाई मत दो तो आसमान पर तुम निजात याफ्ता लिखे जाओ। लिखते हैं निजात याफ्ता कौन है? वो जो यकीन रखता है जो खुदा सच है और मोहम्मद सल्लल्लाहु अलैहि वसल्लम उसमें और तमाम मखलूक में दरमियानी शफी है और आसमान के नीचे ना उसके हम मर्तबा कोई और रसूल है और ना कुरान के हम रुतबा कोई और किताब है और किसी के लिए खुदा ने ना चाहा कि वो हमेशा जिंदा रहे मगर ये बरगज़ीदा नबी हमेशा के लिए जिंदा है और उसके हमेशा जिंदा रहने के लिए खुदा ने ये बुनियाद डाली है कि उसके हिफाज़ाए तशरीही और रूहानी को क़यामत तक जारी रहे। फिर आखिरी शेर पढ़ के मैं तुहानू इजाजत चाहना वा फिर कोई और गल कर लवे। एक मिर्जा साहब शेर लिखते ने कि बाद अज खुदा बइश के मुहम्मद मुखम्मरम गर कुफरी बूदे बखुदा सख्त काफरम। ਇਹਦਾ ਤਰਜਮਾ ਇਹ ਸ਼ਫਾਸੀ ਦਾ ਸ਼ੇਰ ਹੈ ਇਹਦਾ ਤਰਜਮਾ ਇਹ ਹੈ यानी खुदा के बाद मैं मोहम्मद मुस्तफ़ा सल्लल्लाहु अलैहि वसल्लम के इश्क में सरशार हूँ अगर ये इश्क कुफर है तो खुदा की कसम मैं सबसे बड़ा काफिर हूँ। साकी साहब कैसी है तहरीर? ठीक है अच्छी है पसंद आई तानू? मैं कौन हूं ना इतराज करने वाला भाईजान ਤੁਸੀਂ ਪੜ੍ਹ ਕੇ ਸੁਣਾਈਏ ਸਾਰਿਆਂ ਨੇ ਸੁਣ ਲਈਏ ਬਸ ਠੀਕ ਇਹ ਹਜ਼ਰਤ ਮਸੀਹ ਮੌਦ अलैहिस्सलाम ਦਾ ਜਿਹੜਾ ਹੈ ਹਜ਼ਰਤ ਮੁਹੰਮਦ सल्लल्लाहु अलैहि वसल्लम ਦੇ ਮੁਤਲਕ ਖਿਆਲਾਤ ਨੇ और सुबह हुसैनी साहब ने कोई अरबी ਦੀ ਇਬਾਰਤ ਪੜ੍ਹੀ ਸੀ और फारसी ਦੀ ਵੀ हुसैनी साहब ਉਹ ਪੜ੍ਹ ਸਕਦੇ ਹੋ? ਅੱਛਾ ਹੁਣ ਜਾਨੀ ਸਾਹਿਬ ਤੁਸੀਂ ਆਪਣੀ ਤਰੀਰ ਪੜ੍ਹ ਲਈ ਹੁਣ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ ਤੁਸੀਂ ਅਗਲੇ ਨੂੰ ਸੋਟਾ ਮਾਰੋ ਵੀ ਪਸੰਦ ਆਈ ਹੈ ਕਿ ਨਹੀਂ ਆਈ ਮੈਂ ਤਾਂ ਸੋਟਾ ਮਾਰਿਆ ਮੈਂ ਤਾਂ ਸੁਣਾ ਕੇ ਪੁੱਛਿਆ ਉਹਨਾਂ ਕੋਲ ਸਿਰਫ ਪਰ ਪੁੱਛ ਲਈ ਤੁਸੀਂ ਇਹ ਪੁੱਛਣ ਦੀ ਵੀ ਕਿਹੜੀ ਲੋੜ ਹੈ ਤੁਸੀਂ ਆਪਣੀ ਗੱਲ ਕਰ ਛੱਡੀ ਗੱਲ ਖਤਮ ਹੋ ਗਈ ਅਗਲੇ ਤੂੰ ਭਾਈ ਪਹਿਲੇ ਪੁੱਛੋ ਦਿਲ 'ਚ ਗੱਲ ਕਰ ਇਹ ਬੰਦਾ ਠੀਕ ਹੈ ਵੈਸੇ ਮੈਂ ਤੇ ਆਨਾ ਇਹਦੀ ਗੱਲ ਮੰਨੋ ਤੇ ਇਹਨੂੰ ਆਖੋ ਤਬਲੀਗ ਕਰੇ ਸਾਨੂੰ ਉਹ ਭਾਈ ਜਾਨ ਠੀਕ ਹੈ ਅੱਲਾਹ ਤੁਹਾਨੂੰ ਜ਼ਿੰਦਗੀ ਦੇਵੇ ਤੁਸੀਂ ਤਬਲੀਗ ਕਰੋ ਮਤਲਬ ਮਿਸਾਲ ਮੈਂ ਮੁਸਲਮਾਨ ਹਾਂ ਮੈਂ ਮੇਰੇ ਸਾਹਿਬ ਨੂੰ ਆਪਣੇ ਦਾਅਵਿਆਂ 'ਚ ਸਹੀ ਨਹੀਂ ਸਮਝਦਾ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਡੰਡਾ ਲੈ ਕੇ ਮੇਰੇ ਉੱਚੇ ਚੜ ਜਾਓ ਵੀ ਯਾਰ ਤੂੰ ਸਮਝ ਹਾਂ ਨਹੀਂ ਅਸੀਂ ਕਿਉਂ ਡੰਡਾ ਲੈ ਕੇ ਚੜਨਾ ਹੈ ਤੇ ਬਸ ਠੀਕ ਹੈ ਮੋੜ ਤੁਸੀਂ ਆਪਣੀ ਤਬਲੀਗ ਕਰੋ ਗਾਲਾਂ ਕੱਢਣ ਦੀ ਲੋੜ ਨਹੀਂ ਹੁੰਦੀ ਨਾ ਲੜਾਈ ਦੀ ਲੋੜ ਹੈ ਪਾਕਿਸਤਾਨ ਦੇ ਵਿੱਚ ਰਹੇ ਹੋ ਤੁਸੀਂ ਯਾਰ ਇਸ ਤਰ੍ਹਾਂ ਉੱਥੇ ਕਦੀ ਇੰਜ ਹੁੰਦਾ ਹੈ ਮਤਲਬ ਕੋਈ ਗੱਲ ਇਸ ਤਰ੍ਹਾਂ ਲੋਕ ਕਰਦੇ ਨੇ ਕੋਈ ਪਾਕਿਸਤਾਨ ਤੋਂ ਛੱਡਦੇ ਹੋ ਨਾ ਮੈਂ ਤਾਂ ਮੈਨੂੰ ਤਾਂ ਪਾਕਿਸਤਾਨ ਦੀ ਕੋਈ ਮੈਂ ਨਾ ਪਾਕਿਸਤਾਨੀ ਆ ਨਾ ਮੈਨੂੰ ਉੱਥੇ ਦੇ ਕਾਨੂੰਨ ਦੀ ਕੋਈ ਪਰਵਾਹ ਹੈ ਉਹ ਭਾਈਜਾਨ ਠੀਕ ਹੈ ਨਹੀਂ ਹੈ ਲੇਕਿਨ ਕੋਈ ਨਾ ਕੋਈ ਮਤਲਬ ਆਖਿਰ ਅਸੀਂ
बिरादरी ताल्लुक इलाका ये वो जबान आखिर कोई अखलाक हया भी तो कुछ है कि कोई नहीं है ਉੱਥੇ ਨਹੀਂ ਹੈ ਨਾ ਕੀ ਨਾਂ ਹੈ ਤੁਹਾਡਾ ਯਾਰ ਮੈਨੂੰ यार बताओ। भाईजान इस तरह ना करो ना यार तो चौधरी साहब ਉੱਥੇ ਨਹੀਂ ਹੈ ਨਾ ਵੇਖੋ ਉੱਥੇ ਮੇਰੀ ਆਵਾਜ਼ ਦਬਾ ਕੇ ਔਰ ਮੇਰੇ ਖਿਲਾਫ ਤਕਰੀਰਾਂ ਕਰੋ ओ भाई ਤੇ ਮੈਨੂੰ ਹੱਕ ਨਾ ਦਿਓ ਤੇ ਕਾਹਦਾ ਇਨਸਾਫ ਹੈ ਉਹ ਸਿਆਸੀ ਲੋ ਜੀ ਸਿਆਸੀ ਦੀ ਚੋਈ ਗੱਲ ਸਾਹਿਬ ਚੋਈ ਸਾਹਿਬ ਇਹ ਹੁਣ ਮਨਾਜ਼ਰਾ ਸਟਾਰਟ ਹੋ ਗਿਆ ਤੁਹਾਡਾ ਚਲੋ ਗੱਲ ਕਰੋ ਅਸੀਂ ਕਰਨੇ ਆ ਮਿਊਟ यार साहब यार जी सी जी जी खान साहब जी 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 थैंक यू बड़ी अच्छी गुफ्तगू तुसां कीती है अल्लाह के बाद मजा आ गया सुलझी हुई और बड़ी वजनदार अल्लाह ताला हर मुसलमान बंदे की या चाहे भी मुसलमान कोई फिरका है तो पाकिस्तानी है ना उसकी यही सोच हो और इस टाइप की गुफ्तगू करे ताकि हमें भी कुछ अकल आ जाए थैंक यू अदा करना आपका इसलिए आपसे मुखातब हुआ बहुत बहुत शुक्रिया फिर कभी मुलाकात होगी सबसे अस्सलाम खुदा हाफिज ओ भाईजान जानी साहब किधर चले गए हुसैनी साहब जानी साहब किधर चले गए ਬਸ ਉਹ ਮਸਰੂਫੀਅਤ ਦੀ ਵਜ੍ਹਾ ਤੋਂ ਕਿਧਰੇ ਅੱਗੇ ਪਿੱਛੇ ਹੋ ਗਏ ਹੋਣੇ ਨੇ ਉਹ ਗੱਲ ਹੁਣ ਪਾਕਿਸਤਾਨ ਦੀ ਸ਼ੁਰੂ ਹੋਣ ਲਈ ਸੀ ਤੇ ਟੁਰ ਗਏ और साकी साहब ਤੁਹਾਡਾ ਕੀ ਹਾਲ ਹੈ ਅੱਲਾਹ ਪਾਕ ਦਾ ਕਰਮ ਹੈ ਜੀ ਫਜ਼ਲ ਹੈ ਰੱਬ ਦਾ साकी साहब ਕਿਹੜਾ ਇਲਾਕਾ ਪਾਕਿਸਤਾਨ ਤੋਂ ਗੁਜਰਾਤ ਜੀ ਗੁਜਰਾਤ ਪਹਿਲਵਾਨਾਂ ਦੇ ਸ਼ਹਿਰ ਚੋਂ ਗੁਜਰਾਤ ਗੁਜਰਾਤ ਅੱਛਾ ਗੁਜਰਾਤ ਦੇ ਅੱਲਾ ਵਿੱਚ ਵੜੈਚਾਂ ਦਾ ਇਲਾਕਾ ਬਈ ਚੌਧਰੀਆਂ ਦਾ ਹਾਂਜੀ ਬੜੀ ਗੱਲ ਸ਼ਹਿਰ ਚੋਂ ਜਾਂ ਕਿਸੇ ਪਿੰਡ ਥਾਂ ਤੋਂ ਨਹੀਂ ਸ਼ਹਿਰ ਦੇ अच्छा माशाल्लाह बड़ी गल है बड़ी गल In 800 meters, keep right to continue और on भाईजान- Highway 400. ਕਰਮ ਰੱਬ ਦੀ ਜ਼ਾਤ ਦਾ ਹੁਸੈਨੀ ਸਾਹਿਬ ਮੇਰਾ ਖਿਆਲ ਆ ਤੁਸੀਂ ਵੀ ਅਵੇ ਹੋ ਗਏ ਹੋ हेलो ਹਾਂਜੀ ਹਾਂਜੀ भाई जी लड़ाई करने की कोई लोड़ होती है ਨਹੀਂ ਕਿਧਰੇ ਪੈ ਵੀ ਜਾਂਦੀ ਹੈ ਲੋੜ गुजराती बंदा है ना क्या बात क्या बात ਤੁਸੀਂ ਪੁੱਛਿਆ ਬਈ ਲੋੜ ਹੁੰਦੀ ਹੈ ਮੈਂ ਅੱਗੂ ਤੁਹਾਨੂੰ ਸਾਫ਼ ਜਵਾਬ ਦਿੱਤਾ ਬਈ ਕਿਧਰੇ नहीं ਲੋੜ नहीं ਪੈ नहीं ਜਾਂਦੀ ਹੈ मन्निया भाई मन्निया गुजरात वाले की गल की मन्निया जी मन्निया पै जाती कदी ना कदी लोड़ लेकिन हर वेला डंडा सोटा चावण की कोई लोड़ है ਉਹ ਨਹੀਂ ਅਸਲ ਵਿੱਚ ਬੰਦਾ ਜਦੋਂ ਦੁਸ਼ਮਣਦਾਰ ਹੋਵੇ ਨਾ ਤੇ ਕੋਈ ਡੰਡਾ ਹਰ ਵਾਲੇ ਕੋਲ ਰੱਖਣਾ ਚਾਹੀਦਾ नहीं एक गल तुहाडी ठीक है दुश्मनदार है लेकिन ये सोशल मीडिया दा दसी बैठे हैं पब्लिक कोई किदू सुन रहा है तुसी किते बैठे हो तुसी इत्थे देखो ना कोई सियासी गुफ्तगू नहीं हो रही कोई नाच गाने ते नहीं हो रही मजहबी गुफ्तगू तुसी करदे हो हमेशा कोई भी जेड़ा भी आंदा इत्थे हुसैनी साहब दी मेहरबानी अल्लाह ताला ने जिंदगी सेहत देवे कि सानू बर्दाश्त करदे ने ਆਮੀਨ ਜੀ ਬਿਲਕੁਲ ते अच्छी अच्छी गल्लां दसदे ने अच्छी अच्छी गल्लां सुनाई जाओ कीती जाओ ਤੁਹਾਡੇ ਮੁਖਾਲਿਫ ਕੋਈ ਤੁਹਾਡੀ ਗਲਤ ਗੱਲ ਵੀ ਕਰਨਗੇ ਲੇਕਿਨ ਤੁਸੀਂ ਹੌਸਲਾ ਤੁਹਾਨੂੰ ਰੱਬ ਦੇਣਾ ਚਾਹੀਦਾ ਕਿ ਬਰਦਾਸ਼ਤ ਕਰੋ ਇਹ ਕੋਈ ਫਿਜ਼ੀਕਲ ਲੜਾਈ ਤਾਂ ਹੈ ਕੋਈ ਨਾ ਕੋਈ ਆਰਗੂਮੈਂਟਸ ਦੀ ਹੈ ਕੋਈ ਲੌਜੀਕਲ ਰੀਜ਼ਨਿੰਗ ਦੀ ਹੈ ਕੋਈ ਸਚਾਈ ਦੀ ਹੈ ਕੋਈ ਹਕੀਕਤ ਦੀ ਹੈ ਕੋਈ ਝੂਠ ਦੀ ਹੈ ਲੇਕਿਨ ਇਸ ਨਾਲ ਜ਼ਰੂਰ ਹੈ ਕਿ ਤੁਸੀਂ ਜ਼ਾਤੀਆਤ ਤੇ ਆਣਾ ਹੈ ਜ਼ਾਤੀਆਤ ਤੋਂ ਆਣ ਤੋਂ ਬਗੈਰ ਗੱਲ ਪਿੱਛੇ ਰਹਿੰਦੀ ਕੋਈ ਨਹੀਂ ਨਾ ਜੀ ਹਾਂ ਇਹ ਇੱਕ ਅਗਲੀ ਗੱਲ ਹੈ ਹਰ ਇਨਸਾਨ ਦੀ ਇੱਕ ਆਪਣੀ ਤਬੀਅਤ ਹੈ ਮੈਂ ਤੁਹਾਨੂੰ ਆਪਣੀ ਫੀਲਿੰਗ ਦੱਸ ਰਿਹਾ ਇਹ ਮੇਰਾ ਹਾਲ ਤੁਹਾਨੂੰ ਟਿਕਟੌਕ ਤੇ ਥੋੜਾ ਹੀ ਚਿਰ ਹੋਇਆ ਹੁੰਦਿਆਂ ਜੀ ਜੀ ਮੈਨੂੰ ਬਿਲਕੁਲ ਥੋੜਾ ਜਿਹਾ ਚਿਰ ਹੋਇਆ ਇਹ ਹੌਲੀ ਹੌਲੀ ਨਾ ਤੁਹਾਨੂੰ ਪਤਾ ਲੱਗ ਜਾਏਦਾ ਤੇ ਫਿਰ ਤੁਸੀਂ ਇਹ ਗੱਲ ਨਹੀਂ ਕਰੋਗੇ ਨਹੀਂ ਨਹੀਂ ਭਾਈਜਾਨ ਮੈਂ ਸੁਣ ਰਿਹਾ ਮੈਂ ਦੇਰ ਰਾਤੀ ਸੁਣਦਾ ਇਹਨਾਂ ਨੂੰ ਲੇਕਿਨ ਮੈਂ ਹੁਸੈਨੀ ਭਾਈ ਨੂੰ ਵੇਖਿਆ ਹੈ ਮਤਲਬ ਇਹ ਵੀ ਤਾਂ ਆਲਿਮ ਹੈ ਨੇ ਗੁਫ਼ਤਗੂ ਕਰਦੇ ਨੇ ਜਾਂ ਚੁੱਪ ਕਰ ਜਾਂਦੇ ਨੇ ਜਾਂ ਕੋਈ ਗਲਤੀ ਹੋਈ ਤਾਂ ਮਾਫੀ ਦੇ ਦਿਓ ਮੈਂ ਚੁੱਪ ਕਰ ਗਿਆ ਹੁਣ ਕੱਲ ਪਰਸੋਂ ਹੁਸੈਨੀ ਸਾਹਿਬ ਤੋਂ ਕਿਸੇ ਪੁੱਛਿਆ ਕਿ ਯਾਰ ਇਹ ਤੁਹਾਡਾ ਯਾਦਦਾਸ਼ਤ ਕਿੱਥੋਂ ਆਈ ਹੈ ਤੁਹਾਡੀ ਯਾਦਦਾਸ਼ਤ ਬੜੀ ਤੇ ਇਹਨਾਂ ਨੇ ਕਿਹਾ ਕਿ ਇੱਥੇ ਮੈਕਸੀਕਨ ਦੀ ਇੱਕ ਵਰਕਸ਼ਾਪ ਹੈ ਅਮਰੀਕਾ 'ਚ ਉੱਥੋਂ ਠੀਕ ਕਰਾਈ ਸਾਰਾ ਕੁਝ अच्छा हाँ तो कैसे जवाब मतलब मैं ना क्या बात है तीन आखे ट्रांसमिशन ही पाया मैं फिर कल दोबारा पूछा उससे क्या तुसी भी करवा सकते हो अगर करना चाहो तो मतलब एक हाथ से मजाक दी गल है अच्छी गल है कोई इस तरह दी ठीक बजाय इसलिए कि यार जी ਇਹ ਸ਼ੁਕਰ ਕਰੋ ਇਹ ਥੱਲੇ ਐਮਆਰ ਬੰਬਾਸਟਿਕ ਹੈ ਉਹ ਨਹੀਂ ਉੱਤੇ ਕਾਲ ਤੇ ਨਹੀਂ ਤੇ ਉਹਨੇ ਤੁਹਾਡੀ ਇੱਥੇ ਹੀ ਕਰ ਦੇਣੀ ਸੀ ਰਿਪੇਅਰ नहीं नहीं बम्बास्टिक साहब दो दिन ना ही बम्बास्टिक हो तो अगली बार पता नहीं कोई गल कि मैं किसी नाल कर रहा सा ते अल्लाह हुन कब्ज ठीक हो गई है हाँ वेख्या ना
ਹਾਂ ਮੈਂ ਚੁੱਪ ਕਰ ਗਿਆ, ਮੈਂ ਕਿ ਮੈਂ ਇਹਨਾਂ ਨੂੰ ਕੀ ਕਹਿਣਾ ਬਾਈ ਜੀ। ਹਾਂਜੀ ਇਹ ਇਹਦੇ ਕੋਲ ਵੀ ਵਰਕਸ਼ਾਪ, ਇਹ ਵੀ ਵਰਕਸ਼ਾਪ 'ਚ ਹੀ ਕੰਮ ਕਰਦਾ। ਨਹੀਂ ਬੰਬਾਸਟਿਕ ਬਾਈ ਤਾਂ ਬੜੀ ਉਹ ਬੜਾ ਵੱਡਾ ਉਹਨਾਂ ਦੇ ਕੋਲ ਹੈ ਅਸਲਾ ਦਾ ਕੁਝ ਹੈ, ਉਹਨਾਂ ਦਾ ਮੁਕਾਬਲਾ ਨਹੀਂ ਹੈ। ਮੈਂ ਤਾਂ ਵੈਸੇ ਅਸੀਂ ਕੋਈ ਜਨਰਲ ਦਰਖਾਸਤ ਕਰ ਰਹੇ ਹਾਂ, ਅਸੀਂ ਹੁਣ ਇਹ ਤਾਂ ਨਹੀਂ ਕਹਿ ਰਹੇ ਵੀ ਕੌਣ ਕੀ ਕਰ ਰਿਹਾ ਬਾਈ ਜੀ, ਨਾ ਸਾਡੇ ਕੋਲ ਕੋਈ ਅਖਤਿਆਰ ਹੈ ਕਿਸੇ ਨੂੰ ਕੁਝ ਰੱਖਣ ਦਾ, ਇੱਕ ਰਿਕੁਐਸਟ ਹੀ ਹੈ ਨਾ ਭਾਈ ਜਾਨ ਜੀ। ਇੰਝ ਹੀ ਗੱਲ ਹੈ। ਹੁਸੈਨੀ ਭਾਈ ਪਤਾ ਨਹੀਂ ਕਿਤੇ ਚਲੇ ਗਏ। ਹੁਸੈਨੀ ਭਾਈ ਵੀ ਕੋਈ ਕੰਮ ਸ਼ਾਮ ਆ ਗਿਆ ਹੋਣਾ ਨਾ, ਕੋਈ ਅੱਗੇ ਪਿੱਛੇ ਹੋ ਗਿਆ ਨਾ ਮੋਬਾਈਲ ਰੱਖ ਕੇ। ਇਹ ਸਾਕੀ ਸਾਹਿਬ ਤੁਸੀਂ ਕਿੱਥੇ ਹੁੰਦੇ ਹੋ, ਕਿਹੜੇ ਇਲਾਕੇ 'ਚ? ਮੈਂ ਜਰਮਨੀ 'ਚ। ਅੱਛਾ ਤਾਂ ਜਰਮਨੀ ਲਾਦਸ, ਅਸੀਂ ਇੱਥੇ ਨਾਰਥ ਅਮਰੀਕਾ 'ਚ ਹਾਂ ਭਾਈ। ਅੱਛਾ ਤੁਸੀਂ ਬਹੁਤ ਦੂਰ ਹੋ ਸਾਡੇ ਤੋਂ ਫਿਰ। ਮੈਂ ਸਾਜਾ ਜਿਹਾ ਬੰਦਾ ਜੀ, ਅਮਰੀਕਾ ਕੈਨੇਡਾ ਦਾ, ਬੈਫਲੋ ਦੇ ਕੋਲ। ਇੱਥੋਂ ਫਿਰ ਟਰੱਕ ਚਲਾਈਦਾ, ਕਿਸ ਲਾਈਨ ਲੱਗ ਗਿਆ, ਕਿਸ ਲਾਈਨ ਲੱਗ ਗਿਆ, ਕਿਸ ਲਾਈਨ ਲੱਗ ਗਿਆ। ਇੰਟਾਰੀਓ ਸਾਰਾ ਬਿਲ ਛੱਡਿਆ ਪਰ ਨਾਲ ਸਾਰਾ ਬਾਰਡਰ। ਇਹ ਤੁਹਾਨੂੰ ਟਿਕਟੌਕ ਤੇ ਆਉਣ ਤੋਂ ਪਹਿਲਾਂ ਪਤਾ ਸੀ ਇਹਨਾਂ ਦਾ? ਕਿਹਨਾਂ ਦਾ ਜੀ? ਇਹ ਅਹਿਮਦੀਆਂ ਦਾ ਜੀ ਭਾਈਜਾਨ। ਇਹ ਅਹਿਮਦੀ ਮਿਰਜ਼ਾਈ ਜਿਹੜੇ ਨੇ, ਇਹਨਾਂ ਦਾ ਪਤਾ ਸੀ ਜੇ ਪਹਿਲਾਂ? ਨਹੀਂ ਭਾਈਜਾਨ, ਮੈਂ ਪਹਿਲੀ ਗੱਲ ਤੇ ਮੇਰਾ ਤਾਲੁਕ ਜ਼ਿਲ੍ਹੇ ਜੰਗ ਨਾਲ ਹੈ। ਹੁਣ ਸਾਡਾ ਜ਼ਿਲ੍ਹਾ ਚਿਨਿਓਟ ਹੋ ਗਿਆ ਤੇ ਮੇਰੀ ਤਾਲੀਮ ਵੀ ਤਕਰੀਬਨ ਰਬੇ ਦੀ ਆਲਮੋਸਟ ਮੈਟ੍ਰਿਕ ਕੀਤਾ, FA ਕੀਤਾ ਤੇ ਮੈਂ ਉਮਰ ਗੁਜ਼ਾਰੀ ਹੈ। ਮੇਰੇ ਬਹੁਤ ਜਮਾਤੀ ਨੇ ਤੇ ਖੁਦਾ ਤੇ ਯਕੀਨ ਕਰੋ ਜ਼ਿੰਦਗੀ ਭਰ ਮੈਨੂੰ ਇਸ ਤਰ੍ਹਾਂ ਦਾ ਕਦੀ ਫੇਸ ਕਰਨਾ ਨਹੀਂ ਪਿਆ, ਨਾ ਗਾਲੀ, ਨਾ ਲੜਾਈ, ਨਾ ਝਗੜਾ। ਪਹਿਲੀ ਗੱਲ ਤੇ ਕੋਈ ਬਹਿਸ ਵੀ ਨਹੀਂ ਹੁੰਦੀ ਤੇ ਨਾ ਕੋਈ ਪਤਾ ਸੀ ਤੇ ਨਾ ਕਦੀ ਇਹਨਾਂ ਨੂੰ ਕਿਤਾਬਾਂ ਪੜ੍ਹੀਆਂ। ਮੈਂ ਪਿਛਲੇ 8-10 ਮਹੀਨੇ ਤੋਂ ਕੋਈ ਕਿਤਾਬਾਂ ਥੋੜ੍ਹੀਆਂ ਬਹੁਤ ਇਹਨਾਂ ਦੀਆਂ ਪੜ੍ਹੀਆਂ ਜਾਂ ਸੁਣੀਆਂ ਤੇ ਮੈਂ ਇਸ ਤਰ੍ਹਾਂ ਦਾ ਕੋਈ ਆਲਿਮ ਵੀ ਨਹੀਂ। ਤਾਂ ਮੈਂ ਤਾਂ ਸਾਦਾ ਜਾਂ ਹੁਸੈਨੀ ਸਾਹਿਬ ਨੂੰ ਮੈਂ ਕੱਲ ਦੱਸਿਆ ਸੀ, ਮੈਂ ਤਾਂ ਉਹ ਇੱਥੇ ਸੁਣ ਕੇ ਔਰ ਮਤਲਬ ਮਿਰਜ਼ਾਈਆਂ ਨਾਲ ਮੇਰੇ ਬਹੁਤ ਦੋਸਤ ਨੇ, ਵੱਡੇ ਜ਼ਿਮੀਂਦਾਰ ਵੀ ਹਨ, ਛੋਟੇ ਵੀ ਹਨ, ਗਰੀਬ ਵੀ ਹਨ, ਅਮੀਰ ਨੇ, ਸਾਰਾ ਕੁਝ। ਹੁਣ ਤੁਸੀਂ ਆਪ ਅੰਦਾਜ਼ਾ ਕਰ ਲਓ ਵੀ ਜੇ 9ਵੀਂ 10ਵੀਂ 11ਵੀਂ 12ਵੀਂ ਰੱਬ ਵਿੱਚ ਗੁਜ਼ਾਰੀ ਹੋਵੇ, ਫਿਰ ਅੱਗਾ ਵੀ ਕਾਲਜਾਂ 'ਚ ਪਤਾ ਤਾਂ ਹੁੰਦਾ ਨਾ ਥੋੜਾ ਬਹੁਤ ਜੀ। ਹਾਂਜੀ ਇਸ ਤਰ੍ਹਾਂ ਹੀ ਆ। ਲੇਕਿਨ ਇਸ ਨੇ ਜਿੱਤੇ ਸਾਡੀ ਕਦੀ ਵੀ ਗੁਫ਼ਤਗੂ ਨਹੀਂ ਹੋਈ, ਕਦੀ ਵੀ ਜ਼ਿੰਦਗੀ ਭਰ। ਉੱਥੇ ਅਸਲ ਵਿੱਚ ਤੇ ਕੋਈ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਕਰਦੇ ਹੀ ਕੋਈ ਨਹੀਂ। ਨਹੀਂ ਭਾਈਜਾਨ, ਸਾਡੇ ਨਾਲ ਮੈਂ ਭਾਈਜਾਨ ਤੁਹਾਨੂੰ 1982-83 ਦੀ ਗੱਲ ਕਰ ਰਿਹਾ, 86 ਦੀ। ਤੇ ਉਸ ਵੇਲੇ ਗੱਲਾਂ ਹੁੰਦੀਆਂ ਸਨ, ਸਾਰੀਆਂ ਹੁੰਦੀਆਂ ਸਨ, ਸਾਡੇ ਨਾਲ ਕਰਦੇ ਸਨ, ਲੇਕਿਨ ਸਾਨੂੰ ਮਾਲੂਮਾਤ ਹੀ ਨਹੀਂ ਹੁੰਦੀ ਸੀ, ਨਾ ਕਦੀ ਪੜ੍ਹਿਆ ਸੀ। ਅਸੀਂ ਇੰਨੀਆਂ ਕਹਿੰਦੇ ਸਾਂ ਯਾਰ ਅਸੀਂ ਤੁਹਾਨੂੰ ਠੀਕ ਨਹੀਂ ਸਮਝਦੇ। ਉਹ ਮੰਡੀ ਰੱਖਦੇ ਸਨ, ਸਾਡੇ ਯਾਰ ਦੋਸਤ ਹੁਣ ਵੀ ਠੀਕ ਮੰਡੀ ਰੱਖਦੇ ਨੇ। ਤੇ ਫਿਰ ਜਿਤਨਾ ਹੁੰਦਾ ਵੀ ਥੋੜਾ ਬਹੁਤ ਗੱਲ ਕਰ ਛੱਡੀ ਅੱਲਾ, ਲੇਕਿਨ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਦੁਆ ਸਲਾਮ ਹੀ ਖਤਮ ਕਰ ਦਿਓ ਜੀ। ਪਰ ਤੁਹਾਨੂੰ ਅਕਾਇਦ ਦਾ ਨਹੀਂ ਸੀ ਨਾ ਪਤਾ ਇਹਨਾਂ ਦੇ ਅਕਾਇਦ? ਨਹੀਂ ਖੁਦਾ ਤੇ ਯਕੀਨ ਕਰੋ ਵਾਕਈ ਨਹੀਂ ਪਤਾ ਸੀ, ਉਮਰ ਗੁਜ਼ਰ ਗਈ ਨਹੀਂ ਪਤਾ ਸੀ। ਉਹ ਤਾਂ ਤੁਹਾਨੂੰ ਟਿਕਟੌਕ ਤੇ ਜਾ ਕੇ ਪਤਾ ਚੱਲੇ ਨੇ। ਨਹੀਂ ਮੈਂ ਟਿਕਟੌਕ ਤੋਂ ਵੀ ਪਹਿਲੇ ਨਾ YouTube ਚੈਨਲ ਨੇ, ਮੁਖਤਲਿਫ ਲੋਕ ਹੈ ਮੁਸਲਮਾਨਾਂ ਦੇ ਆਲਿਮ ਨੇ, ਤੇ ਉਹ ਇਹ ਕੁਝ ਉੱਤੇ ਲੈਂਦੇ ਨੇ, ਕਿਸ ਦਿੰਦੇ ਹੋ ਉਹ ਯਾਰ ਰੈਫਰੈਂਸਿਸ ਲੈਂਦੇ ਨੇ, ਉਹ ਪੜ੍ਹੇ ਤੇ ਫਿਰ ਉਹ ਇਹਨਾਂ ਦੀ ਡਾਟ ਇਸਲਾਮ ਤੋਂ ਜਾ ਕੇ। ਮੈਂ ਕਿਹਾ ਹੋ ਸਕਦਾ ਮੌਲਵੀ, ਕਿਉਂਕਿ ਇਹਨਾਂ ਦੇ ਉੱਤੇ ਇਲਜ਼ਾਮ ਬੜਾ ਨੇ ਮੌਲਵੀ ਝੂਠ ਬੋਲਦਾ ਹੈ, ਮੌਲਵੀ ਝੂਠ ਬੋਲਦਾ ਹੈ, ਮੌਲਵੀ ਝੂਠ ਬੋਲਦਾ। ਉਹ ਮੈਂ ਕਿ ਹੋ ਸਕਦਾ ਬਈ ਯਾਰ ਕੋਈ ਮੁਖਾਲਫਤ ਦੀ ਵਜ੍ਹਾ ਤੋਂ ਜਾਂ ਇਸ ਤਰ੍ਹਾਂ। ਉਹ ਫਿਰ ਅਸੀਂ ਜੇ ਰੈਫਰੈਂਸ ਉਹਨੂੰ ਮੈਚ ਕਰਦੇ ਤਾਂ ਚੀਜ਼ ਲਿਖੀ ਹੋਈ ਹੁੰਦੀ ਉੱਥੇ। ਉਹ ਫਿਰ ਥੋੜਾ ਜਿਹਾ ਨਾ ਪਰੇਸ਼ਾਨੀ ਤਾਂ ਬਣੀ ਯਾਰ, ਬੜੀ ਮਤਲਬ ਡਾਢੀ ਜੀ ਗੱਲ ਕਰਦੇ ਨੇ, ਕੀ ਕਰੀਏ ਗੱਲ ਤਾਂ ਡਾਢੀ ਜੀ। ਉਹ ਇਹਨਾਂ ਗੱਲਾਂ ਤਾਂ ਡਾਢੀਆਂ ਨੇ, ਪਰ ਕਰੇ ਬੰਦਾ ਕੀ? ਨਹੀਂ ਕਰਨਾ ਕੀ ਹੁੰਦਾ ਭਾਈਜਾਨ, ਦੱਸਣਾ ਹੀ ਹੁੰਦਾ ਵੀ ਡਾਢੀ ਗੱਲ ਕਰ ਰਹੇ ਹੋ ਯਾਰ, ਨਾ ਕਰੋ ਇਸ ਤਰ੍ਹਾਂ। ਹੁਣ ਪਰਸੋਂ ਜ਼ਰੂਨ ਭਾਈ ਆਇਆ ਸਨ, ਉਹ ਸੂਰਤ ਜੁਮੇ ਦੀ ਉਹ ਆਇਤ ਨੂੰ ਨਾ ਪੜਿਆ, ਬਾਖਰੀਨ ਹੋਮਨਾ, ਇੱਕ ਲਫ਼ਜ਼ ਨੂੰ ਅੱਗੂ ਪਿੱਛੂ ਡਿਟੇਲ, ਇੱਕ ਲਫ਼ਜ਼ ਦਾ ਤਰਜਮਾ ਪੜਿਆ, ਕੋਈ ਤਸ਼ਰੀਹ ਨਹੀਂ। ਉਹਦੇ ਵਿੱਚ ਮਤਲਬ ਤੁਸੀਂ ਚਲੋ ਮੈਂ ਕੁਝ ਸਮਝ ਰਿਹਾ, ਤੁਸੀਂ ਕੁਝ ਸਮਝ ਰਹੇ ਹੋ, ਲੇਕਿਨ ਇੱਕ ਤਰਜਮਾ ਹੈ ਕੁਰਾਨ ਮਜੀਦ ਦਾ, ਉਹਦੇ ਵਿੱਚ ਤਾਂ ਤੁਸੀਂ ਕੋਈ ਤਬਦੀਲੀ ਨਹੀਂ ਨਾ ਕਰ ਸਕਦੇ। ਬਿਲਕੁਲ ਇਸੇ ਤਰ੍ਹਾਂ ਦੇ ਉਹ ਜ਼ਰੂਨ ਭਾਈ ਨੂੰ ਮੈਂ ਸਲੂਟ ਕਰਦਾ ਜਿੱਥੇ ਵੀ ਹੈ, ਮਾਸ਼ਾਅੱਲਾ ਬੜਾ ਆਲਿਮ ਹੈ। ਫਿਰ ਹੁਸੈਨੀ ਭਾਈ ਨੇ ਵੀ ਉਹਨੂੰ ਦੁਬਾਰਾ ਫਿਰ ਪੜਿਆ, ਇੱਕ ਲਫ਼ਜ਼ ਨੂੰ ਪੜਿਆ। ਅੱਗੂ ਹੋਰ ਸਾਹਿਬ ਆਨ, ਮੇਰੇ ਖਿਆਲ ਟਰੁੱਥ ਭਾਈ, ਟਰੁੱਥ ਸੀਕਰ ਸਾਹਿਬ ਦੇ ਨਾਂ ਦੇ ਹਨ। ਹਾਂਜੀ ਉਹ ਅੱਗੂ ਆਂਦੇ ਨਹੀਂ ਇੰਜ ਨਹੀਂ, ਪਰ ਉਹ ਬਹਿਸ ਲੱਗੀ ਨਹੀਂ। ਲੇਕਿਨ ਮੈਂ ਸਿਰਫ ਇਤਨੀ ਗੱਲ ਪੇ ਜੋ ਕੁਝ ਉੱਥੇ ਲਿਖਿਆ ਉਹ ਹੀ ਲਿਖਿਆ।
ਤੁਸੀਂ ਬਾਕੀ ਸਾਕੀ ਸਾਹਿਬ ਤੁਸੀਂ ਕਿਵੇਂ ਹੋਰਵੇਂ ਸੋਚ ਸਕਦੇ ਹੋ, ਤਫਸੀਰ ਕਰ ਸਕਦੇ ਹੋ, ਅੰਡਰਸਟੈਂਡ ਕਰ ਸਕਦੇ ਹੋ, ਮੈਂ ਕਿਵੇਂ ਹੋਰਵੇਂ ਸੋਚ ਸਕਦਾ, ਇਹ ਇੱਕ ਅਗਲੀ ਗੱਲ ਹੈ। ਲੇਕਿਨ ਅਸੀਂ ਕੁਰਾਨ ਦੇ ਮੀਨਿੰਗ ਤਾਂ ਨਹੀਂ ਨਾ ਚੇਂਜ ਕਰ ਸਕਦੇ। ਉਹੀ ਤੇ ਨਾ ਕੀਤੇ ਨੇ। ਹਾਂ ਜੀ, ਉਹੀ ਇਹਨਾਂ ਕੀਤੇ ਨੇ ਚੇਂਜ। ਚਲੋ ਜੀ, ਉਹ ਤਾਂ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਨਾ, ਹਿੰਮਤ ਵਾਲੇ ਲੋਕ ਨੇ, ਉਹ ਅਸੀਂ ਕੀ ਕਰ ਸਕਦੇ ਹਾਂ। ਲੇਕਿਨ ਕੁਰਾਨ ਦੇ ਲਫ਼ਜ਼ ਦੋ ਹੀ ਨੇ ਨਾ, ਲਫ਼ਜ਼ ਤਾਂ ਨਹੀਂ ਉਹ ਚੇਂਜ ਕੋ ਕਰ ਸਕਦਾ। ਲਫ਼ਜ਼ ਵੀ ਉਹੀ ਨੇ। ਤੇ ਸਾਡੀ ਜ਼ਬਾਨ ਪੰਜਾਬੀ ਜਾਂ ਉਰਦੂ, ਉਹਦੇ ਚਲੋ ਟਰਾਂਸਲੇਸ਼ਨ ਗ੍ਰਾਮਰ ਦੇ ਜ਼ਰੀਏ ਲੋਕ ਕਰਦੇ ਨੇ, ਤੇ ਮੈਂ ਤਾਂ ਨਹੀਂ ਵੇਖਿਆ ਕਿ ਕਿਸੇ ਨੇ ਤਰਜਮੇ 'ਚ ਕੋਈ ਫਰਕ ਕੀਤਾ ਹੋਵੇ। ਕੋਈ ਲਫ਼ਜ਼ 'ਚ ਫਰਕ ਹੋ ਸਕਦਾ, ਲੇਕਿਨ ਮਫਹੂਮ ਉਹੀ ਹੋਏਗਾ। जितने भी आलमा ने, कोई बरेलवी है, कोई सुन्नी है, कोई शिया, तर्जमा तो ही होएगा। तर्जमे तो तब्दीली नहीं हो सकती। ਇਹ ਜਿਹੜਾ ਨਾ, ਇਹ ਕੁਰਾਨ ਮਜੀਦ ਦਾ ਪਹਿਲਾਂ ਤਰਜਮਾ ਕਰਦੇ ਨੇ ਉਰਦੂ ਵਿੱਚ, ਤੇ ਫਿਰ ਉਹਨੂੰ ਅੱਗੂ ਫੇਰ ਉਰਦੂ ਨੂੰ ਵੀ ਅੱਗੂ ਟਰਾਂਸਲੇਟ ਕਰਦੇ ਨੇ। ਚਲੋ ਉਹ ਤਾਂ ਬਾਈ ਜੀ ਨੂੰ ਆਂਦੀ ਹਿੰਮਤ ਹੈ ਨਾ, ਮੇਰੀ ਹਿੰਮਤ ਤੇ ਨਹੀਂ ਹੈ, ਮੈਂ ਤੁਹਾਨੂੰ ਆਪਣੀ ਗੱਲ ਦੱਸ ਭਾਜਨ, ਉਹ ਤਾਂ ਉਹਨਾਂ ਦੀ ਹਿੰਮਤ ਤਾਕਤ ਹੈ ਨਾ ਭਾਜੀ। ਤਾਕਤਵਰ ਲੋਕ, ਹਿੰਮਤਵਰ ਲੋਕ ਸਾਰੇ ਗੱਲਾਂ ਕਰ ਲੈਂਦੇ ਨੇ। ਮੈਂ ਤਾਂ ਤੁਹਾਨੂੰ ਹੁਣ ਸਾਕਿਬ ਸਾਹਿਬ ਆਪਣੀ ਫੀਲਿੰਗ ਦੱਸ ਰਿਹਾ ਕਿ ਅੱਜ ਤੋਂ 1400 ਸਾਲ ਉਹੀ ਸਨ, ਅੱਜ ਵੀ ਮੇਰਾ ਮੁਸਲਮਾਨ ਹੋਣ ਦੇ ਨਾਲ ਅਕੀਦਾ ਇਹੀ ਹੈ। ਜੀ ਇਹ ਭਾਈਜਾਨ ਗੱਲ ਕਰ ਰਹੇ ਹੋ, ਹੋਰ ਤੁਸੀਂ ਸੁਣਾਓ। ਜਰਮਨੀ ਭਾਈਜਾਨ ਇਸ ਵੇਲੇ ਕੀ ਟਾਈਮ ਚੱਲ ਰਿਹਾ ਤੁਹਾਡੇ ਕੋਲ? 10:30 ਹੋ ਗਏ ਜੇ ਰਾਤ ਦੇ। ਅੱਛਾ 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 ਹਾਂ, ਰਾਤ ਦਾ 7-8 ਘੰਟੇ ਦਾ ਫਰਕ ਹੈ ਸਾਡੇ ਕੋਲ। ਇੱਥੇ ਹੁਣ 4:31 ਹੋ ਗਏ ਨੇ। 8 ਘੰਟੇ ਦਾ ਫਿਰ ਫਰਕ ਹੈ। ਵੇਖੋ ਉਹਨੇ ਸੋਸ਼ਲ ਮੀਡੀਆ ਦਾ ਕਮਾਲ ਹੈ। ਤੁਸੀਂ ਕਿਤੇ ਬੈਠੇ ਹੋ, ਮੈਂ ਕਿਤੇ ਬੈਠਾ, ਗੱਲ ਅਸੀਂ ਐਂ ਕਰ ਰਹੇ ਜਿਵੇਂ ਨਾਲ ਬੈਠੇ ਆ। ਤੇ ਹਾਂਜੀ ਜੀ 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 ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਮਤਲਬ ਇਹੋ ਜਿਹੇ ਮੀਡੀਆ ਤੇ ਤੁਸੀਂ ਅਗਰ ਗੁਫ਼ਤਗੂ, ਤੁਸੀਂ ਜ਼ਾਤੀਆਤ ਤੇ ਉਤਰ ਜਾਓ, ਗਾਲਾਂ ਤੇ ਉਤਰ ਜਾਓ, ਤਾਂ ਕਿਹੜੀ ਬੜੀ ਗੱਲ ਹੈ। ਔਰ ਗੱਲ ਵੀ ਦੀਨ ਦੀ ਤੁਸੀਂ ਕਰ ਰਹੇ ਹੋ। ਨਹੀਂ, ਗਾਲਾਂ ਤਾਂ ਨਹੀਂ ਕੱਢਣੀਆਂ ਚਾਹੀਦੀਆਂ, ਇਹ ਤਾਂ ਇੰਤਹਾਈ ਜਿਹੜਾ ਨਾ ਬੁਰੀ ਗੱਲ ਹੈ। ਭਾਈਜਾਨ ਕੁਰਾਨ ਮਜੀਦ ਦੀ ਤੁਸੀਂ ਆਇਤ ਪੜ੍ਹ ਰਹੇ ਹੋ, ਤੁਸੀਂ ਹਦੀਸ ਪੜ੍ਹ ਰਹੇ ਹੋ, ਇਸ ਤੋਂ ਅੱਗੇ ਤੁਸੀਂ ਕੀ ਲੈਣਾ ਹੈ? ਉਹਦਾ ਤਰਜਮਾ ਕਰ ਲਓ ਬਸ। ਅਗਰ ਨਹੀਂ ਇਤਫਾਕ ਕਰਦੇ ਤਾਂ ਨਾ ਕਰੋ, ਕੋਈ ਗੱਲ ਨਹੀਂ। ਲੇਕਿਨ ਤੁਸੀਂ ਮੇਰਾ ਦਿਲ ਚੀਰ ਕੇ ਨਹੀਂ, ਤੁਸੀਂ ਤਾਂ ਇਹੀ ਕਰਨਾ ਹੈ। ਜਾਂ ਤੁਸੀਂ, ਮੈਂ ਸਾਕੀ ਸਾਹਿਬ ਨੇ ਕੋਈ ਦਿਲ ਚੀਰ ਕੇ ਵੇਖਿਆ ਵੀ ਉਹ ਕੀ ਸਮਝ ਰਿਹਾ, ਪਰ ਠੀਕ ਹੈ, ਤਰਜਮਾ ਹੈ, ਸਹੀ ਹੈ। ਅਗਰ ਹੁਸੈਨੀ ਸਾਹਿਬ ਨੇ ਕਿਹਾ ਵੀ ਜੋ ਕੁਰਾਨ ਵਿੱਚ ਹੈ ਉਹ ਤਾਂ ਹੈ, ਉਹਨੂੰ ਤਾਂ ਤੁਸੀਂ ਚੇਂਜ ਨਹੀਂ ਕਰ ਸਕਦੇ। ਬਿਲਕੁਲ। ਮੇਰੀ ਜੰਗ ਵਾਲੀ ਜ਼ਬਾਨ ਹੈ, ਤੁਹਾਡੀ ਗੁਜਰਾਤ ਵਾਲੀ ਜ਼ਬਾਨ ਹੈ, ਹੁਣ ਅਸੀਂ ਕਿਵੇਂ ਤਬਦੀਲ ਕਰ ਲਈਏ? ਹੋ ਹੀ ਨਹੀਂ ਸਕਦੀ ਜੀ, ਇੰਝ ਹੀ ਰਹਿਣੀ ਹੈ ਜੀ। ਸਾਡੇ ਇੱਥੇ ਭਾਈਜਾਨ ਮੇਰੇ ਇਲਾਕੇ ਦੇ ਬਹੁਤ ਅਹਿਮਦੀ ਨੇ, ਮੇਰੇ ਯਾਰ ਦੋਸਤ ਨੇ, ਪਿੱਛੋਂ ਪਿਓ ਦਾਦੇ ਤੁਸੀਂ ਵਾਕਿਫ ਹੈ। ਇੱਥੇ ਰਹਿੰਦੇ, ਮਤਲਬ ਗੱਲ ਹੁੰਦੀ ਉਹਨਾਂ ਦੇ ਘਰਾਂ ਹੀ ਆਈ ਜਾਈਦਾ। ਮੈਂ ਅੱਗੇ ਸਾਦੀ ਜੀ ਗੱਲ ਹੈ, ਮੈਂ ਚੌਧਰੀ ਸਾਹਿਬ ਤੁਹਾਡੇ ਸਿਗਨਲ ਡਾਊਨ ਜੇ। हाँ जी, कोई प्रॉब्लम आ गया भाईजान, थोड़ी देर बाद मैं हाजिर होना। नहीं हुण ठीक हो गए सी। अच्छा, हुसैनी साहब ਜਿਹੜਾ ਉਹ ਅੱਗੇ ਪਿੱਛੇ ਹੋ ਗਏ ਨੇ, ਤੇ ਅਸੀਂ ਵੀ ਦੋਵੇਂ ਬੰਦੇ ਚੰਗੇ ਜਿਹੜੇ ਆ ਨਾ ਉੱਤੇ ਚੋਟੀਆਂ ਦੇ ਵੱਡੇ ਆਲਮ ਜਿਹੜੇ ਉਹ ਉੱਤੇ ਆ ਬੈਠੇ ਆ।